ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਆਵਾਜ਼ ਆ ਰਹੀ ਹੈ ਸਭ ਤੱਕ? ਹੈਂਡ ਰੇਜ਼ ਕਰਕੇ ਪਲੀਜ਼ ਦੱਸ ਦਿਓ ਇੱਕ ਵਾਰੀ, ਆਪਾਂ ਫਿਰ ਸੈਸ਼ਨ ਸ਼ੁਰੂ ਕਰੀਏ। ਡਿਜੀਟਲ ਹੈਂਡ ਰੇਜ਼ ਕਰਕੇ ਦੱਸ ਦਿਓ ਇੱਕ ਵਾਰੀ, ਕਨਫਰਮ ਕਰ ਦਿਓ। ਓਕੇ ਜੀ, ਓਕੇ, ਠੀਕ ਹੈ, ਗੁੱਡ, ਰਾਈਟ ਰਾਈਟ, ਠੀਕ ਹੈ ਜੀ, ਠੀਕ ਹੈ। ਸੋ ਆਪਾਂ ਅੱਜ ਇੱਕ ਹੋਰ ਟੌਪਰ ਦੇ ਨਾਲ ਸੈਸ਼ਨ ਸ਼ੁਰੂ ਕਰਨ ਜਾ ਰਹੇ ਹਾਂ। ਆਪਣੇ ਸਟੂਡੈਂਟ ਨੇ ਸੂਰਜ ਕੁਮਾਰ, ਇਹਨਾਂ ਦਾ ਕੈਟਾਗਰੀ ਦੇ ਵਿੱਚ ਪਹਿਲਾ ਰੈਂਕ ਹੈ, ਓਵਰਆਲ 13 ਰੈਂਕ ਹੈ ਸੂਰਜ ਕੁਮਾਰ ਜੀ ਦਾ। ਪੰਜਾਬੀ ਲਿਟਰੇਚਰ ਦੇ ਸਟੂਡੈਂਟ ਰਹੇ ਹੈ ਔਰ ਫਿਲਹਾਲ ਵੀ ਜੌਬ ਦੇ ਵਿੱਚ ਨੇ ਔਰ ਜੌਬ ਦੇ ਨਾਲ ਨਾਲ ਇਹਨਾਂ ਨੇ ਤਿਆਰੀ ਕੀਤੀ ਹੈ ਔਰ ਉਹ ਜਿਹੜਾ ਇੱਕ ਸਟਰਗਲ ਵਾਲਾ ਪੀਰੀਅਡ ਸੀ, ਅੱਜ ਉਹਨਾਂ ਸਟੂਡੈਂਟਸ ਵਾਸਤੇ ਵੀ ਕਾਫੀ ਹੈਲਪਫੁਲ ਰਹੇਗਾ ਜਿਹੜੇ ਆਲਰੇਡੀ ਕਿਸੇ ਜੌਬ ਦੇ ਵਿੱਚ ਹੈਗੇ ਨੇ ਜਾਂ ਕੋਈ ਹੋਰ ਜੌਬ ਲੈ ਕੇ ਉਹਦੇ ਨਾਲ ਨਾਲ ਤਿਆਰੀ ਕਰਨਾ ਚਾਹੁੰਦੇ ਨੇ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ ਜੌਬ ਦੇ ਨਾਲ ਨਾਲ ਤਿਆਰੀ ਕਰਨਾ, ਟਾਈਮ ਮੈਨੇਜ ਕਰਨਾ। ਸੋ ਬਹੁਤ ਸਾਰੇ ਤੁਹਾਡੇ ਕੁਐਸਚਨਸ ਹੋਣਗੇ, ਅੱਜ ਆਪਾਂ ਉਹਨਾਂ ਤੋਂ ਹੀ ਉਹਨਾਂ ਦੇ ਤੁਹਾਡੇ ਕੁਐਸਚਨਸ ਦੇ ਆਨਸਰ ਲਵਾਂਗੇ। ਸੋ ਮੇਰੀ ਰਿਕੁਐਸਟ ਹੈ ਕਿ ਜੇ ਤੁਸੀਂ ਸਾਰੇ ਪਾਰਟਿਸਪੈਂਟਸ ਕੈਮਰਾ ਔਨ ਕਰ ਲਓ ਤਾਂ ਬਹੁਤ ਵਧੀਆ, ਕਿ 2 ਵੇ ਕਮਿਊਨੀਕੇਸ਼ਨ ਹੋ ਜਾਂਦਾ, ਬਹੁਤ ਵਧੀਆ ਕਮਿਊਨੀਕੇਸ਼ਨ ਹੋ ਜਾਂਦਾ। ਫਿਰ ਮੇਰੀ ਹੰਬਲ ਰਿਕੁਐਸਟ ਹੈ, ਪਲੀਜ਼ ਅਗਰ ਕੈਮਰਾ ਔਨ ਕਰ ਲਓ ਆਪਣਾ ਆਪਣਾ ਤਾਂ ਬਹੁਤ ਵਧੀਆ ਗੱਲ ਹੈਗੀ ਹੈ। ਥੈਂਕ ਯੂ ਸੋ ਮਚ। थैंक यू गुरप्रताप जी, थैंक यू। सूरज कुमार जी भी आ गए, ओके। बाकी स्टूडेंट्स भी वेरी गुड इवनिंग सर। गुड इवनिंग जी, गुड इवनिंग जी। राकेश कुमार, गुरकीरत संधू, गीतिका, प्लीज कैमरा ऑन कर लो तो बहुत वधिया। आई विल बी सो थैंकफुल टू यू। सो गुड। सो सूरज जी बारे मैं थोड़ा जा दसना चाहना, क्योंकि साढ़े स्टूडेंट रहे हैं। 2 साल पहला असी आंसर राइटिंग करते होंगे सी पंजाबी लिटरेचर दी, और स्पैशली पटियाले तो चल के आते होंगे सी आंसर चैक करवाने वास्ते सूरज, और बड़ी डेडिकेशन दे नाल उदों लिटरेचर का काम जिहड़ा हैगा असी कीता, नेपरे चाढ़िया सी सारा। ते और मेरे ख्याल चो जिहड़ियां राइटिंग स्किल्स ने वो बट ऑबवियस उन्होंने PPSC दे विच मेन दे विच जरूर उन्होंने काम दिता होएगा सूरज नूं। सो ਆਪਾਂ ਪਹਿਲਾਂ ਹੀ 10-12 ਮਿੰਟ आई थिंक लेट हैगे ਆ, क्योंकि स्टूडेंट्स अजे भी मैसेज आ रहे थे स्टूडेंट्स दे कि कुछ कारण करके कुछ स्टूडेंट्स लिंक नहीं सी ज्वाइन कर पा रहे। तो आप स्टार्ट करते हैं, नाल नाल स्टूडेंट्स ने जिहड़े होर भी ज्वाइन करते रहणगे। सो आई विल हैंड ओवर टू मिस्टर सूरज कुमार। सूरज जी तुहानू बहुत बहुत मुबारक एक बारी फिर। थैंक यू सर। तुसीं बड़ी जल्दी हुण SDM बन के SDM लग के आ जाना, जिहड़ी कि बड़े लंबे टाइम की यात्रा शुरू हुई साडी जर्नी, और वो इट हैज़ बीन कंप्लीटेड विद फ्लाइंग कलर्स। सो बहुत वधिया, सानू बहुत खुशी हुंदी है जदों साडे स्टूडेंट सिलेक्ट हुंदे आ टीचर वास्ते। वो दिन सब तो वध खुशी वाला हुंदा है, ते उस तो भी वध खुशी उदों हुंदी है जदों कुछ सालां बाद उन्हां स्टूडेंट्स नूं फिर देखदे आ कि बहुत वधिया तरीके दे नाल, ईमानदारी दे नाल, पूरी डेडिकेशन दे नाल काम करते हैं। तो जिहड़ी इंटरव्यू वेले गल कहने हुंदे आ कि वाई यू वांट टू ज्वाइन सिविल सर्विसेज, आई वांट टू ज्वाइन because I want to serve people, I want to serve society, I want to make a dent in the society for the betterment of the people। तो ਜਦੋਂ ਉਹ ਕੰਮ ਕਰ ਰਹੇ ਹੁੰਦੇ ਆ ਉਦੋਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਤੇ ਸੂਰਜ ਤਾਂ ਆਲਰੇਡੀ ਸਰਵਿਸ ਦੇ ਵਿੱਚ ਹੈਗੇ ਨੇ, ਇਹਨਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ, ਤੇ ਉਮੀਦ ਵੀ ਕਰਦੇ ਹੁੰਦੇ ਆ ਅਸੀਂ ਉਹਨਾਂ ਸਟੂਡੈਂਟਸ ਤੋਂ ਜਿਹੜੇ ਆਲਰੇਡੀ ਸਰਵਿਸ ਦੇ ਵਿੱਚ ਹੁੰਦੇ ਆ ਕਿ ਉਹ ਬਹੁਤ ਜਲਦੀ ਦੇ ਨਾਲ ਆਪਣੀ ਨਵੀਂ ਸਰਵਿਸ ਦੀਆਂ ਜਿਹੜੀਆਂ ਰਿਸਪੌਂਸਿਬਿਲਿਟੀਜ਼ ਨੇ, ਲਾਇਬਿਲਿਟੀਜ਼ ਨੇ, ਉਹਨਾਂ ਨੂੰ ਸਮਝ ਲੈਂਦੇ ਆ, ਬੜੀ ਤੇਜ਼ੀ ਦੇ ਨਾਲ ਅੰਡਰਸਟੈਂਡ ਕਰਦੇ ਤੇ ਬੜੀ ਤੇਜ਼ੀ ਦੇ ਨਾਲ ਵਧੀਆ ਪਰਫਾਰਮ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਸੂਰਜ ਪਲੀਜ਼ ਤੁਸੀਂ ਕੰਟੀਨਿਊ ਕਰੋ, ਆਪਣੀ ਜਰਨੀ ਦੱਸੋ ਕਿੱਥੋਂ ਸ਼ੁਰੂ ਹੋਈ ਤੇ ਕਿਹੜੇ ਕਿਹੜੇ ਪੜਾਵਾਂ ਚੋਂ ਲੰਘੇ। ਬਟ ਆਬਵੀਅਸ ਬੜੇ ਚੈਲੰਜਸ ਆਉਂਦੇ ਆ, ਉਹਨਾਂ ਚੈਲੰਜਸ ਦੀ ਵੀ ਅਸੀਂ ਗੱਲ ਕਰਨੀ ਚਾਹਾਂਗੇ, ਸੁਣਨਾ ਚਾਹਾਂਗੇ ਤੁਹਾਡੇ ਕੋਲੋਂ। ਤੇ ਉਸ ਤੋਂ ਬਾਅਦ ਬੜੇ ਸਾਰੇ ਕੁਐਸਚਨਸ ਹੋਣਗੇ ਸਾਡੇ ਪਾਰਟਿਸਪੈਂਟਸ ਦੇ,
कोशिश करांगे ਅਸੀਂ ਸਾਰੇ ਕੁਐਸਚਨਸ ਨੂੰ ਐਡਰੈਸ ਕਰਨ ਦੀ। ਸੋ ਪਲੀਜ਼ ਸੂਰਜ ਕੁਮਾਰ ਕੰਟੀਨਿਊ ਕਰੋ ਪਲੀਜ਼। ਫਸਟ ਆਫ ਆਲ ਆਈ ਵੁੱਡ ਲਾਈਕ ਟੂ ਥੈਂਕ ਸਤਿੰਦਰ ਸਰ ਵੀ ਉਹਨਾਂ ਨੇ ਪਹਿਲੇ ਤਾਂ ਸਾਨੂੰ ਗਾਈਡ ਕੀਤਾ, ਜਿਹੜੀ ਕਿ ਸਕਸੈਸ ਦੇ ਵਿੱਚ ਬਹੁਤ ਵੱਡਾ ਪਾਰਟ ਰੋਲ ਅਦਾ ਕਰਦਾ ਹੈਗਾ। ਸੈਕੰਡਲੀ ਉਹਨਾਂ ਨੇ ਇੱਕ ਪਲੇਟਫਾਰਮ ਇਹੋ ਜਿਹਾ ਤਿਆਰ ਕੀਤਾ ਜਿਹਦੇ ਥਰੂ ਲਾਈਵ ਇੰਟਰੈਕਸ਼ਨਸ ਹੋ ਸਕਦੀਆਂ ਸਟੂਡੈਂਟਸ ਔਰ ਸਿਲੈਕਟਡ ਕੈਂਡੀਡੇਟਸ ਦੇ ਵਿੱਚ, ਐਂਡ ਬਲੀਵ ਮੀ ਦਿਸ ਹੈਲਪਸ ਅ ਲੋਟ। ਜਦੋਂ ਕੋਈ ਸਿਲੈਕਟਡ ਕੈਂਡੀਡੇਟਸ ਕਈ ਵਾਰ ਟਿਪਸ ਦਿੰਦਾ ਤਾਂ ਉਹ ਬਹੁਤ ਹੈਲਪ ਕਰਦੀਆਂ ਨੇ। ਲਾਸਟ ਟਾਈਮ ਆਈ ਹੈਡ ਦਾ ਓਪਰਚੁਨਿਟੀ ਟੂ ਇੰਟਰੈਕਟ ਵਿਦ ਨਰਿੰਦਰਪਾਲ ਸਰ। He was also one of the students of Satinder sir, and he guided me a lot. And I think under Satinder sir's guidance, I improved my writing skills a lot. Sir ने बाकी दस ही दिता, कहने ਨੂੰ ਬਚਦਾ ਨਹੀਂ ਕੁਝ। ਤੇ ਹੁਣ I think this is my time to pay back to the society through the medium of Satinder sir. ਤੇ I think we should start the interaction with the students. ਜੋ ਕਿਸੇ ਦੀ queries ਹੁੰਦੀਆਂ they can raise their hand or they can ask simply, and one by one we would try to resolve those questions, queries, issues, whatever you have. ਸੂਰਜ ਥੋੜਾ ਜਿਹਾ ਤੁਸੀਂ ਆਪਣੀ ਜਰਨੀ ਜ਼ਰੂਰ ਦੱਸੋ, ਆਪਣੀ ਗ੍ਰੈਜੂਏਸ਼ਨ ਕਿਹੜੇ ਸਟਰੀਮ ਚ ਹੈ, ਕਿਉਂਕਿ ਤੁਸੀਂ ਆਲਰੇਡੀ ਸਰਵਿਸ ਦੇ ਵਿੱਚ ਹੈਗੇ ਹੋ। ਕਿਹੜੇ ਕਿਹੜੇ ਐਗਜ਼ਾਮ ਹੁਣ ਤੱਕ ਦਿੱਤੇ, ਕਿਹੜੀਆਂ ਕਿਹੜੀਆਂ ਜੌਬਸ ਜੁਆਇਨ ਕੀਤੀਆਂ, ਹੈ ਨਾ। ਉਹ ਜਿਹੜੀ ਜਰਨੀ ਹੈ ਨਾ ਹਰ ਇੱਕ ਪਰਸਨ ਦੀ ਯੂਨੀਕ ਹੁੰਦੀ ਹੈ ਤੇ ਉਹਦੇ ਵਿੱਚ ਬੜਾ ਇੰਟਰਸਟ ਹੁੰਦਾ ਸਾਡਾ ਸੁਣਨ ਦੇ ਵਿੱਚ। ਬਿਲਕੁਲ ਬਿਲਕੁਲ ਸਰ, ਰਾਈਟ। ਤੇ ਕਿਉਂਕਿ ਹਰ ਇੱਕ ਐਕਸਪੀਰੀਐਂਸ ਜਿਹੜਾ ਉਹਦੇ ਵਿੱਚ ਆਪਣੇ ਆਪ ਨੂੰ ਵੇਖ ਰਿਹਾ ਹੁੰਦਾ ਤਾਂ ਉਹ ਪਲੀਜ਼। ਹਾਂਜੀ ਹਾਂ ਬਿਲਕੁਲ ਬਿਲਕੁਲ ਸਰ, ਮੇਰੀ ਜਿਹੜੀ 10th ਹੈ ਉਹ ਦੀ ਇੱਕ ਪ੍ਰਾਈਵੇਟ ਸਕੂਲ ਹੁੰਦਾ, ਬਜਟ ਪ੍ਰਾਈਵੇਟ ਸਕੂਲ, ਉਹਦੇ ਵਿੱਚੋਂ ਹੈ। ਬਟ ਆਈ ਹੈਡ ਬਿਗ ਐਂਬੀਸ਼ਨਸ। ਮੈਂ डिप्लोमा ਹੁੰਦਾ डिप्लोमा इन इंजीनियरिंग, ਉਹਦੇ ਵਾਸਤੇ ਕੰਪੀਟ ਕੀਤਾ। I got 27 rank at that time, joint entrance test. Thereafter I did my diploma from Thapar Polytechnic College. Diploma ਤੋਂ ਬਾਅਦ I had big ambitions. I went for BTech in Punjabi University Patiala. I have done my BTech in Electronics and Communication Engineering from Punjabi University Patiala. 2014 the time CO. I was in the final stages of my examination. At that time I appeared in SBI PO exam in 2014 July. I remember this time that I cleared this exam. This was my first exam, recruitment exam of my life, and I cleared it with flying colors. And I also cleared prelims that year. ਤਾਂ ਉਹਦੇ ਨਾਲ ਕੀ ਹੈ, ਥੋੜਾ ਜਿਹਾ ਹੌਸਲਾ ਵੱਧ ਜਾਂਦਾ ਕੈਂਡੀਡੇਟ। ਤਾਂ ਪ੍ਰੀ ਕਲੀਅਰ ਕੀਤਾ। ਮੇਨਸ ਦੀ ਅਜੇ ਤਿਆਰੀ ਨਹੀਂ ਸੀ ਕਿਉਂਕਿ ਗ੍ਰੈਜੂਏਟ ਹੋਏ ਸੀ। ਆਈ ਥਿੰਕ ਵਿਦਾਊਟ ਗਾਈਡੈਂਸ ਬੱਚਾ ਥੋੜਾ ਪ੍ਰੋਬਲਮ ਹੁੰਦੀ ਹੈ ਇਨੀਸ਼ੀਅਲੀ, but after that I increased my capabilities. I appeared in some exams, like I have also cleared SSC CGL 2017. I got assistant audit officer post, AG office, Navy. Though I didn't join it, I also cleared the cooperative inspector exam, which was held in 2018, and I got a state ranked second in that exam. I also had a very high score in assistant conservator of forest exam, which was held in 2019 January, and I had around 310 marks in out of 340. If ਉਹਦਾ ਰਿਜ਼ਲਟ ਆ ਜਾਂਦਾ ਤਾਂ ਸ਼ਾਇਦ ਉਹਦੇ ਵਿੱਚ ਵੀ ਟੋਪਰ ਹੀ ਹੁੰਦੇ, ਬਟ ਐ ਹੁੰਦਾ ਕਈ ਵਾਰ ਸਟਰਗਲ ਥੋੜੀ ਲੰਬੀ ਲਿਖੀ ਹੁੰਦੀ ਹੈ। ਤੇ ਲਾਸਟ ਟਾਈਮ ਕੀ ਸੀਗਾ, ਸਿਲੈਕਸ਼ਨ ਹੋਈ 2018 ਵਾਲਾ ਪੰਜਾਬ PCS ਐਗਜ਼ਾਮ ਦੇ ਵਿੱਚ। thereafter I got labor department as a labor cum conciliation officer. It is a very good department. It broadens your horizons. Even before providing you training, they hand over your district to you. On the first day of your job, you are district in charge. So that really helps you a lot in understanding the administration, how the government works, and how you can utilize your capabilities in the actual administration. And I think that job provides you a lot of exposure and what you really want to become. And I think that has deepened my love with the IAS and PCS services, because they are the mainstream services in our society that are the main chief coordinators of the district administration at that time, at our time. I think I carried on that journey with some inspirations and some role models in my mind. And ਹੁਣ ਮੈਨੂੰ ਲੱਗਦਾ ਅਸੀਂ ਉਸ ਪਾਇਦਾਨ ਤੇ ਪਹੁੰਚਣ ਦੇ ਥੋੜਾ ਹੋਰ ਨਿਕਟ ਆ ਗਏ। ਤੇ ਬਸ ਇਹੀ ਹੈ ਜੀ।
सर जी हाँ जी, हाँ जी। बिल्कुल 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 कोई स्टूडेंट्स बहुत ਦਾ ਕੋਈ ਵਧੀਆ ਜਰਨੀ ਕੁਐਸਚਨ? ਰਹੀ ਹੈ ਸਰ ਸੂਰਜ ਜੀ, ਬਹੁਤ ਵਧੀਆ ਜਰਨੀ ਰਹੀ ਹੈ। ਹਰ ਇੱਕ ਦੀ ਜਰਨੀ ਬੜੀ ਯੂਨੀਕ ਹੁੰਦੀ ਹੈ ਤੇ ਹਰ ਇੱਕ ਦੀ ਜਰਨੀ ਦੇ ਵਿੱਚੋਂ ਹੀ ਜਿਹੜਾ ਬੜਾ ਕੁਝ ਸਿੱਖਣ ਨੂੰ ਮਿਲਦਾ। ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਆਪਣੇ ਕੋਈ ਵੀ ਤੁਹਾਡੇ ਡਾਊਟਸ ਹੈਗੇ ਨੇ ਕੁਝ ਵੀ, ਇਹ ਬਹੁਤ ਵਧੀਆ, ਇਹ ਵੀ ਇੱਕ ਪੋਜ਼ਿਟਿਵ ਪੁਆਇੰਟ ਹੈ ਕਿ ਸੂਰਜ ਜੀ ਨੇ ਬੜਾ ਬਰੀਫ ਰੱਖਿਆ, ਬੜਾ ਬਰੀਫਲੀ ਆਪਣੀ ਸਾਰੀ ਗੱਲ ਨੂੰ ਕਿਹਾ, ਕਿਉਂਕਿ ਕੋਈ ਵੀ ਪਰਸਨ ਜਿਹੜਾ ਇੱਥੋਂ ਤੱਕ ਪਹੁੰਚਦਾ ਉਹ ਨਾ ਆਪਣੀ ਜਰਨੀ ਤੇ ਕਿਤਾਬ ਵੀ ਲਿਖ ਸਕਦਾ ਹੁੰਦਾ ਹੁਣ ਤੱਕ ਦੀ ਜਿਹੜੀ ਜਰਨੀ ਹੈ ਨਾ। ਬੜੇ ਵਾਰੀ ਯਾਦ ਆਉਂਦਾ ਹੁੰਦਾ ਹੈ, ਹਰਦੀਪ ਗਰੇਵਾਲ ਸਿੰਗਰ ਹੈ ਪੰਜਾਬੀ ਦਾ, ਬੜਾ ਵਧੀਆ ਮੁੰਡਾ, ਉਹਨੇ ਪਿੱਛੇ ਜਿਹੇ ਗਾਣਾ ਗਾਇਆ ਸੀ ਕਿ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਤੇ ਡੀਐਸਪੀ ਬਣਦਾ, ਕਿੰਨੀ ਮਿਹਨਤ ਕਰਕੇ ਬਣਦਾ ਹੈ ਉਹ। ਤੇ ਅਸੀਂ ਸਰ ਉਸ ਗਾਣੇ ਤੋਂ ਬਹੁਤ ਇਨਸਪੀਰੇਸ਼ਨ ਲੈਤੀ ਹੈ ਤੇ ਮੈਨੂੰ ਲੱਗਦਾ ਸਾਡੀ ਵੀ ਜਰਨੀ ਆਹੀ ਕੁਛ ਹੀ ਹੈ, ਤੁਣਕਾ ਤੁਣਕਾ ਹੀ ਚੱਲ ਰਿਹਾ ਸੀ। ਐਂਡ ਬਲੀਵ ਮੀ, ਮੈਨੂੰ ਲੱਗਦਾ ਜਿਹੜੇ ਇਸ ਵਾਰੀ ਕੈਂਡੀਡੇਟ ਕਈ ਸਿਲੈਕਟ ਹੋਏ ਨੇ, ਆਈ ਵੋਂਟ ਨੇਮ them, ਬਟ ਉਹਨਾਂ ਦਾ ਵੀ ਬਹੁਤ ਹੈ। ਜਦੋਂ ਹੁੰਦੀ ਹੈ ਸਿਲੈਕਸ਼ਨ, ਐਵਰੀਬਾਡੀ ਫੀਲਸ ਹੈਪੀ ਵੀ ਐਕਚੁਅਲ ਚ ਜਿਹੜਾ ਸਕਸੈਸ ਹਾਰਡ ਵਰਕ ਨੂੰ ਰਿਵਾਰਡ। ਹਾਂਜੀ ਹਾਂ, ਸੋ ਪੁਆਇੰਟ ਇਹ ਹੈ ਕਿ ਮੈਂ ਇਹ ਕਹਾਂਗਾ ਕਿ ਆਈ ਐਮ ਸੋ ਥੈਂਕਫੁਲ ਟੂ ਸੂਰਜ ਕੇ ਬਹੁਤ ਬਰੀਫਲੀ ਆਪਣੀ ਸਾਰੀ ਗੱਲ ਨੂੰ ਕਹਿਤਾ 2 ਮਿੰਟ ਦੇ ਵਿੱਚ, ਤਾਂ ਕਿ ਪਿਛਲੇ ਵਾਰੀ ਵੀ ਜਦੋਂ ਸੂਰਜ ਸੈਸ਼ਨ ਦੇ ਵਿੱਚ ਆਏ ਸੀ ਤਾਂ ਉਸ ਤੋਂ ਬਾਅਦ ਇਹ ਗੱਲ ਹੋਈ ਸੀ ਕਿ ਸਰ ਮੈਂ ਜ਼ਿਆਦਾ ਟਾਈਮ ਸਟੂਡੈਂਟਸ ਨੂੰ ਦੇਣਾ ਚਾਹੁੰਦਾ ਕਿ ਉਹਨਾਂ ਦੇ ਕੋਈ ਵੀ ਡਾਊਟਸ ਹੋਣ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ, ਕਿਉਂਕਿ ਮੈਨੂੰ ਪਤਾ ਕਿ ਮੈਨੂੰ ਜਿਹੜੇ ਚੈਲੰਜਸ ਆਏ ਹੈ, ਜਿਹੜੀਆਂ ਅਸੀਂ ਕੁਝ ਗਲਤੀਆਂ ਕਰਦੇ ਰਹੇ ਹਾਂ, ਮਿਸਟੇਕਸ ਹੁੰਦੀਆਂ ਰਹੀਆਂ, ਕਿ ਉਹ ਕੋਈ ਹੋਰ ਪਰਸਨ ਰਿਪੀਟ ਨਾ ਕਰੇ, ਟਾਈਮ ਸੇਵ ਹੋਵੇ ਉਹਦਾ, ਕਿਉਂਕਿ ਇਹ ਬੜੀ ਛੋਟੀ ਗੱਲ ਨਹੀਂ ਹੈਗੀ ਕਿ ਆਪਾਂ ਕਹਿਣਾ ਕਿ ਠੀਕ ਹੈ ਇਸ ਵਾਰੀ ਨਹੀਂ ਹੋਇਆ ਤੇ ਅਗਲੀ ਵਾਰੀ ਠੀਕ ਹੈ। ਹੌਸਲਾ ਦੇਣਾ ਬਹੁਤ ਵਧੀਆ ਗੱਲ ਹੈ, ਅਸੀਂ ਦਿੰਨੇ ਆ ਸਾਰੇ ਬੱਚੇ ਨੂੰ, ਕੋਈ ਗੱਲ ਨਹੀਂ ਇਸ ਵਾਰੀ ਨਹੀਂ ਹੋਇਆ ਤਾਂ ਨੈਕਸਟ ਟਾਈਮ। ਪਰ ਇੱਕ ਪੁਆਇੰਟ ਹੈ ਕਿ ਜੇ 1 ਸਾਲ ਤੁਸੀਂ ਲੇਟ ਹੋ ਗਏ ਨਾ, ਉਹਦੇ ਨਾਲ ਬਹੁਤ ਸਾਰਾ ਕੁਝ ਸਟੇਕ ਤੇ ਲੱਗ ਜਾਂਦਾ। ਪਿਛਲੇ ਵਾਰ ਜਿਵੇਂ ਇੱਕ ਸੈਸ਼ਨ ਦੇ ਵਿੱਚ ਇੱਕ ਸਟੂਡੈਂਟ ਆਈ ਸੀ ਤਾਂ ਉਹ ਕਹਿ ਰਹੀ ਸੀ ਕਿ ਮੇਰੀ ਏਜ ਹੋ ਗਈ ਹੈ, ਸਾਡੀ ਸੋਸਾਇਟੀ ਵਿੱਚ ਪੇਰੈਂਟਸ ਨੇ ਜਿਹੜੇ ਉਹ ਪ੍ਰੈਸ਼ਰਾਈਜ਼ ਕਰਦੇ ਆ ਮੈਰਿਜ ਦੇ ਲਈ, ਜਾਂ ਅਦਰਵਾਈਜ਼ ਤੁਹਾਡੀ ਜੋਬ ਸਰਵਿਸ ਦੇ ਵਿੱਚ ਵੀ ਤੁਹਾਡੀ ਸੀਨੀਅਰਿਟੀ ਹੈ, ਜਿਹੜੀ ਤੁਹਾਡੀ ਪ੍ਰਮੋਸ਼ਨ, ਉਹ ਕਾਫੀ ਕੁਝ ਜਿਹੜਾ ਉਹ ਕੰਪਰੋਮਾਈਜ਼ ਹੋ ਰਿਹਾ ਹੁੰਦਾ ਉਸ ਵੇਲੇ। ਤਾਂ ਬੈਟਰ ਹੁੰਦਾ ਹੈ ਕਿ ਅਸੀਂ ਹੋਰਾਂ ਦੀਆਂ ਗਲਤੀਆਂ ਤੋਂ, ਜਿਹੜੇ ਸਟੂਡੈਂਟ ਸਿਲੈਕਟ ਹੋਏ ਆ ਉਹਨਾਂ ਦੀਆਂ ਗਲਤੀਆਂ ਤੋਂ ਸਿੱਖ ਲਈਏ, ਉਹਨਾਂ ਦੀ ਜਰਨੀ ਤੋਂ ਸਿੱਖੀਏ ਤੇ ਆਪਣੀ ਜਿਹੜੀ ਜਰਨੀ ਹੈ ਉਹਨੂੰ ਸ਼ਾਰਟ ਵੀ ਕਰੀਏ ਥੋੜਾ ਜਿਹਾ ਤੇ ਉਹਨੂੰ ਔਖਾ ਵੀ ਬਣਾ ਕੇ। Sir, I think there is a network problem. हाँ जी, नेटवर्क की थोड़ी प्रॉब्लम आ रही है। आई थिंक सर नो प्रॉब्लम। ਆਪਾਂ ਜਿਹੜੀ ਵੀ ਤੁਹਾਡੀ ਕੋਈ ਕੁਐਰੀਜ਼ ਹੁੰਦੀ ਹੈ, ਯੂ ਕੈਨ ਆਲਵੇਸ ਟਾਈਪ ਇਨ ਦ ਚੈਟ ਬਾਕਸ, ਮੈਂ ਨਾਲ ਰੀਡ ਕਰਦਾ ਰਹਾਂਗਾ, ਵੀ ਵੁੱਡ ਐਡਰੈਸ them one by one। ਥੈਂਕ ਯੂ ਜੀ, ਕੰਗ੍ਰੈਚੁਲੇਸ਼ਨਸ। ਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਰਮਨ ਜੀ ਦਾ ਧੰਨਵਾਦ। अंजलि, हाउ शुड वी कवर एथिक्स पोर्शन और पंजाबी लिटरेचर ऑप्शन कितना हेल्प करता है एथिक्स में? एक्चुअली मैम एवरीथिंग इज डिफरेंट, बट पंजाबी लिटरेचर नाल एक होराइजन ब्रॉड हो जाता है, बिकॉज यू गेट टू नो अबाउट द रिलीजन ऑफ डिफरेंट religion and philosophy particularly, because in Punjabi literature we also read about Bulle Shah, Sheikh Farid, and also read about Nanak। ਸੋ ਉਹਦੇ ਨਾਲ ਕੀ ਆਪਣੀ ਇੱਕ ਰਿਲੀਜਨ, ਸਪਿਰਿਚੁਅਲਿਟੀ ਐਂਡ ਐਥਿਕਸ ਤਿੰਨਾਂ ਪ੍ਰਤੀ ਜਿਹੜੀ ਇਹ ਸੋਚ ਹੈ ਉਹ ਥੋੜੀ ਬ੍ਰੋਡਨ ਹੋ ਜਾਂਦੀ ਹੈ ਤੇ ਆਪਣੇ ਓਪੀਨੀਅਨ ਜਨਰੇਟ ਸਟਾਰਟ ਹੋ ਜਾਂਦੇ। ਐਥਿਕਸ ਦੇ ਵਿੱਚ ਕੀ ਪਾਰਟਿਕੂਲਰਲੀ 2 ਚੀਜ਼ਾਂ ਚਾਹੀਦੀਆਂ। ਫਰਸਟਲੀ ਯੂ ਮਸਟ ਕਵਰ ਦ ਸਿਲੇਬਸ, ਜਿਹੜੇ ਨਾਰਮਲ ਕੁਐਸਚਨਸ ਆਉਂਦੇ ਆ, ਰੂਡੀਮੈਂਟਰੀ ਕੁਐਸਚਨਸ ਨੇ, ਲਾਈਕ ਵਰਕ ਕਲਚਰ ਹੈ, ਵਰਕ ਕਲਚਰ ਦਾ ਐਥਿਕਸ ਤੇ ਕੀ ਇੰਪੈਕਟ ਪੈਂਦਾ ਹੈ। ਇੱਕ ਪਬਲਿਕ ਐਡਮਿਨਿਸਟ੍ਰੇਟਰ ਜਾਂ ਸਿਵਲ ਸਰਵੈਂਟ ਨੂੰ ਆਪਣੇ ਵਰਕ ਕਲਚਰ, ਆਰਗੇਨਾਈਜੇਸ਼ਨ ਦੇ ਵਰਕ ਕਲਚਰ ਨੂੰ ਇੰਪਰੂਵ ਕਰਨਾ ਕਿਵੇਂ ਚਾਹੀਦਾ, ਉਹ ਕੁਝ ਕੁਐਸਚਨ ਪ੍ਰੈਕਟੀਕਲ ਆਣਗੇ, ਕੁਝ ਥਿਓਰੈਟੀਕਲ ਆਣਗੇ। ਆਪਣੀ ਜਨਰਲ ਟੈਂਡੈਂਸੀ ਹੁੰਦੀ ਆ ਆਪਾਂ ਥਿਓਰੈਟੀਕਲ ਪੋਰਸ਼ਨ ਕਵਰ ਕਰ ਲੈਂਦੇ ਆ, ਬਟ ਉਹਨੂੰ ਐਜ਼ ਅ ਪ੍ਰੈਕਟੀਕਲ ਸਿਵਲ ਸਰਵੈਂਟ ਆਪਾਂ ਅੰਡਰਸਟੈਂਡ ਨਹੀਂ ਕਰਦੇ। ਤਾਂ ਆਈ ਥਿੰਕ ਐਥਿਕਸ ਦੀ ਸਭ ਤੋਂ ਵਧੀਆ ਤਿਆਰੀ ਇਹੀ ਹੈ ਵੀ ਆਪਾਂ ਆਪਣੇ ਆਪ ਨੂੰ ਕੁਐਸਚਨਸ ਪੁੱਛੀਏ ਫਰੋਮ ਦਾ ਪਰਸਪੈਕਟਿਵ ਆਫ ਅ ਬਿਊਰੋਕਰੇਟ। ਆਪਾਂ ਆਪਣੇ ਆਪ ਨੂੰ ਸਿਸਟਮ ਦੇ ਅੰਦਰ ਰੱਖ ਕੇ ਸੋਚੀਏ ਵੀ ਐਥਿਕਸ ਦੇ ਵਿੱਚ ਐਟੀਟਿਊਡ ਦਾ ਕੀ ਰੈਲੀਵੈਂਸ ਹੈ। ਬੀਇੰਗ ਐਨ ਐਡਮਿਨਿਸਟ੍ਰੇਟਰ, ਬੀਇੰਗ ਐਸਡੀਐਮ ਫॉर एग्जांपल,
ਕਿਤੇ ਲਾ ਐਂਡ ਆਰਡਰ ਸਿਚੁਏਸ਼ਨ ਕ੍ਰੀਏਟ ਹੋ ਰਹੀ ਹੈ, ਕਿਤੇ ਧਰਨਾ ਲੱਗ ਰਿਹਾ ਹੈ, ਜਾਂ ਕੋਈ ਡਿਜ਼ਾਸਟਰ ਮੈਨੇਜਮੈਂਟ ਵਾਲੀ ਸਿਚੁਏਸ਼ਨ ਕ੍ਰੀਏਟ ਹੋ ਰਹੀ ਹੈ, ਕੋਵਿਡ ਸਿਨਾਰੀਓ ਹੀ ਹੈ, ਤਾਂ ਉਹਦੇ ਵਿੱਚ ਕੀ ਹੈ, ਕਿਸੇ ਪਾਰਟੀ ਨੂੰ ਕਨਵਿੰਸ ਕਰਨ ਵਾਸਤੇ ਆਪਾਂ ਨੂੰ ਇਮੋਸ਼ਨਲ ਇੰਟੈਲੀਜੈਂਸ ਚਾਹੀਦੀ ਹੈ, ਜਾਂ ਰਿਲੇਸ਼ਨਸ਼ਿਪ ਨੂੰ ਐਸਟੈਬਲਿਸ਼ ਕਰਨ ਵਿੱਚ, ਜਾਂ ਰਿਲੇਸ਼ਨਸ਼ਿਪ ਦੇ ਡੀਗ੍ਰੇਡ ਹੁੰਦੇ ਸਿਨਾਰੀਓ ਨੂੰ ਕੰਟਰੋਲ ਕਰਨ ਵਿੱਚ ਆਪਾਂ ਨੂੰ ਇਮੋਸ਼ਨਲ ਇੰਟੈਲੀਜੈਂਸ ਪਲੱਸ ਆਪਣਾ ਫੇਵਰੇਬਲ ਐਟੀਟਿਊਡ, positive attitude, optimism, everything is required. I think ethics ਨੂੰ study ਜ਼ਰੂਰ ਕਰਨਾ, but from the perspective of a bureaucrat. That would fetch you more marks, and moreover answer writing ਤਾਂ ਜ਼ਰੂਰੀ ਹੈ. Case studies especially brings you more marks in the ethics paper. And there are different sources. I think Satinder sir would guide you accordingly. But if you believe me, I think I would share the links with you. Be kede main sources. You could use them as reference material for the ethics paper. आवाज आ रही है जी सारे को? हाँ जी सर। हाँ जी, till now okay, congratulations. So what motivates you? Okay, sir, how to be consistent? And these are questions. Mohit ji ne puchha, sir, how to be consistent? I think consistency ਉਦੋਂ ਆਉਂਦੀ ਹੈ ਜਦੋਂ ਆਪਣੇ internal motivation ਹੁੰਦਾ ਵੀ ਮੈਂ ਇਹ ਕਰ ਸਕਦਾ, ਤੇ ਇਹ ਉਦੋਂ ਆਊਗੀ ਜਦੋਂ ਤੁਸੀਂ ਐਕਚੁਅਲ ਤੇ ਟੈਸਟ ਕਲੀਅਰ ਕਰੋ, ਟੈਸਟ 'ਚ ਅਪੀਅਰ ਹੋਵੋਗੇ, ਆਪਣੀ ਅਸੈਸਮੈਂਟ ਕਰੋਗੇ, ਜਾਂ ਮੌਕ ਟੈਸਟ ਦੇ ਵਿੱਚ ਅਪੀਅਰ ਹੋਵੋਗੇ, ਜਾਂ ਤੁਹਾਡਾ ਗਾਈਡ ਤੁਹਾਨੂੰ ਗਾਈਡ ਕਰੂਗਾ ਵੀ ਤੁਸੀਂ ਸਹੀ ਟਰੈਕ ਤੇ ਚੱਲ ਰਹੇ ਹੋ ਜਾਂ ਰੋਂਗ ਟਰੈਕ ਤੇ ਚੱਲ ਰਹੇ ਹੋ। ਠੀਕ ਹੈ ਜੀ, ਜਦੋਂ ਸੈਲਫ ਅਸੈਸਮੈਂਟ ਜਾਂ ਐਕਸਟਰਨਲ ਅਸੈਸਮੈਂਟ ਹੋਣੀ ਸਟਾਰਟ ਹੋ ਜਾਊਗੀ, ਤੁਹਾਡਾ ਆਪਣੇ ਆਪ ਹੀ ਮੋਟੀਵੇਸ਼ਨ ਤੇ ਬੜਾ ਇਨਕਰੀਜ਼ ਹੁੰਦਾ ਜਾਊਗਾ। ਐਂਡ ਬਲੀਵ ਮੀ, UPSC ਔਰ PCS ਦੀ ਜਰਨੀ ਦੇ ਵਿੱਚ, ਸਟੱਡੀ ਦੇ ਵਿੱਚ ਕੰਸਿਸਟੈਂਸੀ ਇਜ਼ ਦਾ ਕੀ। ਜੇ ਆਪਾਂ ਰੋਜ਼ ਉੱਠ ਕੇ ਪੜਾਂਗੇ, ਨਿਊਜ਼ਪੇਪਰ ਪੜਾਂਗੇ, ਉਹਨੂੰ ਨਿਚੋੜ ਕੱਢਾਂਗੇ, ਆਪਣੇ ਸੈਲਫ ਨੋਟਸ ਬਣਾਵਾਂਗੇ, ਐਂਡ ਪ੍ਰੀਵੀਅਸ ਈਅਰ ਆਨਸਰ ਰਾਈਟਿੰਗ ਵਿਦ ਕੁਐਸਚਨਸ ਦੇਖ ਕੇ ਆਨਸਰ ਰਾਈਟਿੰਗ ਕਰਾਂਗੇ, ਉਹਨੂੰ ਚੈੱਕ ਕਰਾਵਾਂਗੇ, ਤਾਂ ਉਹਦੇ ਨਾਲ ਕੀ ਹੈ ਕਿ ਕੰਸਿਸਟੈਂਟਲੀ ਆਪਣੀ ਪ੍ਰੋਗਰੈਸ ਹੁੰਦੀ ਰਹੇ। ਤੇ ਜਿਹੜੀ ਲੌਂਗ ਟਰਮ ਦੇ ਵਿੱਚ ਇਹ ਪ੍ਰੋਗਰੈਸ ਹੁੰਦੀ ਹੈ, ਅਲਟੀਮੇਟਲੀ ਦੈਟ ਲੀਡਸ ਟੂ ਹਾਈ ਸਕੋਰ ਇਨ ਐਗਜ਼ਾਮੀਨੇਸ਼ਨ, ਤੇ ਸਕਸੈਸ ਉਸ ਤੇ ਡਿਪੈਂਡੈਂਟ ਹੁੰਦੀ ਹੈ। And what motivates you? I think this thrill of challenge, I think that motivates me a lot. If somebody says that I cannot do it, then I make it a habit that I put extra effort to clear that hurdle. बाकी self motivation भी है। BTech ਤੋਂ ਬਾਅਦ ਮੇਰਾ aim ਹੀ ਇਹੀ ਸੀਗਾ। I thought about it of MTech, but I realized that district administration या अपना civil services provides you broader opportunity and to serve the people and do direct impactful work in the society. So I think that dream and that ambition motivated me a lot throughout this journey. Till now you have taken coaching for general studies. देखो teacher ਤਾਂ ਰੱਖਣਾ ਪੈਂਦਾ ਕੋਈ ਨਾ ਕੋਈ, ਤੇ just because I had a BTech background, I was not familiar with the art subjects. If you're familiar, you need not do coaching. You must have sufficient quality of material. ਤੁਸੀਂ ਸੈਲਫ ਸਟੱਡੀ ਕਰਨਾ ਚਾਹੁੰਦੇ ਤਾਂ ਵੀ ਠੀਕ ਹੈ, ਬਟ ਆਈ ਥਿੰਕ ਆਨਸਰ ਰਾਈਟਿੰਗ ਵਾਸਤੇ ਤੁਹਾਨੂੰ ਕੋਰਸ ਦੀ ਲੋੜ ਬਹੁਤ ਜ਼ਿਆਦਾ ਪੈਂਦੀ ਹੈ, ਤੇ ਟੀਚਰ ਦੀ ਲੋੜ ਤਾਂ ਹੁੰਦੀ ਹੈ। ਕਹਿੰਦੇ ਆ ਗਿਆਨ ਦਾ ਬਦਾ ਮਨ ਰਹੇ, ਗੁਰੂ ਬਿਨ ਗਿਆਨ ਨਾ ਹੋਏ। ਆਈ ਥਿੰਕ ਗਿਆਨ ਦੇ ਵਾਸਤੇ ਗੁਰੂ ਦੀ ਲੋੜ ਤਾਂ ਹੁੰਦੀ ਹੈ। ਸਕੂਲ ਦੇ ਵਿੱਚ ਵੀ ਆਪਣੇ ਕੋਲ ਟੀਚਰਸ ਹੁੰਦੇ ਆ, BTech ਦੇ ਵਿੱਚ ਵੀ, ਆਪਣਾ ਗ੍ਰੈਜੂਏਸ਼ਨ ਦੌਰਾਨ ਵੀ ਟੀਚਰਸ ਹੁੰਦੇ ਆ, ਤਾਂ ਇਹ ਜਿਹੜੀ ਸਭ ਤੋਂ ਪੜ੍ਹਾਈ ਵਾਲੀ ਚੀਜ਼ ਹੈ, ਇਸ ਦੌਰਾਨ ਵੀ ਟੀਚਰਸ ਦੀ ਲੋੜ ਹੁੰਦੀ ਹੈ। ਚਾਹੇ ਤੁਸੀਂ ਉਹਨੂੰ ਕੋਚਿੰਗ ਕਹੋ, ਚਾਹੇ ਕੋਈ ਸਿਲੈਕਟਡ ਕੈਂਡੀਡੇਟ ਦੀ ਗਾਈਡੈਂਸ ਕਹੋ, ਚਾਹੇ ਕਿਸੇ ਹੋਰ ਤਰੀਕੇ ਨਾਲ ਕਹੋ, ਸੈਲਫ ਸਟੱਡੀ ਤਾਂ ਜ਼ਰੂਰੀ। ਕੋਚਿੰਗ ਤੁਹਾਡਾ ਇੱਕ ਬੇਸਿਕ ਫੈਮਿਲੀਅਰਾਈਜ਼ ਕਰ ਦਿੰਦੀ ਹੈ ਸਬਜੈਕਟ ਤੇ ਸਿਲੇਬਸ ਨਾਲ। ਜਦੋਂ ਇੱਕ ਵਾਰੀ ਤੁਹਾਡਾ ਸਿਲੇਬਸ ਕਵਰ ਹੋ ਜਾਂਦਾ, ਆਈ ਥਿੰਕ ਦੇਅਰ ਆਫਟਰ ਯੂ ਨੀਡ ਟੂ ਥਿੰਗਸ। ਫਰਸਟਲੀ ਸੈਲਫ ਸਟੱਡੀ ਟੂ ਕਵਰ ਈਚ ਐਂਡ ਐਵਰੀ ਟੌਪਿਕ ਐਂਡ ਇੰਟਰਲੇਟ ਇਟ ਵਿਦ ਦ ਕਰੰਟ ਅਫੇਅਰਸ। ਸੈਕੰਡਲੀ ਆਈ ਥਿੰਕ ਤੁਹਾਨੂੰ ਐਕਸਟਰਨਲ ਅਸੈਸਮੈਂਟ ਦੀ ਲੋੜ ਪੈਂਦੀ ਹੈ, ਕਿਉਂਕਿ ਆਪਾਂ ਕਈ ਵਾਰ ਆਪਣੇ ਆਪ ਨੂੰ ਅਸੈਸ, ਆਪਣੀ ਪਰਫਾਰਮੈਂਸ ਨੂੰ ਅਸੈਸ ਨਹੀਂ ਕਰ ਪਾਉਂਦੇ। ਤਾਂ ਉਹਦੇ ਵਿੱਚ ਕੀ ਹੈ, ਟੈਸਟ ਸੀਰੀਜ਼ ਹੈਲਪ ਯੂ ਅਲੋਟ। ਚਾਹੇ ਉਹ ਪ੍ਰੀਲੀਮ ਵਾਸਤੇ ਟੈਸਟ ਸੀਰੀਜ਼ ਹੈ, ਤੁਹਾਨੂੰ ਪਤਾ ਲੱਗੇ ਵੀ ਕੰਪੀਟੀਟਿਵ ਸਿਨਾਰੀਓ ਦੇ ਵਿੱਚ ਤੁਸੀਂ ਕਿੱਥੇ ਕੰਪੀਟ ਕਰਦੇ ਹੋ ਐਸ ਕੰਪੇਅਰ ਟੂ ਅਦਰ ਕੈਂਡੀਡੇਟਸ। ਸੈਕੰਡਲੀ ਜਦੋਂ ਮੇਨਸ ਦੇ ਵਿੱਚ ਹੁੰਦਾ, ਤਾਂ ਤੁਹਾਡੀ ਕਈ ਵਾਰ ਕੀ ਹੁੰਦਾ, ਆਨਸਰ ਰਾਈਟਿੰਗ ਦੇ ਵਿੱਚ ਕੁਝ ਫਲॉज ਹੁੰਦੇ ਆ, ਤੇ ਜਿਹੜਾ ਕੋਈ ਐਕਸਟਰਨਲ ਅਸੈਸਮੈਂਟ ਕਰਨ ਵਾਲਾ ਹੁੰਦਾ ਹੈ, ਚਾਹੇ ਉਹਨੂੰ ਤੁਸੀਂ ਟੀਚਰ ਕਹਿ ਲਓ, ਚਾਹੇ ਕੋਚਿੰਗ ਇੰਸਟੀਟਿਊਟ ਕਹਿ ਲਓ, they can point that out and help you improve your score immediately. External assessment ਤਾਂ ਬਹੁਤ ਜ਼ਰੂਰੀ ਹੈ, ਇੱਕ especially in the main subject. ਮੇਨਸ ਦੇ ਵਿੱਚ ਕੀ ਹੈ, ਜੋ ਤੁਸੀਂ ਲਿਖੋਗੇ ਤਾਂ ਹੀ ਨੰਬਰ ਆਉਣ। ਨੌਲੇਜ ਭਾਵੇਂ ਤੁਹਾਨੂੰ ਹਰ ਇੱਕ ਜਹਾਨ ਦੀ ਹੋਵੇ, ਤੁਸੀਂ ਪੜ੍ਹਿਆ ਬਹੁਤ ਕੁਛ ਹੋਵੇ, ਜੇ ਤੁਸੀਂ ਆਨਸਰ ਰਾਈਟਿੰਗ ਵਧੀਆ ਨਹੀਂ ਕਰੋਗੇ ਤਾਂ ਤੁਹਾਡੇ ਨੰਬਰ ਨਹੀਂ ਆਉਣਗੇ। ਆਨਸਰ ਰਾਈਟਿੰਗ ਤਾਂ ਹੀ ਵਧੀਆ ਹੋਊਗੀ ਜੇ ਤੁਸੀਂ ਉਹ
ਆਪਣੇ ਸਕਿੱਲ ਨੂੰ ਡਿਵੈਲਪ ਕਰਦੇ ਹੋ, ਕਿਉਂਕਿ ਰਾਈਟਿੰਗ ਸਕਿੱਲ ਆਂਦਾ ਸਲੋ ਹੈ ਬਟ ਜਦੋਂ ਆਂਦਾ ਫਿਰ ਜਾਂਦਾ ਨਹੀਂ। You are audible. Good evening, sir. ਹਾਂਜੀ May I ਬੋਲੋ ਜੀ। ask you a question? Sir, मैं पूछना ਸੀ मतलब कि जिस तरह starting ਕਿਵੇਂ ਕਰਨੀ ਚਾਹੀਦੀ ਜਾਂ coaching ਤੋਂ start ਕਰਨਾ ਚਾਹੀਦਾ? ਕਿਵੇਂ ਕਹਿ ਰਹੇ ਹੋ? ਸਰ ਸਟਾਰਟਿੰਗ ਕਰਨੀ ਹੈ PCS ਦੀ ਪ੍ਰੈਪਰੇਸ਼ਨ ਦੀ, ਮਤਲਬ ਕਿਸ ਤਰ੍ਹਾਂ ਸ਼ੁਰੂ ਕਰਨੀ ਚਾਹੀਦੀ ਹੈ? ਤੁਸੀਂ ਕਰੰਟਲੀ ਸਟੱਡੀ ਕਰ ਰਹੇ ਹੋ, ਆਪਣਾ ਗ੍ਰੈਜੂਏਸ਼ਨ ਚੱਲ ਰਹੀ ਹੈ ਤੁਹਾਡੀ? ਹਾਂਜੀ ਸਰ, ਹਾਂਜੀ ਸਰ, ਮੇਰੀ ਉਦੋਂ ਵੀ ਗੱਲ ਹੋਈ ਗੁਰਸਿਮਰਤ ਮੈਮ ਨਾਲ ਵੀ, ਮੈਂ ਕੀਤੀ ਹੋਈ ਗੱਲ ਸਰ ਮੇਰੀ ਰਾਈਟ ਨਾਓ ਤੁਸੀਂ ਸਟੱਡੀ ਮਤਲਬ ਗ੍ਰੈਜੂਏਸ਼ਨ ਦੇ ਵਿੱਚੋਂ ਕਿ ਗ੍ਰੈਜੂਏਸ਼ਨ ਕੰਪਲੀਟ ਹੋ ਚੁੱਕੀ ਹੈ? ਉਸ ਹਿਸਾਬ ਨਾਲ ਥਰਡ ਈਅਰ ਸਟਾਰਟ ਹੋਣ ਵਾਲਾ। ਅੱਛਾ, ਥਰਡ ਈਅਰ ਬੀਕਾਮ ਦਾ? ਹਾਂਜੀ ਸਰ, ਹਾਂਜੀ ਤੁਸੀਂ ਐਂ ਕਰੋ, ਇਸ ਸਾਲ ਤੁਸੀਂ ਸਟੱਡੀ ਕਰ ਸਕਦੇ ਹੋ, ਦੇਰ ਆਫਟਰ 1 ਈਅਰ ਤੁਸੀਂ ਇਸ ਦੌਰਾਨ ਤੁਸੀਂ ਸਤਿੰਦਰ ਸਰ ਦੀ ਗਾਈਡੈਂਸ ਜਿਵੇਂ ਹੁੰਦੀ ਹੈ, ਜਿਵੇਂ ਕਹਿੰਦੇ ਆ ਉਵੇਂ ਤੁਸੀਂ ਕਰ ਸਕਦੇ ਹੋ। ਉਹਦੇ ਨਾਲ ਕੀ ਹੁੰਦਾ, ਤੁਹਾਡਾ ਜਿਹੜੇ ਸਟੱਡੀ ਜਾਂ ਸੈਲਫ ਸਟੱਡੀ ਦੀ ਡਾਇਰੈਕਸ਼ਨ ਹੈ ਦੈਟ ਵੁੱਡ ਗੋ ਇਨ ਅ ਪੋਜ਼ਿਟਿਵ ਡਾਇਰੈਕਸ਼ਨ, ਮਤਲਬ ਤੁਹਾਨੂੰ ਉਹਦਾ ਬੈਨੀਫਿਟ ਹੋਊਗਾ। once you get familiarized with the subject, ਇਸ ਸਾਲ ਦੇ ਵਿੱਚ ਤੁਸੀਂ NCERT ਆਪਣੀ ਕਵਰ ਕਰ ਸਕਦੇ ਹੋ, you have a very good opportunity. Thereafter, once you join any coaching institute or any external source of information, ਕੋਈ ਵੀ ਹੋਵੇ, ਤੇ ਉਹ ਤੁਹਾਨੂੰ ਫਿਰ ਇੱਕ ਤਰ੍ਹਾਂ ਤਰਾਸ਼ ਸਕਦੇ ਆ, ਕਿਉਂਕਿ ਪਹਿਲੇ ਤੁਹਾਨੂੰ ਕੁਝ ਫੈਮਿਲੀਅਰਿਟੀ ਹੋਊਗੀ ਤਾਂ ਤੁਸੀਂ ਜਲਦੀ ਕੈਚ ਅਪ ਕਰ ਪਾਓ। Otherwise, it takes so much time for a new fresh candidate to grasp each and every subject in the general studies paper, especially the option paper. ਤਾਂ ਹੁਣ ਤੋਂ ਤਿਆਰੀ ਕਰੋਗੇ ਤਾਂ ਵਧੀਆ opportunity ਹੈ। I also started my journey in the last year, though I was not fortunate enough to have good teachers at that time. So I recommend you to select them wisely, and I think Satinder sir ਵਧੀਆ teacher ਨੇ, you can always ask him and he is always ready to help. ਸਰ ਮਤਲਬ ਜੇ ਸਰ ਦੀ ਪੰਜਾਬੀ ਲਈ ਕੋਚਿੰਗ ਮਤਲਬ ਸ਼ੁਰੂ ਕਰ ਲਈਏ ਤੇ ਫਿਰ ਹੋਰ ਕੋਚਿੰਗ ਲੈਣ ਦੀ ਕੋਈ ਲੋੜ ਨਹੀਂ ਹੈ ਕਿ ਸਰ ਗਾਈਡ ਕਰ ਦੇਣਗੇ ਮੇਨਸ ਬਾਕੀ ਜਿਹੜੇ GS ਦੇ ਪੇਪਰ ਹੈਗੇ? ਦੇਖੋ GS ਦੇ ਪੇਪਰ ਹੁਣ ਮੈਂ ਸਰ ਤੋਂ ਲਿੱਤੀ ਸੀ ਪੰਜਾਬੀ ਲਿਟਰੇਚਰ ਦੀ ਕੋਚਿੰਗ, ਠੀਕ ਹੈ ਜੀ, ਤੇ ਬਾਕੀ ਸਰ ਨੇ ਮੈਨੂੰ ਐਸੇ ਤੇ GS ਦੇ ਵੀ ਚੈੱਕ ਕੀਤੇ ਸੀ ਸਰ ਨੇ ਕੁਝ, ਤੇ ਕੋਚਿੰਗ ਤਾਂ ਸਰ ਦੱਸਣਗੇ ਵੀ ਇਫ ਦੇ ਹੈਵ ਐਨੀ ਮੋਡਿਊਲ। ਬਾਕੀ ਜਿਹੜਾ ਹੈਗਾ ਲਿਟਰੇਚਰ ਦਾ ਸਰ ਇਜ਼ ਅ ਕੰਪੀਟੈਂਟ ਅਥਾਰਟੀ ਟੂ ਟੀਚ ਯੂ ਦੋਜ਼ ਸਬਜੈਕਟ, and if you are appearing in UPSC examination, then you must have a strong option, and if you work on that from this time only, and you would have a grasp over your optional. The optional which if you get more than 300 marks, then there is a short selection, and below 250 marks you have decent marks, but that may fetch you an interview if you have very good score in the general studies, but you won't get any selection. So I recommend to you that you choose your option wisely. ਪੰਜਾਬੀ ਲਿਟਰੇਚਰ ਉਹਦੇ ਵਿੱਚ ਕੀ ਹੈ, ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਮਟੀਰੀਅਲ ਨੂੰ ਜਲਦੀ ਅੰਡਰਸਟੈਂਡ ਕਰ ਸਕਦੇ, ਤੇ ਉਹਦੇ ਵਿੱਚ ਆਨਸਰ ਰਾਈਟਿੰਗ ਇਜ਼ ਈਜ਼ੀ ਕਿਉਂਕਿ ਆਪਣੀ ਮਾਤ ਭਾਸ਼ਾ। ਬਾਕੀ ਆਪਣੇ ਕੋਲ ਰੈਡੀਲੀ ਅਵੇਲੇਬਲ ਟੀਚਰਸ ਨੇ, ਦੋਜ਼ ਹੂ ਕੈਨ ਗਾਈਡ ਅਸ ਫਰਮ ਟਾਈਮ ਟੂ ਟਾਈਮ। ਤੇ ਸਰ ਜਿਹੜੇ ਮਤਲਬ ਕੋਚਿੰਗ ਇੰਸਟੀਟਿਊਟ ਕੋਈ ਵੀ ਜੁਆਇਨ ਕਰ ਸਕਦੇ ਹੈ, ਮੈਟਰ ਨਹੀਂ ਕਰਦਾ ਮਤਲਬ ਕਿਹੜਾ ਜੁਆਇਨ ਕਰਨਾ, ਜਾਂ ਵਧੀਆ ਜਾਂ ਘਟੀਆ? ਦੇਖੋ ਕੋਚਿੰਗ ਦਾ ਐਕਚੁਅਲੀ ਰੋਲਾ ਕੀ ਹੈ, ਕੋਚਿੰਗ ਇੰਸਟੀਟਿਊਟ ਹੋ ਬਹੁਤ ਜ਼ਿਆਦਾ ਨੇ, ਪਰ ਉਹ ਕੀ ਹੈ ਬੱਚੇ ਇਕੱਲੇ ਕੋਚਿੰਗ ਨੂੰ ਹੀ ਸਾਰਾ ਕੁਝ ਮੰਨਦੇ ਨੇ। ਕੋਚਿੰਗ ਕੋਈ ਵੀ ਤੁਸੀਂ ਜਿਹੜਾ ਵੀ ਕੋਈ ਜੁਆਇਨ ਕਰਦੇ ਹੋ, ਬਸ ਉਹ ਕੋਚਿੰਗ ਇੰਸਟੀਟਿਊਟ ਤੁਹਾਡਾ ਇੱਕ ਸਿਲੇਬਸ ਕਵਰ ਕਰਾਉਣਾ ਚਾਹੀਦਾ ਹੁੰਦਾ, ਤੇ ਤੁਹਾਨੂੰ ਜੇ ਤੁਹਾਡੀ ਕੋਈ ਕੁਐਰੀਜ਼ ਬਹੁਤ ਜ਼ਿਆਦਾ ਹੋਣਗੀਆਂ, ਕਿਉਂਕਿ ਜਨਰਲ ਸਟੱਡੀਜ਼ ਆਪਾਂ ਪਹਿਲੇ ਕਦੀ ਪੜ੍ਹਿਆ ਨਹੀਂ, ਤਾਂ ਤੁਹਾਡੀ ਕੁਐਰੀ ਸੋਲਵ ਕਰਦੇ ਹੋ। ਜਿਹੜੇ ਜਗ੍ਹਾ ਤੁਹਾਨੂੰ 1-to-1 ਟੀਚਰ ਨਾਲ ਇੰਟਰੈਕਸ਼ਨ ਦਾ ਮੌਕਾ ਮਿਲਦਾ, ਤੁਹਾਨੂੰ ਉੱਥੇ ਜੁਆਇਨ ਕਰਨਾ ਚਾਹੀਦਾ, ਮੈਂ ਤਾਂ ਇਹੀ ਬਲੀਵ ਕਰਦਾ। ਬਾਕੀ ਸਿਲੇਬਸ ਸਾਰੇ ਕਵਰ ਕਰਾਉਂਦੇ ਆ, ਨੋ ਡਾਊਟ। ਉਸ ਤੋਂ ਬਾਅਦ ਜਿੰਨੇ ਵੀ ਬੱਚੇ ਨੇ ਕੋਈ ਅਲੱਗ-ਅਲੱਗ ਕਿਤੋਂ ਜੁਆਇਨ ਕਰ ਰਹੇ, ਕਈ ਬਲੀਵ ਵੀ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਨੇ ਕੋਈ ਕੋਚਿੰਗ ਨਹੀਂ, ਸਿਰਫ ਸੈਲਫ ਸਟੱਡੀਜ਼ ਦੇ ਬੇਸਿਸ ਤੇ ਕੱਢਿਆ ਹੈਗਾ। ਬਟ ਇਹ ਹੈ ਵੀ ਤੁਹਾਡੀ ਐਫਰਟ ਕਿੰਨਾ ਹੈਗਾ, ਤੁਹਾਡੇ ਕੋਲ ਰਾਈਟ ਮਟੀਰੀਅਲ ਹੈ ਕਿ, ਠੀਕ ਹੈ ਜੀ, ਤੇ ਤੁਸੀਂ ਸਟਾਰਟ ਕਰ ਸਕਦੇ ਹੋ। ਵਾਂਸ ਯੂ ਗੋ ਥਰੂ ਆਲ ਦਾ NCERTs, ਯੂ ਵੁੱਡ ਰਿਅਲਾਈਜ਼ ਕਿ GS ਇਜ਼ ਅ ਵਾਸਟ ਓਸ਼ਨ। ਤਾਂ ਤੁਹਾਨੂੰ ਥੋੜੀ ਜਿਹੀ ਨਾ ਇਸ ਜਨਰਲ ਸਟੱਡੀਜ਼ ਦੇ ਵਿੱਚ ਨਾ ਸਮਾਰਟ ਸਟੱਡੀ ਕਰਨ ਦੀ ਲੋੜ ਹੁੰਦੀ ਹੈ ਜ਼ਿਆਦਾ ਨੰਬਰ ਲੈਣ ਵਾਸਤੇ। ਸੈਲਫ ਸਟੱਡੀ ਦੇ ਵਿੱਚ ਪਿਟਫਾਲ ਕੀ ਆ, ਆਪਾਂ ਹਰੇਕ ਚੀਜ਼ ਜਿਹੜੀ ਨੈਟ ਤੇ ਆਉਂਦੀ ਆ ਆਪਾਂ ਨੂੰ ਪੜ੍ਹਨਾ ਸਟਾਰਟ ਕਰ ਦਿੰਦੇ ਆ, ਆਪਾਂ ਨੂੰ ਇਹ ਨਹੀਂ ਪਤਾ ਕਿ ਉਹਦਾ ਕੰਮ ਆਉਣਾ ਕਿ ਨਹੀਂ ਆਉਣਾ, ਜੇ ਪੜ੍ਹ ਵੀ ਲਿਆ ਤਾਂ ਉਹਨੂੰ ਯੂਜ਼ ਕਿਵੇਂ ਕਰਨਾ ਆਨਸਰਾਂ ਦੇ ਵਿੱਚ। ਜਿਹੜਾ ਇੱਕ ਵਧੀਆ ਟੀਚਰ ਜੇ ਕੋਈ ਹੋਊਗਾ ਨਾ, ਤੁਹਾਨੂੰ ਜਿਹੜੀ ਇਨਫੋਰਮੇਸ਼ਨ ਰੈਲੀਵੈਂਟ ਹੈ ਸਿਰਫ ਉਹੀ ਪੜਾਊਗਾ ਤੇ ਉਸੇ ਨੂੰ ਯੂਟੀਲਾਈਜ਼ ਕਰਨਾ ਸਿਖਾਊਗਾ, ਤਾਂ ਕਿ ਤੁਸੀਂ ਘੱਟ ਨੌਲੇਜ ਦੇ ਵਿੱਚ ਵੀ ਜ਼ਿਆਦਾ ਨੰਬਰ ਲੈ ਸਕੋ।
ਬਾਕੀ ਪੜਨ ਨੂੰ हाँ ਤਾਂ जी ਸਾਰੀ सर। ਉਮਰ ਹੈ। ਆਈ ਥਿੰਕ देयर आर मैनी कैंडिडेट्स हु हैव मोर नॉलेज देन फर्स्ट रैंकर। ठीक है जी, पीसीएस ਦੇ ਫਸਟ ਰੈਂਕਰ ਨਹੀਂ ਕਹਿ ਰਿਹਾ ਮੈਂ, ਜਨਰਲੀ ਕੋਈ ਵੀ ਰੈਂਕ, ਕੋਈ ਵੀ ਸਿਲੈਕਟਡ ਕੈਂਡੀਡੇਟ ਸੇ ਕਹਿ ਰਿਹਾ। ਬਟ ਕਈ ਵਾਰ ਕੀ ਹੁੰਦਾ, ਉਹਨਾਂ ਨੂੰ ਨੌਲੇਜ ਜ਼ਿਆਦਾ ਹੁੰਦੀ ਹੈ ਬਟ ਉਹ ਪੇਪਰ ਦੇ ਵਿੱਚ ਉਤਾਰ ਨਹੀਂ ਪਾਉਂਦੇ ਕਿਉਂਕਿ ਰਾਈਟਿੰਗ ਸਕਿੱਲਸ ਨਹੀਂ ਹੁੰਦਾ ਉਹਨਾਂ ਨੂੰ, ਤਾਂ ਕਰਕੇ ਉਹ ਵਿਚਾਰੇ ਬਾਹਰ ਰਹਿ ਜਾਂਦੇ ਨੇ। ਤਾਂ ਆਪਾਂ ਉਹ ਜਿਹਾ ਨਹੀਂ ਪੜ੍ਹਨਾ, ਆਪਾਂ ਇਕੱਲੀ ਨੌਲੇਜ ਐਕਵਾਇਰ ਕਰਨ ਵਾਸਤੇ ਨਹੀਂ ਪੜ੍ਹਨਾ, ਆਪਾਂ ਪੜ੍ਹਨਾ ਸਿਰਫ ਪੇਪਰ ਕਲੀਅਰ ਕਰਨ ਵਾਸਤੇ, ਨੌਲੇਜ ਵਾਸਤੇ ਸਾਰੀ ਉਮਰ ਪਈ ਹੈ। ਠੀਕ ਹੈ ਜੀ, ਉਸ ਤੋਂ ਬਾਅਦ हाँ जी ਆਪਾਂ सर। ਰੀਡ ਕਰ ਸਕਦੇ ਹਾਂ ਨਿਊਜ਼, ਕੋਈ ਵੀ ਆਪਣਾ ਮੈਗਜ਼ੀਨਸ ਰੀਡ ਕਰੋ, ਚਾਹੇ ਤੁਸੀਂ ਬੁੱਕਸ ਪੜ੍ਹੋ ਕਿਸੇ ਪਾਰਟਿਕੂਲਰ ਜਾਂ ਸੈਕਸ਼ਨ ਆਫ ਆਥਰਸ ਦੀ, ਜਾਂ ਆਪਣੀ ਫੀਲਡ ਨਾਲ ਰਿਲੇਟਡ ਪੀਐਚਡੀ ਕਰੋ, ਕੁਝ ਵੀ ਕਰੋ। ਬਟ ਇਹ ਹੈ ਵੀ ਇਸ ਐਗਜ਼ਾਮ ਨੂੰ ਟੈਕਲ ਕਰਨ ਵਾਸਤੇ ਥੋੜੀ ਸਮਾਰਟ ਸਟੱਡੀ ਦੀ ਲੋੜ ਹੈ, ਤੇ ਉਹਦੇ ਵਾਸਤੇ ਕੀ ਹੈ, ਤੁਹਾਡੇ ਕੋਲ ਸਮਾਰਟ ਗਾਈਡ ਹੋਣਾ ਚਾਹੀਦਾ, ਸਮਾਰਟ ਨੋਟਸ ਹੋਣੇ ਚਾਹੀਦੇ, ਤੁਹਾਡੇ ਵਿੱਚ ਸੈਲਫ ਮੋਟੀਵੇਸ਼ਨ ਹੋਣੀ ਚਾਹੀਦੀ ਕਿ ਤੁਸੀਂ ਕੰਸਿਸਟੈਂਟਲੀ ਐਫਰਟ ਕਰਨਾ ਹੈ। ਤੇ ਆਈ ਥਿੰਕ ਕੰਸਿਸਟੈਂਸੀ ਇਜ਼ ਦਾ ਕੀ। ਕਈ ਵਾਰ ਕੀ ਹੁੰਦਾ, ਆਪਾਂ ਬੱਚੇ ਕੀ ਕਰਦੇ ਆ, 2 ਮਹੀਨੇ ਰਹਿ ਗਏ ਉਦੋਂ ਤਿਆਰੀ ਸਟਾਰਟ ਕਰਦੇ ਆ ਪ੍ਰੀਲਿਮਸ ਦੀ, ਉਹ ਫਿਰ ਲੇਟ ਹੋ ਜਾਂਦਾ ਕੰਮ। ਜਾਂ ਤਾਂ ਤੁਹਾਨੂੰ ਪਹਿਲੀ ਰਸਤਾ ਪਤਾ ਹੋਵੇ ਵੀ ਹਾਂ ਵੀ ਕਰਨਾ ਕਿਵੇਂ ਹੈ, ਜਦੋਂ ਫਸਟ ਟਾਈਮ ਬੰਦਾ ਕਰਦਾ ਨਾ ਉਹਨੂੰ ਐਫਰਟ ਜ਼ਿਆਦਾ ਕਰਨਾ ਪੈਂਦਾ, ਜਦੋਂ ਉਸ ਸਟੇਜ ਤੋਂ ਨਿਕਲ ਜਾਂਦਾ, ਜਦੋਂ ਇੱਕ ਵਾਰੀ ਪ੍ਰੀਲਿਮ ਹੋ ਜਾਂਦਾ ਦੈਨ ਇਟ ਇਜ਼ ਅ ਕੇਕ ਵਾਕ, ਕਿਉਂਕਿ ਉਹਨੂੰ ਪਤਾ ਵੀ ਕੀ ਕਰਨਾ, ਅਗਲੀ ਵਾਰ ਸੌਖਾ ਹੁੰਦਾ। very consistently ਆਏ ਵਾਰੀ ਪ੍ਰੀਲਿਮਸ ਦੇ ਵਿੱਚ 115 120 ਅਰਾਊਂਡ ਮਾਰਕਸ ਆਉਂਦੇ ਯੂਪੀਐਸਸੀ ਪ੍ਰੀਲਿਮਸ ਦੇ ਵਿੱਚ, ਜਨਰਲ ਸਟੱਡੀ ਵਾਲੇ ਸਾਈਡ ਤੇ ਉਸ ਪੇਪਰ ਦੇ ਵਿੱਚ ਮਾਰਕਸ ਇਹਨੇ ਲਿਆਉਣਾ ਬਹੁਤ ਔਖਾ ਹੈ। ਮੈਨੂੰ ਲੱਗਦਾ ਮੈਂ ਸਟਾਰਟਿੰਗ ਦੇ ਈਅਰਸ ਦੇ ਵਿੱਚ ਜਿਹੜੀ ਮਿਹਨਤ ਕੀਤੀ ਸੀ ਉਹ ਮੈਨੂੰ ਹਜੇ ਤੱਕ ਪੇ ਕਰ ਰਹੀ ਹੈ, ਮੇਰਾ ਅੱਜ ਤੱਕ ਕਦੀ ਪ੍ਰੀ ਨਹੀਂ ਰੁਕਿਆ। ਕਈ ਬੱਚੇ ਹੁੰਦੇ ਆ ਫਸਟ ਟਾਈਮ ਜਦੋਂ ਪ੍ਰੀ ਦੇਣ ਜਾਂਦੇ ਆ, ਪੇਪਰ ਅਟੈਂਪਟ ਘੱਟ ਕਰਦੇ ਨੇ, ਪੇਪਰ ਹੋ ਜਾਂਦਾ ਔਖਾ, ਪੇਪਰ ਕਲੀਅਰ ਨਹੀਂ ਹੁੰਦਾ, ਉਹ ਫਿਰ ਇੱਕ ਸਾਈਕੋਲੋਜੀਕਲੀ ਨਾ ਉਹ ਫੀਅਰ ਬਣ ਜਾਂਦਾ। ਅਗਲੇ ਸਾਲ ਫਿਰ ਪੇਪਰ ਅਟੈਂਪਟ ਕਰਦੇ ਨੇ, ਫਿਰ ਕੁਐਸਚਨ ਪੂਰੇ ਨਹੀਂ ਕਰਦੇ, ਫਿਰ ਮਤਲਬ ਵੀ ਅਟੈਂਪਟ ਕਰਨ ਲੱਗੇ ਵੀ ਨੈਗੇਟਿਵ ਮਾਰਕਿੰਗ ਦਾ ਫੀਅਰ ਜ਼ਿਆਦਾ ਹੁੰਦਾ, ਉਹ ਘੱਟ ਅਟੈਂਪਟ ਕਰਦੇ ਆ ਫਿਰ ਨਹੀਂ ਕਲੀਅਰ ਹੁੰਦਾ, ਉਹ ਫਿਰ ਇੱਕ ਵਿਸ਼ੀਅਸ ਸਾਈਕਲ ਬਣ ਜਾਂਦਾ ਪ੍ਰੀਲਿਮ ਆਪਣੇ ਆਪ ਦੇ ਵਿੱਚ। ਸੈਲਫ ਸਟੱਡੀ ਦੇ ਵਿੱਚ ਥੋੜਾ ਜਿਹਾ ਉਹ ਬਣਨ ਦੇ ਚਾਂਸ ਹੁੰਦੇ ਆ, ਪਰ ਐ ਵੀ ਸੈਲਫ ਸਟੱਡੀ ਦੇ ਨਾਲ ਜੇ ਇੰਟਰੈਕਸ਼ਨ ਹੋਵੇ that would help you a lot। गाइड दी होगी ਨਾਲ ਜ਼ਰੂਰੀ ਹੈ। ਤੇ ਨੈਕਸਟ हेलो सर। ਕਿਸੇ ਦਾ ਕੋਈ ਹੋਰ ਕੁਐਸਚਨ ਹੋਵੇ ਦੇ ਕੈਨ ਆਸਕ। हेलो सर। हेलो हेलो सर, आई वांट टू आस्क टू सूरज सर। सर मैं एक्चुअली ਹੁਣੀ ਹਾਂਜੀ ਹਾਂਜੀ ਆਵਾਜ਼ ਆ ਰਹੀ ਤੁਹਾਡੀ। ਸਤਿੰਦਰ ਸਰ ਦੀਆਂ ਕਲਾਸਿਸ ਬਾਰੇ ਦੇਖਿਆ ਨੈਟ ਤੋਂ, ਤੇ ਮੈਂ ਜੁਆਇਨ ਕਰਨ ਬਾਰੇ ਸੋਚ ਰਹੀ ਹਾਂ। ਤੁਸੀਂ ਮੈਨੂੰ ਦੱਸੋਗੇ ਕਿ ਸਰ ਦੀਆਂ ਕੀ ਖਾਸੀਅਤ ਹੈ ਕਿ ਮੈਨੂੰ ਜੁਆਇਨ ਕਰਨਾ ਚਾਹੀਦਾ ਸਰ ਦੀਆਂ ਕਲਾਸਿਸ ਪੰਜਾਬੀ ਲਿਟਰੇਚਰ ਦੇ ਆਪਸ਼ਨਲ ਲਈ? ਇਹ ਤਾਂ ਤੁਹਾਡੀ ਕੋਲ ਹੈ, ਯੂ ਕੈਨ ਆਲਵੇਜ਼ ਇੰਟਰੈਕਟ ਵਿਦ ਸਤਿੰਦਰ ਸਰ, ਯੂ ਕੈਨ ਆਲਵੇਜ਼ ਅਟੈਂਡ ਅ ਡੈਮੋ ਸੈਸ਼ਨ ਆਲਸੋ, you thereafter you would get to know he is very knowledgeable। Yes, and I think Satinder sir is better position to answer this question। sir ਤੁਸੀਂ ਕੁਝ ਕਰਨਾ ਚਾਹੋਗੇ? ਮੈਂ ਤਾਂ sir favor ਕਰਾਂਗਾ ਵੀ you must join Satinder sir because there are 2-3 other teachers in Punjab who cover Punjabi literature, but right now nobody has put an extra effort to cover each and every aspect of our syllabus। ਇੱਕ ਵਾਰ ਸਿਲੇਬਸ ਕਵਰ ਹੋਵੇ, believe me, right now the Punjabi literature is very dynamic। They have been asking questions from those parts of the syllabus which I have never been asked। ਸਤਿੰਦਰ ਸਰ ਇਹ ਹੈ ਵੀ ਉਹਨਾਂ ਨੇ ਪੂਰਾ ਕਵਰ ਕਰਾਇਆ ਹੁੰਦਾ ਬੱਚੇ ਨੂੰ। ਇੱਕ ਹੁੰਦਾ ਵੀ ਆਪਣੇ ਕੋਲ ਕੱਲੀ ਇਨਫੋਰਮੇਸ਼ਨ ਆ ਗਈ, ਇੱਕ ਕਲਾਸ ਦੇ ਵਿੱਚ ਜਿਹੜੀ ਨੌਲੇਜ ਡਿਸਟ੍ਰੀਬਿਊਟ ਹੁੰਦੀ ਹੈ that is a separate aspect। ਜਦੋਂ ਨੌਲੇਜ ਕਲਾਸ ਬੰਦਾ ਅਟੈਂਡ ਕਰਦਾ ਹੈ ਉਹਨੂੰ ਡਿਫਰੈਂਟ ਐਸਪੈਕਟਸ ਤੇ ਇੰਟਰਲਿੰਕਿੰਗ ਦਾ ਪਤਾ ਲੱਗਦਾ। ਫੋਰ ਇੰਸਟੈਂਸ ਫਰੀਦ ਦੇ ਵਿੱਚ ਸੂਫੀਜ਼ਮ, ਉਹਦਾ ਰਿਲੇਸ਼ਨ ਬੁੱਲੇ ਸ਼ਾਹ ਦੇ ਸੂਫੀਜ਼ਮ ਨਾਲ ਕਿਵੇਂ ਹੈ, ਤੇ ਉਸ ਟਾਈਮ ਦੇ ਕੰਟੈਂਪਰੇਰੀ ਪੰਜਾਬੀ ਸੁਸਾਇਟੀ ਨਾਲ ਕਿਵੇਂ ਹੈ, ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਕੀ ਇੰਪੈਕਟ ਪਿਆ, ਤੇ ਪੰਜਾਬੀ ਲਿਟਰੇਚਰ ਦੀ ਪੂਰੀ ਡਿਵੈਲਪਮੈਂਟ ਤੇ ਕੀ ਪਿਆ, ਉਹ ਸਾਰੀ ਚੀਜ਼ਾਂ ਇੱਕ ਲੈਕਚਰ ਦੇ ਵਿੱਚ ਕੰਸਿਸਟੈਂਟਲੀ ਜਾਂ ਕੰਸਾਈਜ਼ਲੀ ਸਰ ਇੱਕ ਵਾਰੀ ਬਰੀਫ ਕਰ ਦਿੰਦੇ ਆ। ਉਹਦੇ ਨਾਲ ਕੀ ਹੁੰਦਾ ਵੀ ਆਪਣਾ ਇੱਕ ਫਰੇਮਵਰਕ ਮਾਈਂਡ ਦੇ ਵਿੱਚ ਬਣ ਜਾਂਦਾ। ਦੇਅਰ ਆਫਟਰ ਯੂ ਕੈਨ ਆਲਵੇਜ਼ ਕ੍ਰੈਮ ਦ ਪੋਰਸ਼ਨ ਵਿਚ ਯੂ ਹੈਵ ਟੂ ਰੀਪਰੋਡਿਊਸ ਇਨ ਦ ਐਗਜ਼ਾਮ। ਇੱਕ framework ਜਦੋਂ ਬਣਿਆ ਹੋਊਗਾ you can always interlink the question, interlink the information, and I think sir may be better position to answer these queries right now। ਮੈਂ ਸਰ ਨੂੰ ਕਹਾਂਗਾ ਵੀ ਇੱਕ ਵਾਰੀ ਕੈਂਡੀਡੇਟਸ ਨੂੰ ਅਸ਼ੋਰੈਂਸ ਦਿੱਤਾ ਜਾਵੇ। ਐਕਚੁਅਲੀ ਕੁਐਸਚਨ ਉਹਨਾਂ ਨੇ ਤੁਹਾਨੂੰ ਕੀਤਾ ਸੀ ਕਿ ਥੋੜੀ ਮਾਰਕੀਟਿੰਗ ਕਰੋ ਤੁਸੀਂ।
ਨਹੀਂ ਸਰ, ਮੈਂ ਤਾਂ ਸਰ ਸਹੀ ਗੱਲ, ਮੈਨੂੰ ਮੈਂ ਤਾਂ ਸੱਚੀ ਗੱਲ ਨਹੀਂ, ਤੁਸੀਂ ਜੁਆਇਨ ਕਰੋ, ਵਧੀਆ ਸਰ ਤਾਂ ਵਧੀਆ ਕਰਾਉਂਦੇ, ਮੈਂ ਤਾਂ ਆਪ ਸਰ ਤੋਂ ਕੀਤਾ। ਨਹੀਂ ਸਰ, ਵੈਸੇ ਮੋਡਿਊਲ ਵਾਸਤੇ ਉਹ ਕਹਿ ਰਹੇ, ਮੈਂ ਤਾਂ ਕੀ ਕਹਿ ਸਕਦਾ, ਮੈਂ ਇਹਦੇ ਤੇ ਨਹੀਂ ਐਕਚੁਅਲੀ ਪਤਾ ਨਹੀਂ, ਮੈਂ ਸਰ ਪੁੱਛਣਾ ਚਾਹੁੰਦੀ ਆ ਵੀ ਤੁਹਾਨੂੰ ਸਰ ਦੇ ਕਿੰਨਾ ਹੈਲਪ ਹੋਇਆ, ਕਿੰਨੀ ਹੈਲਪਫੁਲ ਸਰ ਦੀਆਂ ਕਲਾਸਿਸ ਸੀ ਤੁਹਾਡੀ ਜਰਨੀ ਵਿੱਚ? ਦੇਖੋ ਸਰ ਦਾ ਐਵੇਂ, ਸਰ ਦੀ ਮੇਨ ਜਿਹੜੀ ਕੈਪੇਬਿਲਿਟੀ ਹੈ, ਸਰ ਦੀ ਆਨਸਰ ਰਾਈਟਿੰਗ ਸਟਾਈਲ, ਸਰ ਦੀ ਜਿਹੜੀ ਲੈਂਗੁਏਜ ਤੇ ਕਮਾਂਡ, ਇੱਕ ਜਿਹੜਾ ਹੈਗਾ ਕਨਸੈਪਟਸ ਨੂੰ ਡੀਪਲੀ ਅੰਡਰਸਟੈਂਡ ਕਰਕੇ ਕੁਐਸਚਨਸ ਨੂੰ ਐਂਟੀਸਿਪੇਟ ਕਰ, ਜਿਹੜੀ ਚੀਜ਼ਾਂ ਅੱਜ ਪੇਪਰ 'ਚ ਨਹੀਂ ਪੁੱਛੀਆਂ ਜਾ ਰਹੀਆਂ, ਹੋ ਸਕਦਾ ਆਉਣ ਵਾਲੇ 1-2 ਸਾਲ 'ਚ ਪੁੱਛੇ ਜਾਣ, ਤਾਂ ਸਰ ਕੀ ਕਰਦੇ 3 ਸਾਲ ਐਡਵਾਂਸ ਕਰਦੇ ਨੇ ਮਾਈਂਡ ਦੇ ਵਿੱਚ, ਤੇ ਬਲੀਵ ਮੀ ਇਹੋ ਜਿਹੇ ਕੁਐਸਚਨ ਸਰ ਪਾਉਂਦੇ ਨੇ ਜਦੋਂ ਟੈਸਟ ਸੀਰੀਜ਼ ਹੁੰਦੀ ਹੈ, ਵੀ ਬੰਦਾ ਰਿਸਰਚ ਕਰ ਦਿੰਦਾ ਪੂਰੇ ਪੇਪਰ ਦੀ ਜੀ ਦੇ ਬਾਰੇ। ਥੈਂਕ ਯੂ ਸਰ। ਮਤਲਬ ਇੰਨਾ ਡੀਪਲੀ ਹੈਗਾ, ਤੇ ਜਦੋਂ ਪੇਪਰ ਦੇ ਕੁਐਸਚਨ ਆਉਂਦੇ ਲੱਗਦਾ ਕਿਉਂ, ਰਾਈਟ ਸਰ? ਥੋੜਾ ਜਿਹਾ ਮੈਂ ਐਡ ਆਨ ਕਰਨਾ ਚਾਹਾਂਗਾ ਇਹ ਪੁਆਇੰਟ, ਬਾਕੀ ਇੱਥੇ ਮੈਂ ਬੋਲ ਸਕਦਾ, ਜਿਹੜਾ ਪਹਿਲਾਂ ਇਹਨਾਂ ਨੇ ਪੁਆਇੰਟ ਕੁਐਸਚਨ ਪੁੱਛਿਆ ਸੀ ਰਮਨ ਜੀ ਨੇ, ਕਿ ਸਰ ਦੀਆਂ ਕਲਾਸਿਸ ਨੇ ਤੁਹਾਨੂੰ ਕਿਵੇਂ ਹੈਲਪ ਕੀਤੀ ਹੈ, ਤਾਂ ਉਹ ਮੈਂ ਉੱਥੇ ਨਹੀਂ ਸੀ ਬੋਲਣਾ ਚਾਹੁੰਦਾ, ਕਿ ਉੱਥੇ ਤੁਹਾਡਾ ਐਕਸਪੀਰੀਅੰਸ ਉਹਨਾਂ ਨੇ ਪੁੱਛਿਆ ਸੀ ਤਾਂ ਬੈਟਰ ਸੀ ਤੁਸੀਂ ਆਨਸਰ ਕਰਦੇ। ਜਿਹੜਾ ਹੁਣ ਤੁਸੀਂ ਗੱਲ ਕੀਤੀ ਹੈ ਕਿ ਆਨਸਰ ਰਾਈਟਿੰਗ ਤੇ ਜਿਹੜੀ ਸਾਡੀ ਸਪੈਸ਼ਲਾਈਜੇਸ਼ਨ ਹੈ, ਮੈਂ ਉਹਦੇ ਤੇ ਥੋੜਾ ਜ਼ਰੂਰ ਗੱਲ ਕਰਨੀ ਚਾਹਾਂਗਾ। ਹੋਰ ਵੀ ਇੱਥੇ ਪਾਰਟਿਸਪੈਂਟਸ ਜਿਹੜੇ ਜੁਆਇਨ ਕੀਤਾ, ਉਹ ਵੀ ਸ਼ਾਇਦ ਉਹਨਾਂ ਨੇ ਵੀ ਕਿਸੇ ਵੇਲੇ ਇਨਕੁਆਇਰੀ ਕੀਤੀ ਹੋਵੇ। ਜਨਰਲੀ ਕੀ ਹੁੰਦਾ ਕਿ ਸਾਡੇ ਕੋਲੇ ਨਾ ਅਕਸਰ ਇਨਕੁਆਇਰੀਜ਼ ਇੱਦਾਂ ਦੀਆਂ ਵੀ ਆ ਜਾਂਦੀਆਂ ਕਿ ਜੀ ਸਿਰਫ ਸਟੱਡੀ ਮਟੀਰੀਅਲ ਦੇ ਦਿਓ। ਕੱਲ ਵੀ ਇਨਕੁਆਇਰੀ ਆਈ ਸੀ, 1-2 ਇਨਕੁਆਇਰੀਜ਼ ਆਈਆਂ ਕੱਲ ਵੀ, ਤੇ ਔਰ ਜਾਂ ਜੀ ਕੱਲੀ ਟੈਸਟ ਸੀਰੀਜ਼ ਲੈਣੀ ਆ ਸੀ, ਤਾਂ ਮੈਂ ਪੁੱਛਦਾ ਕਿ ਕੋਚਿੰਗ ਕਿਤੋਂ ਲਈ ਹੋਈ ਹੈ। ਜਿਵੇਂ ਹੁਣੇ ਸੂਰਜ ਜੀ ਨੇ ਕਿਹਾ ਕਿ 2-3 ਟੀਚਰ ਨੇ ਵਧੀਆ, ਬਹੁਤ ਵਧੀਆ, ਜੋਸ਼ੀ ਸਰ ਨੇ ਜਲੰਧਰ, ਠੀਕ ਹੈ, ਸਾਡੇ ਤਾਂ ਗੁਰੂ ਨੇ ਉਹ, ਰਾਹੀ ਸਰ ਨੇ ਬਹੁਤ ਵਧੀਆ ਪੜ੍ਹਾਉਂਦੇ ਆ, ਠੀਕ ਹੈ। ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਬੱਚੇ ਨੇ ਕਿਤੋਂ ਕੋਚਿੰਗ ਲਈ ਹੋਵੇ, ਅਸੀਂ ਕਦੀ ਇਹ ਨਹੀਂ ਕਹਿੰਦੇ ਕਿ ਸਾਡੇ ਕੋਲੋਂ, ਪਰ ਕਿਤੋਂ ਵਧੀਆ ਟੀਚਰ ਕੋਲੋਂ ਕੋਚਿੰਗ ਲਈ ਹੋਵੇ, ਉਸ ਤੋਂ ਬਾਅਦ ਆਨਸਰ ਰਾਈਟਿੰਗ ਅਸੀਂ ਜ਼ਰੂਰ ਕਰਵਾਉਣੇ ਆ। ਪਰ ਜਦੋਂ ਬੱਚੇ ਕਹਿੰਦੇ ਆ ਨਾ ਕਿ ਪੰਜਾਬੀ ਦਾ ਕੀ ਹੈ ਜੀ, ਪੰਜਾਬੀ ਤਾਂ ਪੰਜਾਬੀ ਹੈ, ਸਾਰਾ ਦਿਨ ਪੰਜਾਬੀ ਤਾਂ ਬੋਲਦੇ ਆ, ਇੱਧਰੋਂ ਕਿਤਾਬਾਂ ਪੜ੍ਹ ਲਈਆਂ, ਉੱਧਰੋਂ ਪੜ੍ਹ ਲਈਆਂ, ਜਾਂ ਲੋ, ਉਹ ਫਿਰ ਸਾਡੇ ਵੱਸ ਤੋਂ ਬਾਹਰ ਹੁੰਦਾ। ਫਿਰ ਉੱਥੇ ਅਸੀਂ ਸਪਸ਼ਟ ਨਾ ਕਰ ਦਿੰਦੇ ਹਾਂ ਕਿ ਉਹ ਚੀਜ਼ ਸਾਡੇ ਕੋਲੋਂ ਨਹੀਂ ਹੋਏਗੀ, ਕਿਉਂਕਿ ਗੱਲ ਹੈ ਕਿ ਜਦੋਂ ਪਹਿਲਾਂ ਟੀਚਰ ਹੀ ਨਹੀਂ ਸੈਟਿਸਫਾਈ ਹੈਗਾ, ਮੈਂ ਨਹੀਂ ਸੈਟਿਸਫਾਈਡ ਹੈਗਾ, ਤਾਂ ਬੱਚੇ ਨੂੰ ਕਿਵੇਂ ਅਸੀਂ ਸੈਟਿਸਫਾਈ ਕਰਾਂਗੇ ਕਿ ਤੁਹਾਡੇ ਆਨਸਰਸ ਬਹੁਤ ਵਧੀਆ ਹੈਗੇ ਆ ਜਾਂ ਕੀ ਹੈ ਨਾ। ਕਿ ਜਿਵੇਂ ਹੁਣੇ ਸੂਰਜ ਜੀ ਨੇ ਕਿਹਾ ਕਿ ਬਹੁਤ R&D ਕਰਨੀ ਪੈਂਦੀ ਹੈ, ਤਾਂ ਉਹ ਚੀਜ਼ ਵਾਕਈ ਹੈਗੀ ਹੈ। ਉੱਥੇ ਅਸੀਂ ਤਿਆਰ ਕਰ ਰਹੇ ਹੁੰਦੇ ਹਾਂ ਬੱਚਿਆਂ ਨੂੰ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਪੇਪਰ 'ਚ ਆ ਜਾਏ ਤਾਂ ਤੁਸੀਂ ਟੈਕਲ ਕਰ ਸਕੋ। ਗੱਲ ਇਹ ਨਹੀਂ ਕਿ ਸਿਰਫ ਲਿਟਰੇਚਰ, ਜਦੋਂ ਤੁਸੀਂ ਆਨਸਰ ਰਾਈਟਿੰਗ ਕਰਦੇ ਹੋ ਸਾਡੇ ਨਾਲ, ਤਾਂ ਉਦੋਂ ਤੁਹਾਡੀਆਂ ਰਾਈਟਿੰਗ ਸਕਿੱਲਸ ਜਿਹੜੀਆਂ ਡਿਵੈਲਪ ਹੋ ਰਹੀਆਂ ਨੇ, GS ਐਥਿਕਸ ਇੰਟਰਵਿਊ ਦੇ ਵਿੱਚ ਵੀ ਤੁਹਾਨੂੰ ਕੰਮ ਕਰ ਦਿੰਦੀਆਂ ਨੇ ਉਹ। ਤਾਂ ਇਸ ਕਰਕੇ ਜਦੋਂ ਅਸੀਂ ਰਾਈਟਿੰਗ ਪ੍ਰੈਕਟਿਸ ਕਰਨੇ, ਤਾਂ ਉਹਦੇ ਵਾਸਤੇ ਸਾਡੇ ਕੋਲੇ ਪਹਿਲਾਂ ਇਨਫੋਰਮੇਸ਼ਨ, ਨੌਲੇਜ, ਉਹ ਕੰਟੈਂਟ ਤਾਂ ਹੋਵੇ, ਫੇਰ ਹੀ ਅਸੀਂ ਕਰ ਸਕਾਂਗੇ, ਠੀਕ ਹੈ। ਈਵਨ ਕਿ ਮੈਂ ਕੱਲ ਦਾ ਐਕਸਪੀਰੀਅੰਸ ਸ਼ੇਅਰ ਕਰਦਾ। ਕੱਲ ਇੱਕ ਬੱਚੇ ਦੀ ਕਾਲ ਆਈ ਕਿ ਜੀ ਮੇਰੀ ਗੱਲ ਤੁਹਾਡੇ ਆਫਿਸ ਦੇ ਵਿੱਚ ਹੋ ਚੁੱਕੀ ਹੈ ਸਰ, ਕਿ ਨੋਟਸ ਪਰਚੇਜ਼ ਕਰਨੇ ਆ। ਮੈਂ ਕਿਹਾ ਜੀ ਕਰ ਲਓ ਸਰ। ਉਸ ਤੋਂ ਬਾਅਦ ਆਨਸਰ ਰਾਈਟਿੰਗ, ਮੈਂ ਕਿਹਾ ਜੀ ਨਾ, ਮੈਂ ਆਨਸਰ ਰਾਈਟਿੰਗ ਨਹੀਂ ਕਰਵਾਉਂਗਾ, ਚਾਹੇ ਮੇਰੀ ਨੋਟਸ ਪੜ੍ਹ ਰਹੇ, ਮੈਂ ਨਹੀਂ ਕਰਵਾਉਂਗਾ, ਹੈ ਨਾ। He was just about to pay the fee for notes. He was just about to pay, ਠੀਕ ਹੈ। ਪਰ ਮੇਰੀ ਰੂਹ ਨਹੀਂ ਮੰਨੀ ਕਿ ਮੈਂ ਉਹਨੂੰ ਇਹ ਕਹਿ ਦਾਂ ਕਿ ਠੀਕ ਹੈ ਜੀ, ਬਾਅਦ ਦੀ ਬਾਅਦ ਦੇਖਾਂਗੇ ਕਿ ਨੋਟਸ ਵੇਚੀਏ, ਪਹਿਲਾਂ ਪੈਸੇ ਲਈਏ। ਨਹੀਂ, ਉਹ ਨਹੀਂ ਹੈ, ਠੀਕ ਹੈ। ਸਾਡੇ ਕੋਲੇ ਬਹੁਤ ਸਟੂਡੈਂਟਸ ਆਉਂਦੇ ਆ, ਠੀਕ ਹੈ, ਵਧੀਆ ਐਡਮਿਸ਼ਨਸ ਹੁੰਦੀਆਂ ਨੇ, ਠੀਕ ਹੈ, ਪਰ ਅੱਜ ਤੱਕ ਕਦੀ ਇਹ ਨਹੀਂ ਦਿਲ ਕੀਤਾ ਕਿ ਕਿਸੇ ਨੂੰ ਮਿਸਗਾਈਡ ਕਰੀਏ ਕਿ ਜੀ ਸਿਰਫ ਫਾਈਨਾਂਸ ਵਾਸਤੇ। ਨਹੀਂ, ਉਹ ਅਸੀਂ ਕਰ ਨਹੀਂ ਸਕਦੇ, ਅੱਜ ਤੱਕ ਤਾਂ ਅਸੀਂ ਨਹੀਂ ਕਰ ਸਕੇ ਹੈਗੇ। ਔਰ ਉਹ ਬੱਚੇ ਨੇ ਨੋਟਸ ਬਾਏ ਨਹੀਂ ਕੀਤੇ। ਮੈਨੂੰ ਪਤਾ ਲੱਗ ਗਿਆ ਸੀ, ਕਿਉਂਕਿ ਮੇਰੀ ਟੋਨ ਥੋੜੀ ਸਖਤ ਹੋ ਗਈ ਸੀ ਉੱਥੇ, ਕਿ ਮੈਂ ਇਹ ਨਹੀਂ ਕਰ ਸਕਾਂਗਾ ਕਿ ਤੁਸੀਂ ਨੋਟਸ ਮੇਰੇ ਪੜ੍ਹ ਰਹੇ ਹੋ ਤੇ ਫਿਰ ਮੈਂ ਆਨਸਰ ਰਾਈਟਿੰਗ ਕਰਵਾ ਦੇਣਾ। ਨਹੀਂ, ਪ੍ਰੋਪਰ ਜਦੋਂ ਤੱਕ ਕੋਚਿੰਗ ਨਹੀਂ ਹੁੰਦੀ, ਜਦੋਂ ਤੱਕ ਕਲਾਸਿਸ ਨਹੀਂ ਲਾਉਂਦੇ ਨਾ, ਇਕੱਲੇ ਨੋਟਸ ਕੋਈ ਕੰਮ ਨਹੀਂ ਕਰਦੇ, ਕੋਈ ਕੰਮ ਨਹੀਂ ਕਰਦੇ। ਨੋਟਸ ਸਾਡੇ ਮੇਰੇ ਖਿਆਲ 'ਚ ਮਾਰਕੀਟ 'ਚ ਅਵੇਲੇਬਲ ਹੋਣਗੇ, ਤੁਸੀਂ ਕਿਤੋਂ ਵੀ ਸ਼ਾਇਦ ਬਾਏ ਕਰ ਸਕਦੇ ਹੋ, ਪਰ ਉਹ ਤੁਹਾਨੂੰ 2 ਸਾਲ ਬਾਅਦ ਪਤਾ ਲੱਗਦਾ ਕਿ ਉਹਨਾਂ ਨੇ ਕੁਝ ਨਹੀਂ ਪੇ ਕੀਤਾ। So this is the point. So please, Suraj, continue. I fully agree with you, sir. ਪਤਾ ਕੀ ਮਟੀਰੀਅਲ ਜਿਹੜਾ ਹੈਗਾ ਨੈਟ ਤੇ ਬਹੁਤ ਕੁਝ ਪਿਆ, ਜਨਰਲ ਸਟੱਡੀਜ਼ ਦਾ ਵੀ ਪਿਆ, ਐਵੇਂ ਸੇਮ ਇਜ਼ ਦ ਕੇਸ ਵਿਦ ਪੰਜਾਬੀ ਲਿਟਰੇਚਰ। ਜਿੰਨਾ ਤੱਕ ਤੁਹਾਡੇ ਕੋਲ ਗਾਈਡ ਹੀ ਨਹੀਂ ਹੋਊਗਾ, ਤੁਹਾਡੇ ਕਨਸੈਪਟਸ ਹੀ ਨਹੀਂ ਕਲੀਅਰ ਹੋਣਗੇ, ਯੂ ਕੈਨ ਨੈਵਰ ਅੰਡਰਸਟੈਂਡ ਦ ਟਰੂ ਡਿਮਾਂਡ ਆਫ ਦ ਕੁਐਸਚਨ। ਉਸ ਤੋਂ ਬਾਅਦ ਲਿਖਣਾ ਕਿਵੇਂ ਹੈ, ਉਹ ਤਾਂ ਫਿਰ ਟੀਚਰ ਹੀ ਦੱਸ ਸਕਦਾ ਹੈ, ਜਿਹੜਾ ਹੈਗਾ ਐਕਚੁਅਲ 'ਚ। ਕੱਲਾ ਮਟੀਰੀਅਲ ਕ੍ਰੈਮ ਕਰਕੇ ਉਹਨੂੰ ਰੀਪਰੋਡਿਊਸ ਕਰਨ ਨਾਲ ਪੇਪਰ 'ਚ ਨੰਬਰ ਨਹੀਂ ਆਉਂਦੇ।
ਸਹੀ ਜੋ ਕੁਐਸਚਨ ਦੀ ਡਿਮਾਂਡ ਹੈ ਉਹਨੂੰ ਅੰਡਰਸਟੈਂਡ ਕਰਕੇ ਉਹਨੂੰ ਲਿਖਣਾ, ਆਈ ਥਿੰਕ ਦੈਟ ਇਜ਼ ਦ USP ਆਫ ਸਤਿੰਦਰ ਸਰ, ਵੀ ਉਹਨਾਂ ਨੇ ਮੇਨ ਜਿਹੜੀ ਨੰਬਰ ਫੈਚ ਕਰਨ ਦਾ ਤਰੀਕਾ ਜਿਹੜਾ ਹੈਗਾ ਉਸ ਨੂੰ ਮਾਸਟਰ ਕੀਤਾ ਹੋਇਆ ਸਰ। ਸਰ ਮੇਰਾ ਇੱਕ ਹੋਰ ਕੁਐਸਚਨ ਆ ਸਰ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮਤਲਬ ਪੰਜਾਬੀ ਲਿਟਰੇਚਰ ਹੀ ਕਿਉਂ ਐਜ਼ ਆਪਸ਼ਨਲ ਆਪਾਂ ਨੂੰ ਲੈਣਾ ਚਾਹੀਦਾ? ਮਤਲਬ ਮੈਂ ਖੁਦ ਵੀ ਵੈਸੇ ਪੰਜਾਬੀ ਵਿੱਚ ਕੰਫਰਟੇਬਲ ਹਾਂ, ਪਰ ਕਿਵੇਂ ਡਿਫਰੈਂਟ ਹੈ? ਮਤਲਬ ਇਹ ਫੈਚਿੰਗ ਹੈ, ਫੈਚਿੰਗ ਮਾਰਕਸ ਫੈਚਿੰਗ ਹੈ, ਜਾਂ ਮਤਲਬ ਹਾਊ ਇਜ਼ ਇਟ ਹੈਲਪਫੁਲ ਫॉर ਅ UPSC ਔਰ ਅ PCS ਐਸਪੀਰੈਂਟ? ਓਕੇ ਇਹਦਾ ਕੁਐਸਚਨ ਦਾ ਆਨਸਰ ਵੈਰੀ ਡਿਫਰੈਂਟ ਹੈ। ਜਿਵੇਂ ਤੁਸੀਂ ਪੁੱਛਿਆ ਵੀ ਕਿਉਂ ਲੈਣਾ ਚਾਹੀਦਾ, ਮੈਂ ਕਹਿੰਦਾ ਵੀ ਇਫ ਯੂ ਹੈਵ ਬੈਟਰ ਆਪਸ਼ਨਸ ਦੈਨ ਪੰਜਾਬੀ ਲਿਟਰੇਚਰ ਦੈਨ ਯੂ ਮਸਟ ਗੋ ਫॉर दैट। ਆਪਸ਼ਨ ਸਬਜੈਕਟ ਸਿਲੈਕਟ ਕਰਨਾ ਇਜ਼ ਅ ਵੈਰੀ ਟਫ ਡਿਸੀਜਨ ਐਂਡ ਆਈ ਲੀਵ ਇਟ ਟੂ ਯੂ। ਇਹਦੇ ਵਿੱਚ 4-5 ਫੈਕਟਰਸ ਤੁਸੀਂ ਦੇਖਣਾ। ਪਹਿਲੀ ਗੱਲ ਤਾਂ ਤੁਹਾਡੇ ਕੋਲ ਜਿਹੜਾ ਮਟੀਰੀਅਲ ਹੈ, ਜਿਹੜਾ ਤੁਸੀਂ ਆਪਸ਼ਨ ਸਬਜੈਕਟ ਤਿਆਰ ਕਰਨਾ ਚਾਹੁੰਦੇ ਹੋ, ਕੀ ਤੁਸੀਂ ਉਹਦੇ ਨਾਲ ਬੇਸਿਕ ਬੈਕਗ੍ਰਾਉਂਡ ਤੁਹਾਡੀ ਮੈਚ ਕਰਦੀ ਹੈ? ਕੋਈ ਕਮਰਸ ਵਾਲਾ ਸਟੂਡੈਂਟ ਹੈ, ਜਦੋਂ ਆਪਣਾ ਕਮਰਸ ਨਾਲ ਸਬਜੈਕਟ ਰਿਲੇਟਡ ਸਬਜੈਕਟ ਆਪਸ਼ਨ ਵਾਸਤੇ ਪਿਕ ਕਰੇਗਾ, ਸਭ ਤੋਂ ਪਹਿਲੇ ਉਹ ਦੇਖੂਗਾ ਕੁਐਸਚਨਸ ਕੀ ਆ ਰਹੇ ਨੇ ਪ੍ਰੀਵੀਅਸ। ਇਫ ਯੂ ਆਰ ਕੰਫਰਟੇਬਲ ਵਿਦ ਦੋਜ਼ ਕੁਐਸਚਨ ਦੈਨ ਯੂ ਮਸਟ ਗੋ ਫॉर दैट ਆਪਸ਼ਨ। ਸੈਕੰਡਲੀ ਤੁਸੀਂ ਦੇਖਣਾ ਵੀ ਸਿਲੈਕਟਡ ਕੈਂਡੀਡੇਟਸ ਕਿੰਨੇ ਆਉਂਦੇ ਆ ਹਰ ਸਾਲ, ਤੇ ਰੇਟ ਆਫ ਸਿਲੈਕਸ਼ਨ ਕਿੰਨਾ ਹੈ। ਆਈ ਥਿੰਕ ਪੰਜਾਬੀ ਲਿਟਰੇਚਰ ਦਾ ਬੈਟਰ ਹੈ ਬਾਕੀਆਂ ਨਾਲੋਂ। ਤੇ ਥਰਡਲੀ ਤੁਸੀਂ ਓਵਰਆਲ ਮਾਰਕਸ ਕਿੰਨੇ ਆ ਰਹੇ ਨੇ। ਜੇ ਤੁਹਾਡੇ ਆਪਸ਼ਨਲ ਤੁਸੀਂ ਜਿਹੜਾ ਤੁਹਾਡੀ ਗ੍ਰੈਜੂਏਸ਼ਨ ਸਟਰੀਮ ਨਾਲ ਮੈਚ ਕਰ ਰਿਹਾ ਹੈ, ਜੇ ਤੁਸੀਂ ਉਹਦੇ ਵਿੱਚ ਜ਼ਿਆਦਾ ਨੰਬਰ ਕੰਫਰਟੇਬਲੀ ਫੈਚ ਕਰ ਸਕਦੇ ਹੋ, ਤਾਂ ਤੁਹਾਨੂੰ ਸਬਜੈਕਟ ਨੂੰ ਜੁਆਇਨ ਕਰਨਾ ਚਾਹੀਦਾ। ਬਟ ਕਈ ਵਾਰ ਕੀ ਹੁੰਦਾ, ਆਪਾਂ ਜਿਵੇਂ ਇੰਜੀਨੀਅਰਿੰਗ ਬੈਕਗ੍ਰਾਉਂਡ ਦੇ ਵਿੱਚ ਹਾਂ, ਬਹੁਤ ਸਾਰੇ ਆਈ ਥਿੰਕ ਮੋਰ ਦੈਨ 50-60% ਸਟੂਡੈਂਟਸ ਜਿਨ੍ਹਾਂ ਦਾ ਪ੍ਰੀ ਕਲੀਅਰ ਹੁੰਦਾ, ਮੇਨਸ ਵਾਸਤੇ ਕਲੀਅਰ ਹੋ ਰਹੇ ਹੁੰਦੇ ਆ, ਉਹਨਾਂ ਦੀ ਇੰਜੀਨੀਅਰਿੰਗ ਬੈਕਗ੍ਰਾਉਂਡ ਹੁੰਦੀ, ਉਹਦੇ ਵਿੱਚ ਸਿਰਫ 3 ਆਪਸ਼ਨ ਹੁੰਦੇ ਆ ਉਹਨਾਂ ਕੋਲ, ਜਾਂ ਤਾਂ ਉਹ ਮਕੈਨੀਕਲ, ਸਿਵਲ ਜਾਂ ਇਲੈਕਟ੍ਰੀਕਲ ਰੱਖਣਗੇ। ਤੇ ਬਲੀਵ ਮੀ ਦੈਟ ਇਜ਼ ਅ ਵੈਰੀ ਟਫ ਕਾਲ, ਕਿਉਂਕਿ ਉਹ ਇੰਜੀਨੀਅਰਿੰਗ ਸਰਵਿਸ ਦੇ ਬਰਾਬਰ ਦੀ ਉਹਨਾਂ ਨੂੰ ਸਟੱਡੀ ਕਰਨੀ ਪੈਂਦੀ ਉਸ ਆਪਸ਼ਨ ਦੇ ਸਬਜੈਕਟ ਨੂੰ ਤਿਆਰ ਕਰਨ ਵਾਸਤੇ। ਐਜ਼ ਕੰਪੇਅਰ ਟੂ ਦੈਟ ਪੰਜਾਬੀ ਲਿਟਰੇਚਰ ਇਜ਼ ਅ ਵੈਰੀ ਕੰਸਾਈਜ਼, ਵੈਰੀ ਥਿਨ ਸਬਜੈਕਟ, ਜਿਹੜਾ 2-3 ਮਹੀਨੇ ਦੇ ਈਜ਼ੀਲੀ ਕਵਰ ਕੀਤਾ ਜਾ ਸਕਦਾ। and with a better coaching and proper dedication to your write good answers, you can easily cover that in 6 months. And ਜੇ ਤੁਸੀਂ ਸਲੋ ਰੀਡਰ ਹੋ ਫਿਰ ਸਾਲ ਲੱਗ ਜਾਊਗਾ, ਪਰ ਐਵੇਂ 6 ਮਹੀਨੇ ਚ ਈਜ਼ੀਲੀ ਤੁਸੀਂ ਸਿਲੇਬਸ ਕਵਰ ਕਰਨ ਤੋਂ ਬਾਅਦ ਤੁਸੀਂ ਆਪਣੀ ਕੈਪੇਬਿਲਿਟੀ ਇਨਕਰੀਜ਼ ਕਰ ਸਕਦੇ ਹੋ ਕਿ ਤੁਸੀਂ ਵਧੀਆ ਨੰਬਰ ਲੈ ਸਕੋ, ਡੀਸੈਟ ਮਾਰਕਸ ਲੈ ਸਕੋ, ਤੇ ਹੋ ਸਕਦਾ ਹੈ ਵੀ ਤੁਸੀਂ 300 ਪਲੱਸ ਵੀ ਸਕੋਰ ਕਰ ਸਕੋ। ਠੀਕ ਹੈ ਜੀ। ਤੇ ਇਹਦੇ ਵਿੱਚ ਕੀ ਹੈ, ਤੁਹਾਨੂੰ ਰਿਵੀਜ਼ਨ ਬੜੀ ਸੌਖੀ ਹੁੰਦੀ ਹੈ। ਮੈਂ ਇੱਕ ਐਗਜ਼ਾਮਪਲ ਦਵਾਂਗਾ ਤੁਹਾਨੂੰ। ਮੇਰਾ ਫਰੈਂਡ ਹੈ, ਉਹਨੇ ਪਬਲਿਕ ਐਡ ਦੇ ਨਾਲ 2013 ਦੇ ਵਿੱਚ UPSC ਇੰਟਰਵਿਊ ਦਿੱਤੀ, ਮਤਲਬ ਸਿਲੈਕਸ਼ਨ ਹੋ, ਮਤਲਬ ਮੇਨਸ ਕਲੀਅਰ ਹੋ ਗਿਆ, 13 ਦੇ ਵਿੱਚ ਇੰਟਰਵਿਊ ਆ ਗਈ ਉਹਦੀ ਕੋਲ ਪਬਲਿਕ ਐਡਮਿਨਿਸਟ੍ਰੇਸ਼ਨ ਆਪਸ਼ਨ। 14 ਐਂਡ 15 ਦੇ ਵਿੱਚ ਪਬਲਿਕ ਐਡਮਿਨਿਸਟ੍ਰੇਸ਼ਨ ਚ ਨੰਬਰ ਆਏ ਬਹੁਤ ਵਾਹੀਆਤ, ਕਿਉਂਕਿ UPSC ਨੇ ਟਫ ਕਰਤਾ ਆਪਸ਼ਨ। ਮੋਰ ਦੈਨ 7000 ਕੈਂਡੀਡੇਟਸ ਵਰ ਅਪੀਅਰਿੰਗ ਵਿਦ ਦੈਟ ਆਪਸ਼ਨ ਅਲੋਨ। ਉਹਨੂੰ ਵਿਚਾਰੇ ਨੂੰ ਕੋਈ ਆਪਸ਼ਨ ਨਹੀਂ ਲੱਭੀ ਉਸ ਸਿਨਾਰੀਓ ਦੇ ਵਿੱਚ। ਹੀ ਕੁਡ ਆਪਟ ਫॉर ਪੰਜਾਬੀ ਲਿਟਰੇਚਰ, ਬਟ ਉਹਨੇ ਨਹੀਂ, ਉਹਨੇ ਸਿਵਲ ਇੰਜੀਨੀਅਰਿੰਗ ਚੱਕਣੀ। ਐਂਡ ਦੈਟ ਵਾਸ ਦ ਬਿਗੇਸਟ ਬਲੰਡਰ ਆਫ ਹਿਸ ਲਾਈਫ। ਜਿਹੜਾ ਬੰਦਾ 2013 ਦੇ ਵਿੱਚ ਇੰਟਰਵਿਊ ਜਾ ਰਿਹਾ, ਉਹਦੇ ਉਹ ਸਿਵਲ ਇੰਜੀਨੀਅਰਿੰਗ ਆਪਸ਼ਨ ਰੱਖ ਕੇ 200 ਨੰਬਰ ਨਹੀਂ ਆ ਰਹੇ ਪੇਪਰ ਦੇ ਵਿੱਚ। ਤੇ ਉਹ ਕੈਂਡੀਡੇਟ ਜਦੋਂ ਸਿਲੇਬਸ ਕਵਰ ਕਰਦਾ ਸੀ ਸਿਵਲ ਇੰਜੀਨੀਅਰਿੰਗ ਦਾ, ਉਹਨੂੰ ਕੀ ਹੁੰਦਾ ਸੀਗਾ, ਡੈਰੀਵੇਸ਼ਨਸ, ਨੂਮੈਰੀਕਲ ਸਾਰਾ ਕੁਝ ਕਰਨਾ ਪੈਂਦਾ ਸੀਗਾ। ਉਹਨੇ ਵੱਡੇ ਜਿਹੜਾ ਹੁੰਦਾ ਆਪਣਾ ਚਾਰਟ, ਜਿਹੜੇ ਕਾਲਜ ਸਕੂਲ ਟਾਈਮ ਤੇ ਆਪਾਂ ਯੂਜ਼ ਕਰਦੇ ਆ, ਉਹ ਜਿਹੇ 15 ਚਾਰਟ ਲਗਾਏ ਹੋਏ ਸੀ ਸਿਰਫ ਫਾਰਮੂਲਾਜ਼, ਵੈਲਿਊਜ਼ ਤੇ ਨੂਮੈਰੀਕਲ ਵਾਸਤੇ। ਤੇ ਪੇਪਰ ਤੋਂ ਪਹਿਲੇ ਇੱਕ ਦਿਨ ਤੁਹਾਨੂੰ ਮਿਲਣਾ, ਤੁਸੀਂ ਉਹ ਚ ਕਿੰਨੇ ਕੁ ਪੇਪਰ, ਕਿੰਨਾ ਕੁ ਚੀਜ਼ ਦਾ ਮਟੀਰੀਅਲ ਕ੍ਰੈਮ ਕਰ ਲਓਗੇ, ਰਿਵਾਈਜ਼ ਕਰ ਲਓਗੇ। ਐਜ਼ ਕੰਪੇਅਰ ਟੂ ਦੈਟ ਪੰਜਾਬੀ ਲਿਟਰੇਚਰ ਇਜ਼ ਵੈਰੀ ਸਮਾਲ ਸਬਜੈਕਟ, ਯੂ ਕੈਨ ਈਜ਼ੀਲੀ ਕ੍ਰੈਮ ਇਟ। ਨਾਲੇ ਏਡਾ ਇੰਟਰਸਟਿੰਗ ਹੈ, ਤੁਸੀਂ ਤਾਂ ਗਾਣੇ ਸੁਣਦੇ ਸੁਣਦੇ ਉਹਨੂੰ ਮੈਮੋਰਾਈਜ਼ ਕਰ ਸਕਦੇ ਹੋ, ਐਜ਼ ਅ ਕੋਟੇਸ਼ਨ ਬਾਰ ਪੇਪਰ ਸਕੋਰ ਕਰੀ ਜਾਓ, ਜਿਵੇਂ ਸ਼ਿਵ ਕੁਮਾਰ ਬਟਾਲਵੀ ਹੋ ਗਏ। ਆਈ ਥਿੰਕ ਇਟ ਇਜ਼ ਯੋਰ ਕਾਲ ਵੀ ਤੁਹਾਨੂੰ ਆਪਸ਼ਨ ਕਿਹੜਾ ਚਾਹੀਦਾ। ਮੈਂ ਨਹੀਂ ਕਹਾਂਗਾ ਪੰਜਾਬੀ ਲਿਟਰੇਚਰ ਦਾ ਬੈਸਟ ਆਪਸ਼ਨ, ਦੈਟ ਵੁੱਡ ਬੀ ਅ ਲਾਈ, ਬਟ ਤੁਸੀਂ ਸਾਰੇ ਆਪਸ਼ਨ ਟਰਾਈ ਕਰੋ ਜਿਹਦੇ ਚ ਤੁਹਾਨੂੰ ਕੰਫੀਡੈਂਸ ਤੁਹਾਡੀ ਜ਼ਿਆਦਾ ਹੈ, ਜਿਹੜੇ ਚ ਤੁਸੀਂ ਕੰਫਰਟੇਬਲ ਹੋ, ਤੁਹਾਨੂੰ ਆਨਸਰ ਰਾਈਟਿੰਗ ਈਜ਼ੀ ਲੱਗਦੀ ਹੈ, ਤੁਹਾਡੇ ਕੋਲ ਕੋਰਸ ਮਟੀਰੀਅਲ ਹੈ, ਤੁਸੀਂ ਐਕਸਟਰਨਲ ਅਸੈਸਮੈਂਟ ਕਰਵਾ ਸਕਦੇ ਹੋ, ਕਿਸੇ ਤੋਂ ਆਨਸਰ ਚੈੱਕ ਕਰਵਾ ਕੇ ਬਾਕੀ ਕੈਂਡੀਡੇਟਸ ਤੋਂ ਅੱਗੇ ਨਿਕਲ ਸਕਦੇ ਹੋ, ਤਾਂ ਉਹ ਵਾਲਾ ਆਪਸ਼ਨ ਤੁਹਾਨੂੰ ਸਿਲੈਕਟ ਕਰਨਾ ਚਾਹੀਦਾ ਹੈ। ਤੇ ਆਈ ਥਿੰਕ ਪੰਜਾਬੀ ਲਿਟਰੇਚਰ ਦੇ ਵਿੱਚ ਜਿਹੜੇ ਐਡਵਾਂਟੇਜਸ ਆ ਮੈਂ ਤੁਹਾਨੂੰ ਨੋਟ ਕਰਵਾ ਰਿਹਾ, ਇਹਦੇ ਵਿੱਚ ਸਿਲੇਬਸ ਹੈਗਾ ਬਹੁਤ ਛੋਟਾ, ਮਟੀਰੀਅਲ ਰੈਡੀਲੀ ਅਵੇਲੇਬਲ ਆ ਸਰ ਕੋਲ ਦੇ, ਜਿਹੜਾ ਸਰ ਕੋਚਿੰਗ ਮਟੀਰੀਅਲ ਨਾਲ ਕੁਝ ਨਹੀਂ ਹੁੰਦਾ, ਕਲਾਸ ਵਿੱਚ ਜੋ ਗਾਈਡੈਂਸ ਉਹ ਥੋੜੀ ਕੰਮ ਜ਼ਿਆਦਾ ਆਉਂਦੀ ਹੈ, ਤੇ ਬਾਅਦ ਜਿਹੜੀ ਆਨਸਰ ਰਾਈਟਿੰਗ ਤੇ ਮਟੀਰੀਅਲ ਹੈਗਾ ਅਵੇਲੇਬਲ, you can easily revise it before the paper. Even in one day you can revise it 3 or 4 times. That would really increase your score in the actual exam. And thirdly, I think is external assessment ਜਿਹੜੀ ਮੈਂ ਕਹਿ ਰਿਹਾ ਬਾਰ-ਬਾਰ ਵੀ ਮੇਨਸ ਦੇ ਆਨਸਰ ਨੂੰ ਚੈੱਕ ਕਰਵਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਮੇਨਸ ਦੇ ਵਿੱਚ ਮਾਰਕਸ ਰੈਡੀਲੀ ਨਹੀਂ ਆਉਂਦੇ, ਭਾਵੇਂ ਤੁਹਾਨੂੰ ਨੌਲੇਜ ਬਹੁਤ ਜ਼ਿਆਦਾ ਹੋਵੇ, ਕਈ ਵਾਰ ਉਹਨੂੰ ਆਪਾਂ ਪੇਪਰ ਤੇ ਉਤਾਰ ਨਹੀਂ ਸਕਦੇ।
ਜਾਂ ਆਪਾਂ ਪੇਪਰ ਨੂੰ ਦੇਖ ਕੇ ਇੱਕ ਰਾਈਟਰਸ ਬਲੋਕ ਆ ਜਾਂਦਾ, ਆਪਾਂ ਸਲੋ ਰਾਈਟਰਸ ਹੁੰਦੇ ਆ, ਪੇਪਰ ਛੁੱਟ ਜਾਂਦਾ ਹੈ। ਉਹੀ ਜਿਹੀ ਚੀਜ਼ਾਂ ਤੋਂ ਬਚਣ ਵਾਸਤੇ ਆਪਾਂ ਨੂੰ ਫੁੱਲ ਲੈਂਥ ਜਿਹੜੇ ਹੈਗੇ ਆ ਐਗਜ਼ਾਮ ਦੇਣੇ ਪੈਂਦੇ, ਤੇ ਉਹ ਜਿਹੜਾ ਸਿਨਾਰੀਓ ਪਹਿਲੇ ਬਣਾ ਕੇ ਪੇਪਰ ਦੇਣਾ, ਉਹ ਇੱਕ ਐਕਸਟਰਨਲ ਪ੍ਰੈਸ਼ਰ ਦੇ ਵਿੱਚ ਆਪਾਂ ਕਿਵੇਂ ਪਰਫਾਰਮੈਂਸ ਨਿਕਲਦੀ, ਉਹ ਅਸੈਸਮੈਂਟ ਟੀਚਰ ਦੇ ਗਾਈਡੈਂਸ ਦੇ ਅੰਦਰ ਹੀ ਹੋਊਗੀ। ਤੇ ਤੁਸੀਂ ਉਹ ਜਿਹਾ ਕੋਈ ਆਪਸ਼ਨ ਜੇ ਕੋਈ ਇਸ ਟਰਮਸ ਤੋਂ ਬੈਟਰ ਹੈ, ਉਹ ਤੁਹਾਨੂੰ ਸਿਲੈਕਟ ਕਰਨਾ ਚਾਹੀਦਾ। ਰਾਈਟ ਨਾਓ ਪੰਜਾਬੀ ਦੇ ਨਾਲ ਇਸ ਵਾਰੀ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਇੰਟਰਵਿਊ ਆਈ ਹੈ, ਤੇ ਬਾਕੀ ਸਿਲੈਕਸ਼ਨ ਦਾ ਆ ਜਾਊਗਾ। ਕਈ ਵਾਰ ਕੀ ਹੁੰਦਾ, ਕੁਝ ਆਪਸ਼ਨਸ ਦੇ ਵਿੱਚ UPSC ਜਿਵੇਂ ਇੱਕ ਸਾਲ ਨੰਬਰ ਵਧੀਆ ਆ ਗਏ ਤਾਂ ਅਗਲੇ ਸਾਲ ਉਹਨੂੰ ਪੂਰਨ ਕੀਤਾ ਜਾਂਦਾ ਹੈ, ਅਗਲੇ ਸਾਲ ਫੇਰ ਠੀਕ ਹੋ ਜਾਂਦਾ, ਫਿਰ ਐਵੇਂ ਥੋੜਾ ਜਿਹਾ ਰਹਿੰਦਾ ਸਿਨਾਰੀਓ। ਬਟ ਪੰਜਾਬੀ ਲਿਟਰੇਚਰ ਚ ਕੰਸਿਸਟੈਂਸੀ ਹੈ ਵੀ ਓਵਰਆਲ ਉਹਨੇ ਕੀ ਚੱਲ ਰਹੇ ਨੇ, ਮਤਲਬ ਡਾਊਨਫਾਲ ਘੱਟ ਹੀ ਆਉਂਦਾ, ਉਹਨੇ ਹੀ ਚੱਲਦਾ। ਇਫ ਯੂ ਆਰ ਗੁੱਡ ਕੈਂਡੀਡੇਟ ਟੂ always get interview call, and I have seen some candidates they get interview call year after year। मतलब option strong है, छोटा syllabus है, ਤਾਂ ਉਹਨਾਂ ਨੂੰ ਸਿਰਫ ਜਨਰਲ ਸਟੱਡੀਜ਼ ਤੇ ਫੋਕਸ ਕਰਨਾ ਪੈਂਦਾ, ਈਵਨ ਇਫ ਦੇ ਆਰ ਇਨ ਜੋਬ। ਲਿਟਰੇਚਰ ਦੇ ਵਿੱਚ ਤਾਂ ਖਾਸੀਅਤ ਇਹੀ ਹੈ, ਸਿਲੇਬਸ ਕਦੀ ਸਟੈਟਿਕ ਹੈ, ਕਰੰਟ ਅਫੇਅਰ ਨਾਲ ਰਿਲੇਟਡ ਹੀ ਨਹੀਂ ਹੈਗਾ। ਈਵਨ ਇਫ ਯੂ ਆਰ ਇਨ ਜੋਬ ਯੂ ਹੈਵ ਆਲਵੇਜ਼ ਵਨ ਸਬਜੈਕਟ ਪ੍ਰੀਪੇਅਰਡ, ਤਾਂ ਤੁਸੀਂ ਸਿਰਫ ਫੋਕਸ ਕਿਸ ਤੇ ਕਰਨਾ, ਜਨਰਲ ਸਟੱਡੀਜ਼ ਦੇ ਵਿੱਚ ਕਰਨਾ ਹੈ। ਦੈਟ ਰੀਅਲੀ ਹੈਲਪਸ ਦੋਜ਼ ਹੂ ਆਰ ਆਲਰੇਡੀ ਇਨ ਜੋਬ। ਇਹੀ ਐਡਵਾਂਟੇजेस ਨੇ। ਬਟ ਇਫ ਯੂ ਹੈਵ command over any other subject you can always choose that। I would say ਵੀ ਆਪਾਂ ਪੇਪਰ ਜਿਹੜਾ ਮੋਟਿਵ ਹੈ ਪੇਪਰ ਕਲੀਅਰ ਕਰਨਾ, ਨਾ ਕਿ ਕਿਸੇ ਪਾਰਟਿਕੂਲਰ ਸਬਜੈਕਟ ਨੂੰ ਪ੍ਰਮੋਟ ਕਰਨਾ। ਸਬਜੈਕਟ ਉਹਨੇ ਤੱਕ ਗੁੱਡ ਹੈ ਵੀ ਜਿੰਨੇ ਤੱਕ ਤੁਹਾਡਾ ਬ੍ਰੌਡ ਹੋਰਾਈਜ਼ਨ ਬ੍ਰੌਡ ਹੋ ਰਿਹਾ ਤੇ ਤੁਹਾਨੂੰ ਨੰਬਰ ਫੈਚ ਕਰ ਰਿਹਾ। ਤਾਂ ਮੈਂ ਆਈ ਥਿੰਕ ਥੋੜਾ ਜਿਹਾ ਰੀਅਲ ਹੋ ਜਾਣਾ, ਆਈਡੀਅਲਿਸਟਿਕ ਨਹੀਂ ਹੋਵਾਂਗਾ। ਤੇ ਬਸ ਇਹੀ ਹੈ ਵੀ ਜਿਹੜੇ ਸਬਜੈਕਟ ਤੁਹਾਨੂੰ ਜ਼ਿਆਦਾ ਨੰਬਰ ਆਉਣ ਦੀ ਉਮੀਦ ਹੈ ਤੁਸੀਂ ਉਹੀ ਸਿਲੈਕਟ ਕਰੋ, ਚਾਹੇ ਉਹ ਪਾਲੀ ਲਿਟਰੇਚਰ ਹੈ, ਚਲੋ ਹੁਣ ਹੈ ਨਹੀਂ ਸਬਜੈਕਟ, ਜਾਂ ਚਾਹੇ ਉਹ ਐਂਥ੍ਰੋਪੋਲੋਜੀ ਹੈ ਜਾਂ ਸਾਈਕੋਲੋਜੀ ਹੈ ਜਾਂ ਪੋਲੀਟੀਕਲ ਸਾਇੰਸ। ਪੰਜਾਬੀ ਲਿਟਰੇਚਰ ਇਜ਼ ਵਨ ਆਫ them, and I think Punjabi literature right now is easier to pick because we have good teachers within our reach। ਚਾਹੇ ਤੁਸੀਂ ਦਿੱਲੀ ਬੈਠੇ ਹੋ, ਚਾਹੇ ਪਟਿਆਲੇ, ਚਾਹੇ ਚੰਡੀਗੜ੍ਹ, ਨਾਲੇ ਆਨਲਾਈਨ ਹੋਣ ਨਾਲ ਤਾਂ ਹੋਰ ਸੌਖਾ ਹੋ ਗਿਆ। ਹਾਂਜੀ, ਹੋਰ ਕਿਸੇ ਦੀ ਕੁਐਰੀਜ਼ ਹੋ? ਹਾਂਜੀ ਸਰ, ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਜੀ। ਧੰਨਵਾਦ ਜੀ। ਹਾਂਜੀ ਸਰ, ਮੇਰਾ ਕੁਐਸਚਨ ਇਹ ਹੈ ਕਿ ਪੰਜਾਬੀ ਲਿਟਰੇਚਰ ਨੂੰ ਅਸੀਂ ਸੈਲਫ ਸਟੱਡੀ ਤੋਂ ਕਿਵੇਂ ਤਿਆਰ ਕਰ ਸਕਦੇ ਹਾਂ ਜੀ? ਸੈਲਫ ਸਟੱਡੀ ਦੇ ਵਿੱਚ ਪ੍ਰੋਬਲਮਸ ਇਹ ਆ ਰਹੀ ਹੈ, ਉਹ 'ਚ ਖਲਾਰਾ ਬਹੁਤ ਜ਼ਿਆਦਾ ਪੈਂਦਾ। ਮਤਲਬ ਵੀ ਤੁਸੀਂ ਖੋਜ ਪੱਤਰਿਕਾ ਪੜ੍ਹੋਗੇ, ਬੁੱਕਸ ਇੱਧਰੋਂ ਪੜ੍ਹੋਗੇ, ਕੁਛ ਉਹਦੇ ਆਰਟੀਕਲਸ ਪੜ੍ਹਨ ਲੱਗ ਜਾਓਗੇ, ਤੁਹਾਡੇ ਕੰਸਿਸਟੈਂਟਲੀ ਜਿਹੜਾ ਹੈਗਾ ਮਟੀਰੀਅਲ ਜ਼ਿਆਦਾ ਹੋਣ ਕਰਕੇ ਇਨਫੋਰਮੇਸ਼ਨ ਓਵਰਲੋਡ ਹੋ ਜਾਂਦਾ। ਤਾਂ ਬੈਟਰ ਇਹ ਹੈ ਤੁਸੀਂ ਇੱਕ ਵਾਰੀ ਕਿਸੇ ਸਰ ਤੋਂ ਗਾਈਡੈਂਸ ਲਓ, ਜਿਵੇਂ ਸਰ ਕਹਿੰਦੇ ਹੋ ਉਵੇਂ ਕਰੋ। ਲਿਟਰੇਚਰ ਦੇ ਵਿੱਚ ਸਰ ਇਜ਼ ਦ ਅਥਾਰਟੀ, ਤੇ ਸੈਲਫ ਸਟੱਡੀ ਨਾਲ ਥੋੜਾ ਜਿਹਾ ਡਿਫਿਕਲਟ ਹੋ ਜਾਊਗਾ। ਵਾਈ ਸ਼ੁੱਡ ਵੀ ਮੇਕ ਅਰ ਜਰਨੀ ਡਿਫਿਕਲਟ? ਆਈ ਵੁੱਡ ਸੇ ਟੀਚਰ ਦੀ ਲੋੜ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੋਊਗੀ। ਜੇ ਤੁਹਾਡੀ ਪਹਿਲੀ ਪੰਜਾਬੀ ਲਿਟਰੇਚਰ ਦੀ ਬੈਕਗਰਾਉਂਡ ਹੈ, ਯੂ ਆਰ familiar with the subject, its core philosophies, I think you should go for self studies। Otherwise you would waste 1 or 2 years of your life। I don't believe ਵੀ ਆਪਾਂ ਨੂੰ ਇਸ ਸਿਚੁਏਸ਼ਨ ਤੇ ਕਰਨਾ ਚਾਹੀਦਾ, ਕਿਉਂਕਿ ਮਾਰਕਸ ਆਪਾਂ ਨੂੰ ਚਾਹੀਦੇ 300+। ਸੈਲਫ ਸਟੱਡੀ ਨਾਲ ਕੀ ਹੁੰਦਾ, ਨੰਬਰ ਥੋੜੇ ਘੱਟ ਰਹੇ ਜਾਂਦੇ। ਹਾਰਡ ਰਿਐਲਿਟੀ ਹੈ ਥੋੜੀ, ਸੈਲਫ ਸਟੱਡੀ ਕਰਨੀ ਪੈਂਦੀ ਹੈ ਬਟ ਪ੍ਰੋਪਰ ਗਾਈਡੈਂਸ ਦੇ ਨਾਲ। ਆਪਾਂ ਆਪਣਾ ਟਾਈਮ ਨਹੀਂ ਵੇਸਟ ਕਰਨਾ। ਕਈ ਵਾਰ ਕੀ ਹੁੰਦਾ, ਆਪਾਂ ਕੋਚਿੰਗ ਬਚਾਉਂਦੇ ਆਪਣੇ ਲਾਈਫ ਦੇ 2-3 ਸਾਲ ਖਰਾਬ ਕਰਦੇ ਆ, ਪਰ ਉਹ ਬਾਅਦ ਚ ਜਾ ਕੇ ਰੀਅਲਾਈਜ਼ ਹੁੰਦਾ ਕਿ ਆਪਾਂ ਅਨਨੈਸੈਸਰੀ ਖਰਾਬ, ਉਹ ਨਹੀਂ ਕਰਨੇ ਚਾਹੀਦੇ। ਠੀਕ ਹੈ ਜੀ, ਠੀਕ ਹੈ। ਸਰ ਜਿਹੜਾ ਪ੍ਰੀਲੀਮ ਐਗਜ਼ਾਮ ਹੈ UPSC ਦਾ, ਹਾਂਜੀ ਹਾਂਜੀ ਸਰ, ਇਹਦੇ ਚ 120 ਸਕੋਰ ਕਿਸ ਤਰ੍ਹਾਂ ਕੀਤੇ ਜਾ ਸਕਦੇ ਜੀ? 120, ਅੱਛਾ। ਹਾਂਜੀ ਹਾਂਜੀ, ਦੇਖੋ 120 ਸਕੋਰ ਕਰਨਾ ਏਮ ਨਹੀਂ ਹੈਗਾ, ਆਪਣਾ ਏਮ ਹੈਗਾ ਪ੍ਰੀ ਕਲੀਅਰ ਕਰਨਾ। ਬਟ ਇਹ ਹੈ ਵੀ ਜਦੋਂ ਤੁਸੀਂ ਬਿਨਾਂ ਟੈਨਸ਼ਨ ਦੇ ਪੇਪਰ ਦੇਣ ਜਾਂਦੇ ਹੋ, ਤੁਹਾਡੀ ਕੋਈ ਵੀ ਹਿਊਮਨ ਐਰਰ ਨਹੀਂ ਹੁੰਦਾ। ਮਤਲਬ ਵੀ ਕੁਐਸਚਨ ਨੂੰ ਅਟੈਂਪਟ ਕਰਨ ਲੱਗੇ ਤਾਂ ਤੁਹਾਡਾ ਆਈ ਬਲੀਵ ਨਹੀਂ ਮੋਰ ਦੈਨ 110 ਸਕੋਰ ਤਾਂ ਆ ਹੀ ਜਾਂਦਾ, ਜੇ ਇਫ ਯੂ ਹੈਵ ਪ੍ਰੀਪੇਅਰਡ ਵੈਲ। ਤਾਂ ਇਹਦੇ ਵਿੱਚ ਕੀ ਹੈ, ਮਟੀਰੀਅਲ ਵਗੈਰਾ ਜੋ ਆਪਾਂ ਪ੍ਰੀਪੇਅਰ ਕਰਦੇ ਹਾਂ, ਕੋਚਿੰਗ ਇੰਸਟੀਟਿਊਟ ਆਪਣਾ ਬੇਸਿਕ ਅੰਡਰਸਟੈਂਡਿੰਗ ਬਣਾ ਦਿੰਦੇ, ਬਟ ਉਸ ਤੋਂ ਬਾਅਦ ਕੀ ਬੇਸਿਕ ਕਨਸੈਪਟ ਦੀ ਨੌਲੇਜ ਤੋਂ ਬਾਅਦ ਕੁਝ ਐਡਵਾਂਸ ਚਾਹੀਦਾ, ਜਿਹੜਾ ਕਿ ਕਰੰਟ ਅਫੇਅਰ ਤੋਂ ਆਉਂਦਾ। ਕਰੰਟ ਅਫੇਅਰ ਨੂੰ ਕਵਰ ਕਰਨ ਵਾਸਤੇ 2 ਤਰੀਕੇ ਨੇ। ਆਈਦਰ ਯੂ ਗੋ ਟੂ ਦ੍ਰਿਸ਼ਟੀ IAS, ਉੱਤੇ ਡੇਲੀ ਆਪਣਾ ਆਰਟੀਕਲਸ ਵਗੈਰਾ ਪੜ੍ਹੋ। ਕੋਈ ਹੋਰ ਕੋਚਿੰਗ ਇੰਸਟੀਟਿਊਟ ਦਾ ਮਟੀਰੀਅਲ ਹੈਗਾ, ਜਿਵੇਂ blog.forum IAS ਹੈ, ਉਹਨਾਂ ਦਾ ਜਿਹੜੇ ਵੈਬਸਾਈਟ ਹੈ ਡੇਲੀ ਅਪਡੇਟ ਹੁੰਦਾ 9 PM or 7 PM। ਯੂ ਕੈਨ ਆਲਵੇਜ਼ ਗੋ ਥਰੂ ਦੈਟ। ਤੇ ਕੰਪਾਈਲੇਸ਼ਨਸ ਪੜ੍ਹਨੀ ਬਹੁਤ ਜ਼ਰੂਰੀ ਹੈ। ਜਦੋਂ ਪ੍ਰੀਲਿਮ ਆਉਂਦਾ ਹੈ ਉਸ ਤੋਂ 1 ਮਹੀਨਾ ਪਹਿਲੇ
ਤੁਸੀਂ ਐਟਲੀਸਟ 1 ਜਾਂ 1.5 ਮਹੀਨਾ ਪਹਿਲੇ 2 ਡਿਫਰੈਂਟ ਕੋਚਿੰਗ ਇੰਸਟੀਟਿਊਟਸ ਦੀ ਕੰਪਾਈਲੇਸ਼ਨਸ ਕਰੰਟ ਅਫੇਅਰ ਕੰਪਾਈਲੇਸ਼ਨ ਈਅਰਲੀ ਉਹ ਡਾਊਨਲੋਡ ਕਰੋ, ਪੜ੍ਹੋ, ਜਾਂ ਉਹਦੇ ਵਿੱਚ ਕੰਪਿਊਟਰ ਦੇ ਵਿੱਚ ਪੜ੍ਹੋ, ਫੋਕਸਿਟ PDF ਰੀਡਰ ਡਾਊਨਲੋਡ ਕਰੋ। ਉਹਦੇ ਵਿੱਚ ਤੁਸੀਂ ਹਾਈਲਾਈਟ ਕਰ ਸਕਦੇ ਹੋ ਵੀ ਕਿਹੜੀ ਚੀਜ਼ ਪੜ੍ਹੀ ਹੈ, ਕੀ ਚੀਜ਼ ਰੈਲੀਵੈਂਟ ਹੈ, ਕੀ ਚੀਜ਼ ਰਿਡੰਡੈਂਟ ਹੈ। ਜੇ ਤੁਸੀਂ ਪ੍ਰਿੰਟ ਕਰਾ ਕੇ ਪੜ੍ਹੋਗੇ ਦੈਟ ਇਜ਼ ਮੋਰ ਬੈਨੀਫੀਸ਼ੀਅਲ। ਜਿਹੜੇ ਮੇਨ ਪੁਆਇੰਟਸ ਹੁੰਦੇ, ਇੱਕ ਪੇਜ ਤੁਸੀਂ ਲਿੱਤਾ ਕੋਈ ਸੇ ਵਿਜ਼ਨ 365, ਉਹਦੇ ਵਿੱਚ ਯੂਜ਼ਫੁਲ ਫੈਕਟ ਜਿਹੜੇ ਹੈ, ਜਿਹੜੇ ਤੁਹਾਨੂੰ ਪਹਿਲੇ ਨਹੀਂ ਪਤਾ ਸੀ ਤੇ ਜਿਹੜੇ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ, ਉਹ ਸਿਰਫ 4-5 ਹੀ ਹੁੰਦੇ। ਠੀਕ ਹੈ ਜੀ, ਉਹਨਾਂ ਨੂੰ ਐਨਸਰਕਲ ਕਰ ਲਓ, ਹਾਈਲਾਈਟ ਕਰ ਲਓ। ਉਹਦੇ ਵਿੱਚ ਕੀ ਹੋਊਗਾ, ਤੁਹਾਡਾ ਜਦੋਂ ਸੈਕੰਡ ਰਿਵੀਜ਼ਨ ਤੁਸੀਂ ਕਰੋਗੇ ਤਾਂ ਤੁਹਾਡਾ ਟਾਈਮ ਬਚੂਗਾ, ਤੇ ਟਾਈਮ ਬਚਾਉਣਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ। ਤੇ ਜਦੋਂ ਤੁਸੀਂ 2 ਕੰਪਾਈਲੇਸ਼ਨਸ ਪੜ੍ਹ ਲਓਗੇ ਤਾਂ ਤੁਹਾਨੂੰ ਇੰਨਾ ਆਈਡੀਆ ਹੋਊਗਾ ਵੀ ਯੂ ਕਵਰ ਦ ਸਿਲੇਬਸ ਈਜ਼ੀਲੀ, ਯੂ ਹੈਵ ਕਵਰਡ ਦ ਸਿਲੇਬਸ ਐਂਡ ਯੂ ਹੈਵ ਦ ਬੇਸਿਕ ਕੈਪੇਬਿਲਿਟੀਜ਼ ਟੂ ਕਲੀਅਰ ਦੈਟ ਐਗਜ਼ਾਮ ਇਨ ਦਿਸ ਈਅਰ ਓਨਲੀ। ਤਾਂ ਪੇਪਰ ਦੇ ਵਿੱਚ ਪੇਪਰ ਨੂੰ ਅਟੈਂਪਟ ਕਿਵੇਂ ਕਰਨਾ, ਦੈਟ ਇਜ਼ ਅ ਸੈਪਰੇਟ ਇਸ਼ੂ ਐਂਡ ਮੇਨ ਇਸ਼ੂ ਆਈ ਥਿੰਕ। ਪੇਪਰ ਦੇ ਵਿੱਚ ਕਈ ਵਾਰ ਕੀ ਹੁੰਦਾ, ਬੱਚੇ ਕੈਜੂਅਲੀ ਲੈ ਲੈਂਦੇ ਕਈ ਕੁਐਸਚਨ ਤੋਂ, ਜਾਂ ਉਹਨਾਂ ਨੂੰ ਅਸੈਸਮੈਂਟ ਨਹੀਂ ਹੁੰਦੀ ਉਹ ਪੇਪਰ ਪਰਫਾਰਮ ਕਿਵੇਂ ਕਰ ਰਹੇ ਨੇ। ਉਹਨਾਂ ਦੇ ਮਾਈਂਡ ਦੇ ਵਿੱਚ ਸਾਈਕੋਲੋਜੀਕਲੀ ਆ ਹੁੰਦਾ, ਲਾਸਟ ਈਅਰ ਇਹਨੇ ਤੇ ਕੱਟ ਹੋ ਗਈ ਸੀ, ਸਾਰੇ ਨੇ ਅਟੈਂਪਟ ਕਰਨੇ ਆ, ਉਸ ਚੱਕਰ 'ਚ ਉਹਨੇ ਕੀ ਅਟੈਂਪਟ ਕਰਕੇ ਆਉਂਦੇ ਜਿੰਨੇ ਕੱਟ ਆਫ ਵਾਸਤੇ ਚਾਹੀਦੇ ਨੇ, ਓਵਰਆਲ ਮਾਰਕਸ ਥੱਲੇ ਆ ਜਾਂਦੇ ਤੇ ਬਾਹਰ ਹੋ ਜਾਂਦੇ। ਉਹ ਚੀਜ਼ ਨਹੀਂ ਕਰਨੀ। ਅਟੈਂਪਟ ਮੈਕਸਿਮਮ ਅਮਾਊਂਟ ਆਫ ਕੁਐਸਚਨਸ। ਕੋਈ ਵੀ SSC ਵਾਲਾ ਬੱਚਾ, ਜਿਵੇਂ ਮੈਂ ਪਹਿਲੇ SSC ਕਲੀਅਰ ਕੀਤਾ, ਉਹ ਕੋਈ ਪੇਪਰ ਦਾ ਵਿੱਚ ਕੋਈ ਨੈਗੇਟਿਵ ਮਾਰਕਿੰਗ ਹੋਣ ਤੋਂ ਬਾਵਜੂਦ ਕੋਈ ਕੁਐਸਚਨ ਛੱਡ ਕੇ ਨਹੀਂ ਆਉਂਦਾ। ਜੇ ਤੁਸੀਂ 4 ਦੇ ਵਿੱਚੋਂ 1 ਕੁਐਸਚਨ ਗਲਤ ਕੀਤਾ, ਹਾਂਜੀ, ਠੀਕ ਹੈ ਜੀ, ਤੁਸੀਂ ਐਡਵਾਂਟੇਜ ਰਹੇ। ਤੇ 4 ਦੇ ਵਿੱਚੋਂ 3 ਕੁਐਸਚਨ ਗਲਤ ਕਰਕੇ ਤੁਹਾਡਾ ਬ੍ਰੇਕ ਇਵਨ ਹੋ ਗਿਆ, ਤੁਹਾਨੂੰ ਕੋਈ ਨੁਕਸਾਨ ਨਹੀਂ। ਠੀਕ ਹੈ ਜੀ, ਇਸ ਐਗਜ਼ਾਮ ਦੇ ਵਿੱਚ। ਤੇ ਤੁਸੀਂ ਜਿਵੇਂ ਸਪੋਜ਼ 100 ਕੁਐਸਚਨਸ ਨੇ, ਫਸਟ ਰਾਊਂਡ ਨੂੰ ਪੇਪਰ ਨੂੰ ਜਦੋਂ ਅਟੈਂਪਟ ਕਰਨਾ ਤਾਂ ਰਾਊਂਡਸ ਦੇ ਵਿੱਚ ਕਰਨਾ। ਫਸਟ ਰਾਊਂਡ ਦੇ ਵਿੱਚ ਉਹ ਪੇਪਰ ਕੁਐਸਚਨ ਅਟੈਂਪਟ ਕਰਨੇ ਆ। ਕੁਐਸਚਨਸ ਜਿਹੜਾ ਨਹੀਂ ਆਉਂਦਾ ਉਹਨੂੰ ਸਕਿਪ ਕਰਦੇ ਜਾਓ, ਉਹਨੂੰ ਕੀ ਕਰੋ, ਐਨਸਰਕਲ ਕਰ ਲਓ ਉਹਦੇ ਜਿੱਥੇ ਨੰਬਰ ਲਿਖੇ ਹੋਣ ਵੀ ਇਹਨੂੰ ਮੈਂ ਬਾਅਦ ਚ ਅਟੈਂਪਟ ਕਰਾਂਗਾ, ਮੈਂ ਇਸ ਤੋਂ ਬਾਅਦ ਚ ਆਵਾਂਗਾ। ਜਾਂ ਜਿਹੜੀ ਤੁਹਾਨੂੰ ਪ੍ਰੋਬੇਬਲ ਆਪਸ਼ਨਸ ਲੱਗ ਰਹੀ ਹੋਣਗੀਆਂ ਉਹਦੇ ਅੱਗੇ ਇੱਕ ਡਾਟ ਪਾ ਦਿਓ, ਤਾਂ ਕਿ ਤੁਹਾਨੂੰ ਬਾਅਦ ਚ ਪਤਾ ਹੋਵੇ ਵੀ ਤੁਸੀਂ ਕਿਹੜੇ ਆਪਸ਼ਨਸ ਤੇ ਅਰਾਈਵ ਹੋਏ ਸੀ ਆਫਟਰ ਲੌਜੀਕਲ ਡਿਡਕਸ਼ਨ। ਤਾਂ ਨੈਕਸਟ ਕੁਐਸਚਨ ਤੇ ਪਹੁੰਚੋ, ਉਹਨੂੰ ਜਿਹੜਾ ਐਬਸੋਲੂਟ ਤੁਸੀਂ ਸ਼ੋਰ ਹੋ ਉਸ ਨੂੰ ਕਰੀ ਜਾਓ ਤੇ ਉਹਨੂੰ ਟਿਕ ਮਾਰੀ ਜਾਓ। ਜਦੋਂ ਇੱਕ ਵਾਰੀ ਪੇਪਰ 100 ਕੁਐਸਚਨ ਤੇ ਪਹੁੰਚ ਗਏ, ਫਿਰ ਦੇਖੋ ਤੁਸੀਂ ਤੁਹਾਡੀ ਹੋਮਵਰਕ ਸ਼ੀਟ ਦੇ ਵਿੱਚ ਕਿੰਨੇ ਤੁਸੀਂ ਐਕਚੁਅਲ ਤੇ ਅਟੈਂਪਟ ਕਰ ਚੁੱਕੇ ਕੁਐਸਚਨ। ਜਦੋਂ ਤੁਸੀਂ ਦੇਖੋਗੇ 37 ਪਲੱਸ ਜਾਂ 40 ਪਲੱਸ ਕੁਐਸਚਨ ਤੁਸੀਂ ਆਲਰੇਡੀ ਅਟੈਂਪਟ ਕਰ ਚੁੱਕੇ ਹੋ ਫਸਟ ਰਾਊਂਡ ਦੇ ਵਿੱਚ, ਜਿਹੜਿਆਂ ਕੁਐਸਚਨ ਦੇ ਵਿੱਚ ਤੁਸੀਂ ਐਬਸੋਲੂਟਲੀ ਸ਼ੋਰ ਹੋ, ਤਾਂ ਤੁਹਾਡਾ ਇੱਕ ਸਾਈਕੋਲੋਜੀਕਲ ਬੂਸਟ ਮਿਲੂਗਾ ਵੀ ਯੂ ਆਰ ਆਲਰੇਡੀ ਗੈਟਿੰਗ 80 ਪਲੱਸ। ਤਾਂ ਬਾਕੀ ਜਿਹੜੇ 60 ਕੁਐਸਚਨ ਨੇ ਉਹਦੇ ਵਿੱਚੋਂ ਤਾਂ ਤੁਸੀਂ ਈਜ਼ੀਲੀ 20-30 ਸਹੀ ਮਾਰ ਹੀ ਲਓਗੇ, ਚਾਹੇ ਲੌਜੀਕਲ ਇਨਫਰੈਂਸ ਨਾਲ ਹੋਵੇ, ਲੌਜੀਕਲ ਐਲੀਮੀਨੇਸ਼ਨ ਨਾਲ ਹੋਵੇ, ਚਾਹੇ ਤੁੱਕੇ ਨਾਲ ਹੋਵੇ। ਸੈਕੰਡ ਰਾਊਂਡ ਦੇ ਵਿੱਚ ਉਹ ਕੁਐਸਚਨਸ ਕਰਨੇ ਆ ਜਿਹਦੇ ਵਿੱਚ ਤੁਸੀਂ 2 ਆਪਸ਼ਨਸ ਐਲੀਮੀਨੇਟ ਕਰ ਚੁੱਕੇ, 2 ਆਪਸ਼ਨਸ ਰਹਿ ਗਈਆਂ ਜਿਨ੍ਹਾਂ ਦੇ ਵਿੱਚ ਤੁਸੀਂ ਕਨਫਿਊਜ਼ਨ ਹੈ ਤੁਹਾਨੂੰ। ਤਾਂ ਉਹਦੇ ਵਿੱਚ ਕੀ ਹੈ, ਆਪਣੀ ਲੌਜੀਕਲੀ ਸੋਚੋ। ਜਿਵੇਂ ਪੋਲਿਟੀ ਦੇ ਕੁਐਸਚਨਸ ਵੀ ਸਰਕਾਰ ਨੇ ਆਹ ਕਾਨੂੰਨ ਕਿਵੇਂ ਬਣਾਇਆ ਹੋਣਾ, ਇਸ ਪਾਰਟਿਕੂਲਰ ਐਕਟ ਨਾਲ ਰਿਲੇਟਡ ਆ ਮੈਟਰਸ ਨੇ। ਤਾਂ ਕੁਐਸਚਨ ਦੇ ਵਿੱਚ ਕੀ ਹੁੰਦਾ, ਆਪਾਂ ਆਪਸ਼ਨਸ ਨੂੰ ਦੇਖ ਕੇ ਜਿਹੜੀਆਂ ਆਪਸ਼ਨਸ ਗਲਤ ਲੱਗ ਰਹੀਆਂ ਹੁੰਦੀਆਂ ਲੌਜੀਕਲੀ, ਉਹਨਾਂ ਨੂੰ ਐਲੀਮੀਨੇਟ ਕਰਦੇ ਜਾਓ, ਰਿਮੇਨਿੰਗ ਆਪਸ਼ਨਸ ਦੇ ਵਿੱਚੋਂ ਲਗਾ ਦਿਓ ਜਿਹੜੀ ਠੀਕ ਲੱਗ ਰਹੀ ਜ਼ਿਆਦਾ। ਤਾਂ ਉਹ ਜਿਹੇ ਕੁਐਸਚਨ ਜਦੋਂ ਆਪਾਂ ਜਿਨ੍ਹਾਂ ਦੀ 2 ਆਪਸ਼ਨਸ ਆਪਾਂ ਐਲੀਮੀਨੇਟ ਕਰ ਲੈਂਦੇ ਹਾਂ, ਬਾਕੀ ਰਿਮੇਨਿੰਗ 2 ਆਪਸ਼ਨਸ ਆਪਾਂ ਜੇ ਕਲਿੱਕ ਕਰਾਂਗੇ ਤਾਂ ਆਪਣੀ 50% ਪ੍ਰੋਬੇਬਿਲਿਟੀ ਹੈ, ਯਾਨੀ 1/2 ਜਿਹੜੀ ਪ੍ਰੋਬੇਬਿਲਿਟੀ ਹੈ ਤੇ ਆਪਾਂ ਉਹਨਾਂ 'ਚ ਸਹੀ ਹੋਵਾਂਗੇ। ਓਵਰਆਲ 'ਚ ਤੁਸੀਂ ਦੇਖੋਗੇ ਜੇ ਤੁਸੀਂ ਉਹ ਜਿਹੇ 15 ਕੁਐਸਚਨ ਜਾਂ 20 ਕੁਐਸਚਨ ਵੀ ਅਟੈਂਪਟ ਕਰਦੇ ਹੋ ਤਾਂ ਉਹਦੇ ਵਿੱਚ ਅਰਾਊਂਡ 12 to 15 ਕੁਐਸਚਨ ਤੁਹਾਡੇ ਸਹੀ ਹੁੰਦੇ ਆ। ਓਵਰਆਲ ਨੈਟ ਤੁਸੀਂ ਸਰਪਲਸ ਹੀ ਰਹਿੰਦੇ ਹੋ, ਯਾਨੀ ਤੁਹਾਡੇ ਓਵਰਆਲ ਟੈਲੀ ਜਿਹੜੀ ਮਾਰਕਸ ਇਨਕਰੀਜ਼ ਹੁੰਦੀ ਤੇ ਤੁਹਾਨੂੰ ਪ੍ਰੀਲਿਮ ਕਲੀਅਰ ਕਰਨ ਦੇ ਅੱਗੇ ਲੈ ਜਾਂਦੀ ਹੈ। ਤੇ ਲਾਸਟ ਰਾਊਂਡ 3rd ਰਾਊਂਡ ਦੇ ਵਿੱਚ ਤੁਸੀਂ ਪੇਪਰ ਉਹ ਅਟੈਂਪਟ ਕਰਨੇ ਜਿਨ੍ਹਾਂ 'ਚ ਤੁਹਾਨੂੰ ਐਂ ਲੱਗਦਾ ਵੀ ਤੁਸੀਂ ਕਰੰਟ ਅਫੇਅਰ ਪੜ੍ਹਿਆ, ਇਹ ਕਰੰਟ ਅਫੇਅਰ ਨਾਲ ਰਿਲੇਟਡ ਆ ਕੁਐਸਚਨ, ਜਾਂ ਤੁਸੀਂ ਪਹਿਲੇ ਕਦੀ ਪੜ੍ਹਿਆ, ਤੁਹਾਨੂੰ ਲੌਜੀਕਲੀ ਪਤਾ ਨਹੀਂ, ਤੁਸੀਂ ਐਲੀਮੀਨੇਟ ਨਹੀਂ ਕਰ ਪਾ ਰਹੇ ਆਪਸ਼ਨਸ। 4 ਆਪਸ਼ਨਸ ਇੱਕੋ ਜਿਹੀਆਂ ਠੀਕ ਲੱਗ ਰਹੀਆਂ ਨੇ, ਬਟ ਤੁਸੀਂ ਫਿਰ ਵੀ ਗਟ ਫੀਲਿੰਗ ਨਾਲ 1-2 ਆਪਸ਼ਨ ਸਿਲੈਕਟ ਕਰ ਲੈਂਦੇ ਹੋ ਕੋਈ ਵੀ। ਤਾਂ ਉਹ ਜਿਹੇ ਕੋਈ 10-15 ਕੁਐਸਚਨ ਤੁਹਾਨੂੰ ਹੋਰ ਅੱਗੇ ਆ ਜਾਂਦੇ ਆ, 20 ਨੰਬਰ ਉਹਦੇ ਨਾਲ ਵੱਧ ਜਾਂਦੇ ਆ, ਓਵਰਆਲ ਤੁਸੀਂ ਪਹੁੰਚ ਜਾਂਦੇ ਹੋ 120 ਤੇ। ਤੇ ਹੈ ਇਹੀ ਸਟ੍ਰੈਟਜੀ ਹੈ। ਕਈ ਕੁਐਸਚਨਸ ਕੀ ਹੁੰਦਾ, ਬੱਚੇ ਜਦੋਂ ਅਟੈਂਪਟ ਕਰਦੇ ਆ ਪੂਰੀ ਆਪਸ਼ਨਸ ਨਹੀਂ ਪੜ੍ਹਦੇ, ਕੁਐਸਚਨ ਪੜ੍ਹਿਆ, ਫਸਟ ਆਪਸ਼ਨ ਉਹਨਾਂ ਨੂੰ ਠੀਕ ਲੱਗੀ, ਉਹਨੇ ਟਿਕ ਕਰਤੀ, ਬਾਅਦ ਚ ਜਦੋਂ 4th ਆਪਸ਼ਨ ਤੇ ਪਹੁੰਚਦੇ ਹੋ ਕਹਿੰਦੇ ਯਾਰ ਇਹ ਤਾਂ ਗਲਤ ਹੋ ਗਿਆ, ਇਹ 4th ਆਪਸ਼ਨ ਸਹੀ ਸੀਗੀ। ਬਿਨਾਂ ਕੁਐਸਚਨ ਕੰਪਲੀਟ ਪੜ੍ਹੇ ਤੁਸੀਂ ਆਪਸ਼ਨ ਪਿਕ ਨਹੀਂ ਕਰਨੀ। ਤਾਂ ਉਹ ਜੇ 3-4 ਕੁਐਸਚਨ ਹੁੰਦੇ, ਕਈ ਵਾਰ ਬੱਚਾ ਗਲਤ ਕਰ ਜਾਂਦਾ ਜਲਦੀ ਚ। ਤੇ ਪੇਪਰ ਦੌਰਾਨ ਪੈਨਿਕ ਬਿਲਕੁਲ ਨਹੀਂ ਹੋਣਾ, ਆਪਣੇ ਕੋਈ ਆਈਡੀਆਸ ਨਹੀਂ ਲਾਣੇ, ਕੱਟ ਆਫ ਵੀ ਹਾਈ ਜਾਊਗੀ, ਕੱਟ ਆਫ ਲੋ ਜਾਊਗੀ। ਤੁਸੀਂ ਇਹ ਸੋਚ ਕੇ ਜਾਣਾ ਵੀ ਜੇ ਮੈਂ ਪੜ੍ਹ ਕੇ ਆਇਆ ਤਾਂ ਮੇਰਾ ਪੇਪਰ ਤਾਂ ਕਲੀਅਰ ਹੋਣਾ ਚਾਹੀਦਾ, ਜੇ ਮੈਨੂੰ ਨਹੀਂ ਆ ਰਿਹਾ ਤਾਂ ਕਿਸੇ ਨੂੰ ਨਹੀਂ ਆ ਰਿਹਾ, ਜੇ ਮੈਨੂੰ ਆ ਰਿਹਾ ਤਾਂ ਹੋ ਸਕਦਾ ਮੈਨੂੰ ਹੀ ਆ ਰਿਹਾ ਕੱਲ। ਠੀਕ ਹੈ, ਆਪਣੇ ਆਪ ਤੇ ਇੰਨਾ ਟਰਸਟ ਰੱਖਣਾ ਵੀ ਤੁਸੀਂ ਆਪਣਾ ਦਿਲ ਨਹੀਂ ਡੋਲਣਾ ਬਸ। ਪੇਪਰ ਜੇ ਤੁਸੀਂ ਐਵੇਂ ਨਿਡਰ ਹੋ ਕੇ ਦੋਗੇ ਤਾਂ ਜ਼ਿਆਦਾ ਨੰਬਰ ਆਉਣਗੇ, ਜੇ ਤੁਸੀਂ ਡਰ ਕੇ ਅੰਦਰ ਜਾਓਗੇ ਤਾਂ ਡਰ ਕੇ ਨੰਬਰ ਆਉਣਗੇ।
ਪੇਪਰ ਜਦੋਂ ਅਟੈਂਪਟ ਕਰਨਾ ਐ ਨਹੀਂ ਆ ਵੀ 60 ਕੁਐਸਚਨ ਅਟੈਂਪਟ ਕਰ ਲਏ ਬਸ ਬਹੁਤ ਨੇ, ਲਾਸਟ ਟਾਈਮ ਇੰਨੇ ਚ ਸਿਲੈਕਸ਼ਨ ਹੋ ਗਈ ਸੀ, ਮਤਲਬ ਫ੍ਰੀ ਹੋ ਗਿਆ ਸੀ, ਨਹੀਂ। ਤੁਸੀਂ ਦੇਖੋ ਵੀ ਜਿੰਨੇ ਤੁਸੀਂ ਸੇਫਲੀ ਅਟੈਂਪਟ ਮਾਰ ਸਕਦੇ ਹੋ। ਮੈਂ ਲਾਸਟ 2-3 ਇਅਰਸ ਦੇ ਵਿੱਚ 96 97 ਜਾਂ 100 ਕੁਐਸਚਨ ਅਟੈਂਪਟ ਮਾਰ ਕੇ ਆ ਰਿਹਾ, ਮੋਰ ਦੈਨ 90। ਤੁਸੀਂ ਇਹ ਜਿਹੜੀ ਸਟ੍ਰੈਟਜੀ ਹੈ, ਇੱਕ ਵਾਰੀ ਜਦੋਂ ਵੀ ਕਿਸੇ ਭਾਵੇਂ ਫ੍ਰੀ ਦੇ ਵਿੱਚ ਟੈਲੀਗ੍ਰਾਮ ਤੇ ਤੁਹਾਨੂੰ ਕਿਸੇ ਦੇ ਪ੍ਰੀ ਦੇ ਮੌਕਸ ਮਿਲ, ਉਹਨੂੰ ਅਟੈਂਪਟ ਕਰਕੇ ਦੇਖੋ, ਤੁਹਾਨੂੰ ਬਲੀਵ ਮੀ ਯੂ ਵੁੱਡ ਗੈਟ ਟੂ ਨੋ ਵੀ ਇਹ ਕਿੰਨੀ ਯੂਜ਼ਫੁਲ ਹੈ ਸਟ੍ਰੈਟਜੀ। ਐਸਐਸਸੀ ਦੇ ਐਗਜ਼ਾਮਸ ਦੇ ਵਿੱਚ ਜਿੱਥੇ ਆਲ ਇੰਡੀਆ ਲੈਵਲ ਤੇ 30 ਲੱਖ ਸਟੂਡੈਂਟਸ ਦਾ ਕੰਪੀਟੀਸ਼ਨ ਹੁੰਦਾ, ਉੱਥੇ ਜੇ ਕੰਮ ਆ ਰਹੀਆਂ, ਉਰੇ ਤਾਂ ਕੈਂਡੀਡੇਟਸ ਹੀ ਬਹੁਤ ਘੱਟ ਹੁੰਦੇ ਆ, 3-4 ਲੱਖ ਹੁੰਦੇ ਸਾਰੇ। ਇੱਥੇ ਤਾਂ ਜ਼ਿਆਦਾ ਹੈਲਪ ਕਰਦੀ ਹੈ, ਈਵਨ ਕੈਟ ਦੇ ਵਿੱਚ ਵੀ ਐਗਜ਼ਾਮ 'ਚ ਹੈਲਪ ਕਰਦੀ ਹੈ। ਤਾਂ ਤੁਸੀਂ ਆਪਣਾ ਤੁੱਕਾ ਮਾਰਨਾ ਨਹੀਂ ਚਾਹੀਦਾ, ਪਰ ਐ ਵੀ ਲੌਜੀਕਲੀ ਗੈਸ ਮਾਰਨਾ ਇਜ਼ ਬੂਨ ਇਨ ਦਿਸ ਐਗਜ਼ਾਮ, ਠੀਕ ਹੈ ਜੀ। ਤਾਂ ਤੁਸੀਂ ਥੋੜੇ ਪ੍ਰੈਕਟਿਸ ਕਰੋ, ਜੇ ਤਾਂ ਤੁਹਾਨੂੰ ਯੂਜ਼ਫੁਲ ਲੱਗਦੀ ਹੈ ਅਡੋਪਟ ਕਰੋ, ਅਦਰਵਾਈਜ਼ ਸਟਾਰਟ ਦਿਸ ਸੁਜੈਸ਼ਨ। ਬਟ ਇਹ ਮੇਰੀ ਸੁਜੈਸ਼ਨ ਹੈ ਵੀ ਤੁਸੀਂ ਇੱਕ ਵਾਰੀ ਐਕਸਪੀਰੀਅੰਸ ਜ਼ਰੂਰ ਕਰੋ ਇਸ ਆਪਸ਼ਨ, ਕਿਉਂਕਿ ਇਹਦੇ ਨਾਲ ਮੇਰੇ ਮਾਰਕਸ ਇਨਕਰੀਜ਼ ਹੋਏ ਨੇ। ਆਈ ਬਲੀਵ ਬਾਕੀਆਂ ਦੇ ਵੀ ਜਿਨ੍ਹਾਂ ਦਾ ਹਰ ਵਾਰੀ ਪ੍ਰੀਲਿਮ ਰਹਿ ਜਾਂਦਾ ਹੈ ਜਾਂ ਉਹਨਾਂ ਦੇ ਨੰਬਰ ਥੋੜੇ ਬਹੁਤੇ ਘੱਟ ਰਹਿ ਜਾਂਦੇ ਕੱਟ ਆਫ ਤੋਂ, ਉਹਨਾਂ ਦੇ ਇਨਕਰੀਜ਼ ਹੋਣਗੇ ਤੇ ਦੇ ਵੁੱਡ ਹੋਪਫੁਲੀ ਕਲੀਅਰ ਦ ਪ੍ਰੀਲਿਮ ਦਿਸ ਟਾਈਮ। ਈਵਨ ਵੀ ਨੰਬਰ ਭਾਵੇਂ 120 ਤੋਂ ਭਾਵੇਂ ਘੱਟ ਹੋਣ, ਬਟ ਇਹਦੇ ਨਾਲ ਚਾਂਸਸ ਜ਼ਿਆਦਾ ਇਨਕਰੀਜ਼ ਹੋ ਜਾਂਦੇ ਵੀ ਤੁਹਾਡਾ ਪ੍ਰੀਲਿਮ ਈਜ਼ੀ ਹੋ ਜਾਊਗਾ। ਤੇ ਪ੍ਰੀਲਿਮ ਇਜ਼ ਨੋਟ ਅ ਬਿਗ ਡੀਲ, ਵੀ ਪ੍ਰੀਲਿਮ ਹੋ ਹੀ ਜਾਂਦਾ ਜਦੋਂ ਤੁਸੀਂ ਸਿਲੇਬਸ ਆਪਣਾ ਸਹੀ ਤਰੀਕੇ ਕਵਰ ਕੀਤਾ ਹੋਊਗਾ, ਕਰੰਟ ਤੇ 2-3 ਕੰਪਾਈਲੇਸ਼ਨਸ ਪੜ੍ਹੀਆਂ ਹੋਣਗੀਆਂ, ਐਂਡ ਯੂ ਆਰ ਥੋਰੋ ਵਿਦ ਯੂਰ ਕਨਸੈਪਟ, ਪੇਪਰ ਈਜ਼ੀਲੀ ਹੋ ਜਾਂਦਾ। ਯੂ ਕੈਨ ਆਲਵੇਜ਼ ਮੇਕ ਲੌਜੀਕਲ ਗੈਸਸ ਇਨ ਦ ਐਗਜ਼ਾਮੀਨੇਸ਼ਨ, ਐਂਡ ਦੇयर ਇਜ਼ ਸਫੀਸ਼ੀਐਂਟ ਅਮਾਊਂਟ ਆਫ ਟਾਈਮ ਵੀ ਤੁਸੀਂ 3 ਰਾਊਂਡ ਦੇ ਵਿੱਚ ਕਵਰ ਕਰੋ ਪੇਪਰ ਨੂੰ। ਜਦੋਂ ਤੁਸੀਂ 1 ਤੋਂ 100 ਤੱਕ ਜਾਓਗੇ, ਹਾਂਜੀ ਹੋਰ ਚੀਜ਼ ਹੈ ਪ੍ਰੀਲਿਮ ਦੇ ਵਿੱਚ, ਪੇਪਰ ਦੇ ਵਿੱਚ ਪਿਟਫਾਲ ਕੀ ਹੈ, ਉਹਦੇ ਵਿੱਚ ਨਾ ਸੈਟਸ ਹੁੰਦੇ ABCD, ਕਈਆਂ ਦਾ ਕੁਐਸਚਨ ਪਹਿਲਾ ਕੁਐਸਚਨ 25ਵੇਂ ਕੁਐਸਚਨ ਤੋਂ ਸਟਾਰਟ ਹੋ ਰਿਹਾ, ਕਈ ਕਿਵੇਂ ਹੋ ਰਿਹਾ, ਕੋਈ ਕਿਵੇਂ ਹੋ ਰਿਹਾ। ਕਈ ਵਾਰ ਤੁਹਾਡੇ ਕੋਲ ਫਸਟ ਕੁਐਸਚਨ ਟਫ, ਸੈਕਿੰਡ ਟਫ, ਥਰਡ ਟਫ, ਤੁਹਾਨੂੰ ਕੋਈ ਨਹੀਂ ਆਉਂਦਾ, 25ਵੇਂ ਕੁਐਸਚਨ ਤੱਕ ਤੁਹਾਨੂੰ ਕੋਈ ਨਹੀਂ ਆਉਂਦਾ, ਬੱਚਾ ਦਿਲ ਹਾਰ ਜਾਂਦਾ। ਇਹ ਵੀ ਨਹੀਂ ਹਾਰਨਾ ਚਾਹੀਦਾ, ਹੋ ਸਕਦਾ ਲਾਸਟ ਵਾਲੇ 50 ਕੁਐਸਚਨ ਤੁਹਾਨੂੰ ਸਾਰੇ ਆਉਂਦੇ ਹੋ। ਤਾਂ ਉਹਦੇ ਕੀ ਹੈ, ਜਦੋਂ ਤੁਸੀਂ ਫਸਟ ਰਾਊਂਡ ਦੇ ਵਿੱਚ ਪੂਰੇ 100 ਤੱਕ ਇੱਕ ਵਾਰੀ ਸਕੈਨ ਕਰ ਲਏ ਸਾਰੇ ਕੁਐਸਚਨ, ਤੁਹਾਨੂੰ ਈਜ਼ੀਲੀ ਫੇਅਰ ਆਈਡੀਆ ਹੋ ਜਾਂਦਾ, ਆਬਜੈਕਟਿਵ ਅਸੈਸਮੈਂਟ ਹੋ ਜਾਂਦੀ ਵੀ ਪੇਪਰ ਜ਼ਿਆਦਾ ਟਫ ਨਹੀਂ ਹੈ। ਹੋ ਸਕਦਾ ਸਟਾਰਟਿੰਗ ਦੇ 25 ਕੁਐਸਚਨ ਜ਼ਿਆਦਾ ਟਫ ਹੋਣ ਤੇ ਓਵਰਆਲ ਪਿਛਲੇ ਵਾਲੇ 75 ਕੁਐਸਚਨ ਥੋੜੇ ਈਜ਼ੀ ਹੋਣ। ਤਾਂ ਕਿਉਂਕਿ ਹਰੇਕ ਸਬਜੈਕਟ ਦੀ ਡਿਫਿਕਲਟੀ ਲੈਵਲ ਸੇਮ ਨਹੀਂ ਹੁੰਦਾ, ਕਈ ਵਾਰ ਪੋਲਿਟੀ ਦੇ ਕੁਐਸਚਨ ਬਹੁਤ ਸੌਖੇ ਹੁੰਦੇ, ਕਈ ਵਾਰ এনवायरमेंट ਦੇ ਕੁਐਸਚਨ ਸੌਖੇ ਹੁੰਦੇ, ਕਈ ਵਾਰ ਔਖੇ ਆ ਜਾਂਦੇ। ਤੇ ਪ੍ਰੀਲਿਮਸ ਕਲੀਅਰ ਕਰਨ ਦਾ ਇੱਕ ਹੋਰ ਫੰਡਾ ਇਹ ਹੈ ਵੀ এনवायरमेंट ਐਂਡ ਜਿਓਗ੍ਰਾਫੀ ਦੀ ਵੇਟੇਜ 25% ਹੈ, ਜਸਟ ਬਿਕੋਜ਼ ਪ੍ਰੀਲਿਮਸ ਜਿਹੜਾ ਹੈਗਾ ਕੰਬਾਈਨਡ ਹੁੰਦਾ ਇੰਡੀਅਨ ਫੋਰੈਸਟ ਸਰਵਿਸ ਦਾ ਤੇ ਸਿਵਲ ਸਰਵਿਸਿਜ਼ ਦਾ। ਤਾਂ ਤੁਸੀਂ ਆਪਣੇ ਜਿਹੜਾ ਹੈਗਾ এনवायरमेंट ਹੈ ਉਹ ਬਹੁਤ ਸਹੀ ਤਰੀਕੇ ਨਾਲ ਕਰਨਾ। ਸ਼ੰਕਰ ਨੂੰ ਤਾਂ ਘੋਟਾ ਲਾ ਲੈਣਾ, ਸ਼ੰਕਰ IAS ਦੀ ਜਿਹੜੀ ਬੁੱਕ ਹੈ ਉਹਨਾਂ ਦੀ। ਸੈਕੰਡਲੀ ਜਦੋਂ ਕੰਪਾਈਲੇਸ਼ਨਸ ਵੀ ਕਰਨੀ ਹੈ ਨਾ ਕਿਸੇ ਕੋਚਿੰਗ ਇੰਸਟੀਚਿਊਟ ਦੀਆਂ, ਚਾਹੇ ਇਨਸਾਈਟਸ ਔਨ ਇੰਡੀਆ ਦੀ ਹੀ ਕਰਨੀ ਹੈ, এনवायरमेंट ਵਾਲੀ ਤਾਂ ਖਾਸ ਕਰਕੇ ਪੜ੍ਹਨੀ ਹੈ, ਉਹਨੂੰ ਰਿਵੀਜ਼ਨ ਜ਼ਰੂਰ। ਤਾਂ ਉਹਦੇ ਨਾਲ ਨੰਬਰ ਕੀ ਜ਼ਿਆਦਾ ਆਣਗੇ। ਇੱਕ ਇੰਟਰਨੈਸ਼ਨਲ ਕਨਵੈਨਸ਼ਨ ਜਿਹੜੀਆਂ এনवायरमेंट ਨਾਲ ਰਿਲੇਟਡ ਹੈ, ਉਹਨੂੰ ਉਹ ਥੋਰਲੀ ਤੁਹਾਨੂੰ ਪ੍ਰੀਪੇਅਰ ਹੋਣੀ ਚਾਹੀਦੀ ਹੈ। ਜਾਂ ਕੋਈ ਵੀ ਆਪਣੇ ਬਾਇਓਸਫੀਅਰ ਰਿਜ਼ਰਵਸ, ਨੈਸ਼ਨਲ ਪਾਰਕਸ, endangered species, level of protection given to them under CITES convention on protection of international trade ਸੀਗਾ, and wildlife protection act। ਤਾਂ ਉਹਦੇ ਵਿੱਚ ਕੀ ਹੈ, ਡਿਫਰੈਂਟ ਕੈਟੇਗਰੀਜ਼ ਆਫ ਪ੍ਰੋਟੈਕਸ਼ਨ ਹੈ, ਜਿਵੇਂ ਸ਼ਡਿਊਲ 1 2 3 4 5 ਵਾਲੀ, and thereafter there is IUCN red list based category of endangered ਹੈ। ਤਾਂ ਇਹੋ ਜਿਹੀ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਹਰ ਵਾਰੀ ਕੁਐਸਚਨ ਪੁੱਛੇ ਜਾਂਦੇ, ਤੇ ਤੁਸੀਂ ਉਹ ਜਿਹੀ ਇਨਫੋਰਮੇਸ਼ਨ ਪ੍ਰੀਪੇਅਰ ਰੱਖਣੀ ਹੈ, ਚਾਹੇ ਕੁਐਸਚਨ ਉਹਨਾਂ ਤੋਂ ਇੱਕ ਨਾ। ਮਟੀਰੀਅਲ ਆਨਲਾਈਨ, ਬਲੀਵ ਮੀ ਆਨਲਾਈਨ ਬਹੁਤ ਕੁਛ ਹੈ। ਯੂ ਮਸਟ ਜੁਆਇਨ 3-4 ਟੈਲੀਗ੍ਰਾਮ ਚੈਨਲ, ਉੱਥੇ ਕਰਾਊਡ ਸੋਰਸਿੰਗ ਹੁੰਦੀ ਹੈ, ਹਰੇਕ ਸੋਰਸਿਸ ਤੋਂ ਇਨਫੋਰਮੇਸ਼ਨ ਆਈ ਜਾਊਗੀ। ਬਟ ਸਮਾਰਟ ਸਟੱਡੀ ਬਹੁਤ ਜ਼ਰੂਰੀ ਹੈ ਪ੍ਰੀਲਿਮਸ ਵਾਸਤੇ ਸਪੈਸ਼ਲ। ਆਪਣੇ ਰਿਸੋਰਸਿਸ ਨੂੰ ਬਾਉਂਡ ਨਹੀਂ ਕਰਨਾ, ਬਟ ਉਹਨੂੰ ਸਪੈਂਡ ਇੰਨਾ ਕੁ ਕਰਨਾ ਕਿ ਇਕੱਲੇ ਸਮਾਰਟ ਮਟੀਰੀਅਲ ਹੀ ਆਪਣੇ ਕੋਲ ਆ। ਕਿਸੇ ਵੀ ਚੀਜ਼ ਦਾ ਜਿਸਟ ਪੜ੍ਹਨਾ, ਪੂਰੀ ਉਹਨੂੰ ਮਟੀਰੀਅਲ ਨਹੀਂ ਪੜ੍ਹਨਾ। ਜਿਵੇਂ ਇਕਨੋਮਿਕ ਸਰਵੇ ਲੋਕੀ 250-250 ਪੇਜ ਦਾ ਲੈ ਕੇ ਬਹਿ ਜਾਂਦੇ ਆ, ਰਿਵੀਜ਼ਨ ਕਿਵੇਂ ਕਰਨੀ, ਇੱਕ ਵਾਰੀ ਨਹੀਂ ਪੜ੍ਹਿਆ ਜਾਂਦਾ ਉਹ। ਤਾਂ ਤੁਸੀਂ ਹਮੇਸ਼ਾ ਸਮਰੀ ਪੜ੍ਹਨੀ ਹੈ, ਵਧੀਆ ਕੁਆਲਿਟੀ ਦੀ ਸਮਰੀ ਪਿਕ ਕਰੋ, 4-5 ਇੰਸਟੀਟਿਊਟਸ ਦਾ ਦੇਖ ਕੇ ਸਮਰੀ ਜਿਹੜੀ ਬੈਸਟ ਹੋਊਗੀ ਉਹਨੂੰ ਚੁੱਕੋ, ਜਿਹਦੇ ਤੋਂ ਤੁਹਾਨੂੰ ਲੱਗਦਾ ਪ੍ਰੀ ਤੇ ਮੇਨਸ ਦੋਨੇ ਕਵਰ ਹੋ ਰਹੇ ਨੇ। ਉਸ ਤੋਂ ਬਾਅਦ ਜਦੋਂ ਇੱਕ ਵਾਰੀ ਸਿਲੇਬਸ ਉਹ 'ਚੋਂ ਕਵਰ ਕਰ ਲਿਆ, ਰਿਵੀਜ਼ਨ ਜ਼ਰੂਰ ਕਰਨੀ ਹੈ। ਪ੍ਰੀਲਿਮਸ ਤੋਂ ਪਹਿਲੇ 2 ਵਾਰੀ ਰਿਵੀਜ਼ਨ ਤੁਹਾਡੇ ਮਟੀਰੀਅਲ ਦੀ ਹੋਣੀ ਜ਼ਰੂਰੀ ਹੈ। ਜਦੋਂ 2 ਵਾਰੀ ਰਿਵੀਜ਼ਨ ਹੋਊਗੀ, then there is no scope for guesswork, there is no scope for problem in recalling or any other thing। ਤਾਂ ਈਜ਼ੀਲੀ ਤੁਸੀਂ ਪੇਪਰ ਅਟੈਂਪਟ ਕਰ ਸਕਦੇ ਹੋ, ਸਾਈਕੋਲੋਜੀਕਲੀ ਬੂਸਟ ਹੁੰਦਾ ਹੈ ਤੇ ਮੋਰਲ ਥੋੜਾ ਹਾਈ ਹੁੰਦਾ ਐਗਜ਼ਾਮੀਨੇਸ਼ਨ ਦੌਰਾਨ ਕਿ ਹਾਂ ਮੈਂ ਕਵਰ ਕਰ ਚੁੱਕਿਆ, ਜੇ ਮੈਨੂੰ ਨਹੀਂ ਆਉਂਦਾ ਤਾਂ ਕਿਸੇ ਨੂੰ ਨਹੀਂ ਆਉਂਦਾ। ਵੈਸੇ ਇਹ ਸੋਚ ਕੇ ਜਾਣਾ ਹਮ ਹੀ ਹਮ ਹੈ, ਬਾਕੀ ਸਭ ਤਾਂ ਮੈਂ। ਇਹ ਸਰ ਕਿਹੜੇ ਇੰਸਟੀਚਿਊਟ ਦੀ ਵੈਸੇ ਸਮਰੀ ਸਹੀ ਰਹੇਗੀ?
देखो ਅੱਜ-ਕੱਲ 4-5 ਜਲਦੀ ਇੰਸਟੀਟਿਊਟ ਜਿਹੜੇ ਚੱਲ ਰਹੇ ਨੇ, ਥੋੜੀ ਕਈ ਵਾਰ ਪਤਾ ਕੀ ਹੁੰਦਾ, ਨਵਾਂ ਕੋਈ ਇੰਸਟੀਟਿਊਟ ਦਾ ਆ ਗਿਆ, ਟੈਲੀਗ੍ਰਾਮ ਤੇ ਤਾਂ ਆਲ ਇੰਡੀਆ ਜਿਹੜਾ ਮਰਜ਼ੀ ਹੋ ਸਕਦਾ, ਕੋਈ ਕੈਂਡੀਡੇਟ ਵੀ ਹੋ ਸਕਦਾ, ਕੋਈ ਸਟੂਡੈਂਟ ਵੀ ਪ੍ਰਿਪੇਅਰ ਕਰਕੇ ਦੇ ਸਕਦਾ, ਤਾਂ ਜਿਹੜਾ ਮਰਜ਼ੀ ਚੱਕ ਲਓ। ਬਟ ਆਈ ਵੁੱਡ ਸੁਜੈਸਟ ਵੀ ਤੁਸੀਂ ਇੱਕ ਵਾਰੀ ਇਨਸਾਈਟਸ ਔਨ ਇੰਡੀਆ ਦਾ ਕੱਲਾ এনवायरमेंट ਵਾਲਾ ਠੀਕ ਹੁੰਦਾ, ਬਾਕੀ ਨੇ ਹੁੰਦੇ ਨਹੀਂ। ਬਟ ਸ਼ੰਕਰ ਦਾ ਵੀ ਠੀਕ ਹੈ, ਦੇਖ ਲਓ, ਬਾਕੀ ਮਿਲ ਜਾਣਗੇ ਉਹ। ਡੇਲੀ ਕਰੰਟ ਅਫੇਅਰ ਜੇ ਤੁਸੀਂ ਪੜ੍ਹ ਸਕਦੇ ਹੋ ਕਿਸੇ ਵੈਬਸਾਈਟ ਦਾ, ਜਿਵੇਂ ਦ੍ਰਿਸ਼ਟੀ ਦਾ ਹੋ ਗਿਆ ਜਾਂ ਫੋਰਮ IAS ਹੋ ਗਿਆ, ਦੈਟ ਵੁੱਡ ਹੈਲਪ ਯੂ। ਆਪਾਂ ਕੰਪਾਈਲੇਸ਼ਨ 300 ਮਹੀਨਾ ਪਹਿਲੇ ਤਾਂ ਪੜ੍ਹਦੇ ਹਾਂ, ਪੂਰਾ 1 ਸਾਲ ਦਾ ਕਰੰਟ ਅਫੇਅਰ ਆਪਣਾ ਰਿਵਾਈਜ਼ ਹੋ ਜਾਂਦਾ। ਕਈ ਵਾਰ ਕੀ ਹੁੰਦਾ, ਆਪਾਂ ਕੁਝ 1-2 ਮਹੀਨੇ ਜਾਂ 1 ਹਫ਼ਤਾ ਸਕਿਪ ਕੀਤਾ ਕਰੰਟ ਅਫੇਅਰ, ਹੋ ਸਕਦਾ ਉਸ ਚੋਂ 1-2 ਕੁਐਸਚਨ ਆਣੇ ਹੋਣ, ਤਾਂ ਆਪਣਾ ਉਹ ਟੌਪਿਕਸ ਵੀ ਕਵਰ ਹੋ ਜਾਂਦੇ ਆ। ਐਂਡ ਦੈਟ ਵੁੱਡ ਹੈਲਪ ਯੂ ਅ ਲੋਟ ਡਿਊਰਿੰਗ ਮੇਨਸ ਐਗਜ਼ਾਮੀਨੇਸ਼ਨ। ਜਦੋਂ 1 ਸਾਲ ਪਹਿਲੀ ਪ੍ਰੀਲਿਮ ਦੌਰਾਨ ਪੜ੍ਹਿਆ ਹੋਊਗਾ, ਮੇਨਸ ਵੇਲੇ ਦੁਬਾਰਾ ਪੜ੍ਹਾਂਗੇ ਤਾਂ ਆਪਣੀ ਰਿਵੀਜ਼ਨ ਹੋ ਜੂਗੀ, ਪੇਪਰ ਮੇਨਸ ਵਾਸਤੇ ਰੈਡੀਲੀ ਤਿਆਰੀ ਹੋ ਜਾਂਦੀ ਹੈ। ਸਰ ਤੁਸੀਂ ਜੀਐਸ ਵਾਸਤੇ ਕਿਹੜੇ ਕੋਚਿੰਗ ਇੰਸਟੀਚਿਊਟ ਤੋਂ ਕੋਚਿੰਗ ਲਈ ਹੈ ਜੀ? ਸਰ ਜੀਐਸ ਵਾਸਤੇ ਤੁਸੀਂ ਕਿਹੜੇ ਇੰਸਟੀਚਿਊਟ ਤੋਂ ਕੋਚਿੰਗ ਲਈ ਆ? ਜੀ ਮੈਨੇ ਕੋਈ ਛੱਡਿਆ ਹੀ ਨਹੀਂ। ਬਟ ਐ ਵੀ ਦੇਖੋ, ਗੱਲ ਪਤਾ ਕੀ ਹੈ, ਜਿੰਨੇ ਤੱਕ ਤੁਹਾਡਾ ਸਿਲੇਬਸ ਨਹੀਂ ਕਵਰ ਹੁੰਦਾ, ਚਾਹੇ ਕੋਈ ਤੁਸੀਂ ਕੋਈ ਉਹਦੀ ਟੈਂਡੈਂਸੀ ਹੁੰਦੀ ਹੈ 2-3 ਸਬਜੈਕਟ ਉਹਦੇ ਵਧੀਆ ਹੁੰਦੇ ਆ, 2-3 ਮਾੜੇ ਹੁੰਦੇ ਆ। ਬੈਟਰ ਵੇ ਹੈ ਵੀ ਕੋਈ ਇਹੋ ਜਿਹਾ ਇੰਸਟੀਚਿਊਟ ਦੇਖੋ ਜਿਹਦੇ 'ਚ ਉਹ ਤੁਹਾਨੂੰ ਗਾਰੰਟੀ ਦੇਣ ਵੀ ਸਾਰੇ ਸਬਜੈਕਟ ਕਵਰ ਕਰਾ ਦੇਣ ਟਾਈਮ ਬਾਉਂਡ ਤਰੀਕੇ ਦੇ ਨਾਲ। ਜਦੋਂ ਤੁਹਾਡਾ ਟਾਈਮ ਬਾਉਂਡ ਸਿਲੇਬਸ ਇੱਕ ਵਾਰੀ ਕਵਰ ਹੋਊਗਾ, ਉਸ ਤੋਂ ਬਾਅਦ ਯੂ ਆਰ ਔਨ ਯੂਰ ਓਨ, ਵੀ ਤੁਸੀਂ ਫੇਰ ਆਪਣੇ ਆਪ ਨੂੰ ਤਰਾਸ਼ਣਾ ਕਿਵੇਂ, ਵਧੀਆ ਇਨਫੋਰਮੇਸ਼ਨ ਲੈ ਕੇ, ਟੋਪਰਸ ਦੇ ਨੋਟਸ ਲੈ ਕੇ, ਕੋਈ ਨਵਾਂ ਮਟੀਰੀਅਲ ਲੈ ਕੇ, ਅਲੱਗ-ਅਲੱਗ ਕੋਈ ਇੱਧਰ ਉੱਧਰ ਸਾਊਥ ਦਾ ਕੋਈ ਕਿਤੇ ਦਾ ਇੰਸਟੀਚਿਊਟ ਹੈ, ਉਹਨੂੰ ਉਹਦੀ ਮਟੀਰੀਅਲ ਚੱਕ ਕੇ ਫਿਰ ਤੁਸੀਂ ਆਪਣੇ ਆਪ ਜੋ ਮਰਜ਼ੀ ਕਰ ਸਕਦੇ ਹੋ। ਇੰਟਰਨੈਟ ਤੇ ਬਹੁਤ ਕੁਝ ਅਵੇਲੇਬਲ ਹੈ। ਬਟ ਇਹ ਹੈ ਵੀ ਇੱਕ ਵਾਰੀ ਸਿਲੇਬਸ ਕਵਰ ਹੋਣਾ ਜ਼ਰੂਰੀ ਹੈ। ਕੋਚਿੰਗ ਇੰਸਟੀਚਿਊਟ ਇਹ ਤਾਂ ਦੇਖੋ ਜੀ, ਪਤਾ ਕੀ ਹੈ, ਜੇ ਤੁਸੀਂ ਅਫੋਰਡ ਕਰ ਸਕਦੇ ਹੋ ਜਿੱਥੇ ਵੀ, ਹੈ ਨਾ, ਅੱਜ ਕੱਲ ਤਾਂ ਆਨਲਾਈਨ ਹੈ ਸਾਰਾ, ਤੁਸੀਂ ਕੀ ਕਰੋ, ਇੱਕ ਲੋਕਲ ਇੰਸਟੀਚਿਊਟ ਜੁਆਇਨ ਕਰ ਲਓ। ਇਫ ਯੂ ਕੈਨ ਅਫੋਰਡ ਕੋਈ ਆਊਟ ਸਟੇਸ਼ਨ ਇੰਸਟੀਚਿਊਟ ਵੀ ਜੁਆਇਨ ਕਰ ਸਕਦੇ ਹੋ, ਕੋਈ ਸਬਜੈਕਟ ਸਪੈਸ਼ਲਿਸਟ ਨੂੰ ਅਪਰੋਚ ਕਰ ਸਕਦੇ ਹੋ, ਠੀਕ ਹੈ ਜੀ। ਜਾਂ ਕੋਈ ਆਪਣਾ ਕਿਸੇ ਸਿਲੈਕਟਡ ਕੈਂਡੀਡੇਟ ਦੀ ਜਾਂ ਕਿਸੇ ਦੇ ਮਾਰਕਸ ਜ਼ਿਆਦਾ ਆਏ ਹੋਣ ਕਿਸੇ ਸਬਜੈਕਟ ਦੇ ਵਿੱਚ, ਸਪੋਜ਼ ਕਿਸੇ ਦੇ ਐਥਿਕਸ ਦੇ ਵਿੱਚ ਕੰਸਿਸਟੈਂਟਲੀ 110+ ਆ ਰਹੇ ਨੇ ਇੱਕ UPSC ਦੇ ਐਗਜ਼ਾਮ ਦੇ ਵਿੱਚ, ਤਾਂ ਤੁਸੀਂ ਉਹਨੂੰ ਅਪਰੋਚ ਕਰ ਸਕਦੇ ਹੋ। ਹੀ ਕੈਨ ਪ੍ਰੋਵਾਈਡ ਯੂ ਮਟੀਰੀਅਲ ਐਂਡ ਯੂ ਨੋ some tips. He can always provide you some tips. ਤਾਂ ਉਹਦੇ ਨਾਲ ਕੀ ਨੰਬਰ ਥੋੜੇ ਇੰਪਰੂਵ ਹੋਣਾ ਸਟਾਰਟ ਹੋ ਜਾਂਦੇ। ਆਈ ਥਿੰਕ ਕੋਚਿੰਗ ਦਾ ਬੇਸ ਇੰਨਾ ਕਿ ਹੁੰਦਾ, ਤੁਹਾਡਾ ਸਿਲੇਬਸ ਕਵਰ ਕਰਾ ਦਿੰਦਾ ਤੇ ਤੁਹਾਨੂੰ ਫੈਮਿਲਰਾਈਜ਼ ਕਰ ਦਿੰਦਾ ਇਨ ਸ਼ੋਰਟ ਅਮਾਊਂਟ ਆਫ ਟਾਈਮ। ਕਿਉਂਕਿ UPSC ਸਿਵਲ ਸਰਵਿਸਿਜ਼ ਦੀ ਤਿਆਰੀ ਵਾਸਤੇ ਬੱਚੇ ਡਾਇਵਰਸ ਗ੍ਰੈਜੂਏਸ਼ਨ ਸਟਰੀਮਸ ਤੋਂ ਆਉਂਦੇ ਨੇ, ਤਾਂ ਉਹਦੇ ਵਿੱਚ ਕੀ ਹੁੰਦਾ ਹੈ, ਆਪਾਂ ਫੈਮਿਲੀਰਾਈਜ਼ ਨਹੀਂ ਹੁੰਦੇ ਜਨਰਲ ਸਟੱਡੀਜ਼ ਦੇ ਵਾਸਟ ਓਸ਼ੀਅਨ ਨਾਲ, ਠੀਕ ਹੈ ਜੀ। ਉਹ ਇੱਕ ਬੇਸਿਕ ਜਿਹੜਾ ਹੈਗਾ ਉਹ ਹੈ। ਬਾਕੀ it is your call whether you want to join any institute or not, but believe me, it helps you save your time, lots of time. You are in your prime, you don't want to waste your prime age, young age, है ना, beating around the bush। यही है भी इस दौरान जब तुम स्टडी करोगे सही गाइडेंस ਦੇ ਵਿੱਚ, ਤੁਹਾਡਾ ਲਾਈਫ ਦੇ ਕੁਝ ਈਅਰਸ ਸੇਵ ਹੋ ਜਾਣਗੇ ਸਕਸੈਸ ਨੂੰ ਪਾਉਣ ਤੱਕ, ਠੀਕ ਹੈ ਜੀ। ਘੱਟ ਉਮਰ 'ਚ ਜੇ ਸਿਲੈਕਟ ਕਰਦੇ ਹੋ ਤਾਂ ਪ੍ਰਮੋਸ਼ਨ ਜ਼ਿਆਦਾ ਹੁੰਦੀ ਹੈ, ਸੀਨੀਅਰਟੀ 'ਚ ਅੱਗੇ ਹੋਵੋਗੇ। ਤੇ ਲੇਟ ਸਿਲੈਕਟ ਸਰ ਤੁਸੀਂ ਕਿੰਨੀ ਏਜ 'ਚ ਕਲੀਅਰ ਕੀਤਾ? ਹਾਂਜੀ, ਤੁਸੀਂ ਕਿੰਨੀ ਏਜ 'ਚ ਕਲੀਅਰ ਕੀਤਾ ਐਗਜ਼ਾਮ? ਦੇਖੋ ਜੀ, ਮੇਰੀ ਹੈਗੀ ਸੀ 27 ਤੇ ਮੈਂ 2018 ਵਾਲਾ ਪੇਪਰ ਦਿੱਤਾ ਸੀ ਤੇ ਰਾਈਟ ਨਾਓ ਆਮ 29 ਤੇ ਇਸ ਵਾਰੀ ਮੇਰਾ ਦੁਬਾਰਾ ਕਲੀਅਰ ਹੋਇਆ 2021 PCS 2022। ਸਰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਆਪਸ਼ਨਲ ਸਬਜੈਕਟ ਸਾਨੂੰ ਕਦੋਂ ਸ਼ੁਰੂ ਕਰ ਦੇਣਾ ਚਾਹੀਦਾ ਆਪਣੀ, ਮਤਲਬ ਜੇ 1 ਈਅਰ ਦਾ ਆਪਾਂ ਪਲਾਨ ਬਣਾ ਕੇ ਚੱਲਦੇ ਹਾਂ ਤਾਂ ਮਤਲਬ GS ਜੋ ਮੇਨ 4 ਸਬਜੈਕਟਸ ਆ ਉਸ ਤੋਂ ਬਾਅਦ ਸ਼ੁਰੂ ਕਰਨਾ ਚਾਹੀਦਾ ਆਪਸ਼ਨਲ, ਜਾਂ ਨਾਲ ਦੀ ਨਾਲ ਹੀ ਸ਼ੁਰੂ ਤੋਂ ਹੀ ਆਪਾਂ ਨੂੰ ਸ਼ੁਰੂ ਕਰ ਲੈਣਾ ਚਾਹੀਦਾ ਆਪਣਾ ਕੋਈ ਵੀ ਆਪਸ਼ਨਲ ਸਬਜੈਕਟ? ਦੇਖੋ ਪਤਾ ਕੀ ਹੈ, ਆਪਾਂ ਪੇਪਰ ਤਾਂ ਦੇ ਦਿੰਦੇ ਹਾਂ ਤੇ ਤਿਆਰੀ ਹੁੰਦੀ ਨਹੀਂ। ਆਪਸ਼ਨਲ ਸਬਜੈਕਟ ਦੀ ਮੇਨ ਖਾਸੀਅਤ ਪਤਾ ਕੀ ਹੈ, ਵੀ ਤੁਹਾਡਾ ਜੇ ਸਟਰੋਂਗ ਹੈ ਤਾਂ ਤੁਸੀਂ ਚਾਂਸਿਸ ਹੁੰਦੇ ਆ ਵੀ ਤੁਸੀਂ ਪ੍ਰੀਲਿਮ ਤੇ ਮੇਨਸ ਕਲੀਅਰ ਕਰਕੇ ਇੰਟਰਵਿਊ ਕਾਲ ਪ੍ਰਾਪਤ ਕਰੋਗੇ। ਬਟ ਜੇ ਆਪਸ਼ਨਲ ਸਟਰੋਂਗ ਨਹੀਂ ਹੈ ਤਾਂ ਤੁਹਾਨੂੰ ਕੋਈ ਕਾਲ ਨਹੀਂ ਆਉਂਦੀ ਡਿਸਪਾਈਟ ਗੈਟਿੰਗ ਹਾਈ ਮਾਰਕਸ ਇਨ ਜਨਰਲ ਸਟੱਡੀਜ਼ ਪੇਪਰ। ਮੈਂ ਤਾਂ ਚਾਹੁੰਦਾ ਵੀ ਤੁਸੀਂ ਆਪਸ਼ਨ ਨੂੰ ਪਹਿਲੇ ਤਵੱਜੋ ਦਿਓ, ਜਨਰਲ ਸਟੱਡੀਜ਼ ਨਾਲ ਚਲਾਓ ਤੇ ਦੋਨੇ ਪੈਰਲਲ ਹੀ ਚੱਲਣ ਤਾਂ ਬੈਟਰ ਹੈ, ਕਿਉਂਕਿ UPSC ਦੇ ਵਿੱਚ ਸਟੱਡੀ ਬਹੁਤ ਕਰਨੀ ਪੈਂਦੀ ਹੈ। ਜੇ ਤੁਸੀਂ 10 ਘੰਟੇ ਦੀ ਤਾਂ 12 ਘੰਟੇ ਪੜ੍ਹ ਦੋਨਾਂ ਨੂੰ ਕਵਰ ਕਰਨ ਵਾਸਤੇ, ਠੀਕ ਹੈ ਜੀ।
ਥੈਂਕ ਯੂ ਸਰ। ਇਹ ਵੀ ਨਾਲ ਚੱਲਣਾ ਚਾਹੀਦਾ। ਆਪਸ਼ਨਲ ਸਬਜੈਕਟ ਪਹਿਲੇ ਤਿਆਰ ਹੋਣਾ ਚਾਹੀਦਾ। ਆਈ ਥਿੰਕ ਜੀਐਸ ਨਾਲੋਂ ਜ਼ਿਆਦਾ ਇੰਪੋਰਟੈਂਸ ਯੂਪੀਐਸਸੀ ਵਾਸਤੇ ਆਪਸ਼ਨਲ ਦੀ ਹੈ। ਤੇ ਆਪਸ਼ਨ 'ਚ ਜੇ ਨੰਬਰ ਪਹਿਲੇ ਤੁਹਾਡੀ ਕੰਪੀਟੈਂਸ ਮਤਲਬ ਵੀ ਸਕਿੱਲ ਡਿਵੈਲਪ ਹੋ ਚੁੱਕੀ ਆ, ਤੁਹਾਡੇ ਮੈਮੋਰਾਈਜ਼ ਹੋਏ ਪਏ ਨੇ ਕੰਸੈਪਟਸ ਕਲੀਅਰ ਨੇ, ਤਾਂ ਉਹਦੇ ਨਾਲ ਕੀ ਹੈ ਜਨਰਲ ਸਟੱਡੀਜ਼ ਕਵਰ ਕਰਨੀ ਬਾਅਦ 'ਚ ਈਜ਼ੀ ਰਹੂਗੀ, ਕਿਉਂਕਿ ਤੁਸੀਂ ਸਿਰਫ ਆਪਣੇ ਜਨਰਲ ਸਟੱਡੀਜ਼ 'ਤੇ ਫੋਕਸ ਕਰੋਗੇ ਬਾਅਦ 'ਚ। ਤੇ ਆਪਸ਼ਨਲ ਨਾਲ ਚਲਾਇਆ ਜਾ ਸਕਦਾ ਹੈ। ਲੇਟ ਕਰਾਉਣ ਦਾ ਕੋਈ ਆਈਡੀਆ, ਪਹਿਲੇ ਕਰੋ ਜਾਂ ਬਰਾਬਰ ਕਰੋ, ਨਾਲ ਕਰੋ। ਲੇਟ ਤਾਂ ਫਿਰ 2022 ਲਈ ਅਗਰ ਮੈਂ ਮਤਲਬ ਕਰ ਰਹੀ ਹਾਂ ਤਿਆਰੀ ਆਪਣੇ UPSC ਦੀ, ਤਾਂ ਮਤਲਬ ਹੁਣ ਮੈਂ ਸ਼ੁਰੂ ਕਰਦਾ ਆਪਣਾ ਆਪਸ਼ਨਲ। ਅੱਜ ਹੁਣ ਕਰ ਸਕਦੇ ਤੁਸੀਂ, ਬਿਲਕੁਲ ਕਰਨਾ ਚਾਹੀਦਾ। ਹੁਣੇ ਸਟਾਰਟ ਕਰੋਗੇ ਤਾਂ ਹੀ ਉਦੋਂ ਤੱਕ ਤੁਸੀਂ ਵਧੀਆ ਸਕਿੱਲ ਡਿਵੈਲਪ ਕਰ ਪਾਓਗੇ ਤੇ ਵਧੀਆ ਮਾਰਕਸ ਫੈਚ ਕਰ ਪਾਓਗੇ। ਤੇ ਤੁਹਾਡਾ ਫਰਸਟ ਅਟੈਂਪਟ ਹੋਊਗਾ 2022 ਦੇ ਵਿੱਚ? ਹਾਂਜੀ ਸਰ, ਮੇਰਾ ਫਰਸਟ ਅਟੈਂਪਟ ਹੈ। ਲਾਸਟ ਈਅਰ ਮੈਂ ਆਪਣੀ ਗ੍ਰੈਜੂਏਸ਼ਨ BDS ਕੀਤੀ ਹੈ, ਡੈਂਟਿਸਟ। ਹਾਂਜੀ। ਤੇ ਤੁਹਾਨੂੰ ਹੁਣ ਸਟਾਰਟ ਕਰ ਦੇਣਾ ਚਾਹੀਦਾ ਆਈ ਥਿੰਕ ਆਪਸ਼ਨ। ਤੇ ਜਿੰਨਾ ਲੇਟ ਕਰੋਗੇ ਉਹਨਾਂ ਥੋੜਾ ਐ ਵੀ ਸਲੋ ਪ੍ਰੋਗਰੈਸ ਹੁੰਦੀ ਕਈ ਵਾਰੀ। ਹੁਣ ਤੋਂ ਕਰੋਗੇ ਤੁਹਾਨੂੰ ਗਾਈਡੈਂਸ ਮਿਲ ਜੂਗੀ, ਤੁਸੀਂ ਕਈ ਵਾਰ ਥੋਰੋ ਹੋ ਜਾਓਗੇ ਆਪਣੇ ਸਿਲੇਬਸ ਦੌਰਾਨ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਤੁਸੀਂ ਟੈਸਟ ਵੀ ਲਿਖ ਪਾਓਗੇ। ਤੇ ਟੈਸਟ ਦਾ ਮੇਨ ਪਤਾ ਕੀ ਹੁੰਦਾ, ਬੱਚੇ ਡਰਦੇ ਜ਼ਿਆਦਾ ਨੇ, ਟੈਸਟ ਲਿਖਦੇ ਘੱਟ, ਤਾਂ ਉਹ ਥੋੜਾ ਜਿਹਾ ਤੁਹਾਨੂੰ ਚੈਲੰਜ ਕਰੂਗਾ। ਤੇ ਜੇ ਤੁਹਾਡੇ ਕੋਲ ਸਾਲ ਹੋਊਗਾ ਤਾਂ ਤੁਸੀਂ ਈਜ਼ੀਲੀ ਕਰ ਪਾਓਗੇ। ਜਨਰਲ ਸਟੱਡੀਜ਼ ਤਾਂ ਦੇਖੋ ਵਾਸਟ ਓਸ਼ਨ ਹੈ, ਤੁਹਾਨੂੰ ਹਰ ਸਾਲ ਬਹੁਤ ਜ਼ਿਆਦਾ ਪੜ੍ਹਨਾ ਪੈਣਾ, ਕਿਉਂਕਿ ਤੁਹਾਨੂੰ ਕਰੰਟ ਅਫੇਅਰਸ ਬਹੁਤ ਜ਼ਿਆਦਾ ਥੋਰੋਲੀ ਪੜ੍ਹਨੇ ਪੈਣਗੇ, ਬੋਥ ਫॉर ਪ੍ਰੀਲਿਮਸ ਐਂਡ ਮੇਨਸ। ਆਪਸ਼ਨਲ ਹੈ ਵੀ ਜੇ ਤੁਸੀਂ ਕੋਈ ਇਹੋ ਜਿਹਾ ਆਪਸ਼ਨ ਚੂਜ਼ ਕਰਦੇ ਹੋ ਜਿਸ 'ਚ ਕਰੰਟ ਅਫੇਅਰ ਡਾਇਮੈਂਸ਼ਨ ਬਹੁਤ ਘੱਟ ਹੈ, ਸਟੈਟਿਕ ਡਾਇਮੈਂਸ਼ਨ ਜ਼ਿਆਦਾ, ਤਾਂ ਤੁਹਾਨੂੰ ਹੁਣੇ ਹੀ ਕਰ ਲੈਣਾ ਚਾਹੀਦਾ। ਥੈਂਕ ਯੂ ਸਰ। ਕਿਸੇ ਹੋਰ ਦੀ ਕੋਈ ਕੁਐਰੀਜ਼ ਹੋ? ਸਰ 2022 ਦੇ ਵਿੱਚ ਭਲਾ PCS ਕੰਡਕਟ ਹੋਊਗਾ ਅਗਲੇ ਸਾਲ? ਵੈਸੇ ਇਹ ਰੈਗੂਲਰ ਹੁੰਦਾ ਜੀ, ਹਰ ਸਾਲ ਹੁੰਦਾ ਸਰ। ਠੀਕ ਆ। ਹਾਂਜੀ, ਕੱਲਾ PCS ਪੰਜਾਬ PCS ਹੈ ਜਿਹੜਾ, UPSC ਰੈਗੂਲਰ ਹੁੰਦਾ ਹੈ। PCS ਦਾ ਥੋੜਾ ਆਈਡੀਆ ਹੁੰਦਾ। UPSC ਦਾ ਪੁੱਛ ਰਹੇ ਹੋ ਤੁਸੀਂ? ਕਿਸੇ ਹੋਰ ਦੀ ਕੋਈ ਕੁਐਰੀਜ਼ ਹੋ? ਸੂਰਜ ਜੀ ਚੈਟ ਦੇ ਵਿੱਚ ਵੀ ਕੁਝ ਕੁਐਸਚਨਸ ਆਏ ਹੋਏ ਹਾਂਜੀ ਆ। ਹਾਂਜੀ, ਆਈ ਐਮ ਲੁਕਿੰਗ ਇਨਟੂ ਦਿਸ। ਪਹਿਲਾਂ ਦਾ ਪਿਆ ਹੋਇਆ ਚੈਟ ਤਾਂ ਭਰੀ ਪਈ ਹੈ, ਮੈਂ ਹੁਣ ਦੇਖੀ। ਹਾਂਜੀ ਹਾਂਜੀ ਹਾਂ। ਇੱਕ ਕੁਐਸਚਨ ਇੱਥੇ ਸੀ ਫਰੋਮ ਗੀਤਿਕਾ। Being from medical background, I have no knowledge in economics. Can you please suggest me how can I start with the economic GS? Very good question, ma'am. Actually, economics ਦੇ ਵਿੱਚ ਨਾ concept ਥੋੜੇ thoroughly clear ਹੋਣੇ ਚਾਹੀਦੇ ਨੇ। Are you listening to me, Geetika? Yes sir, yes. You can go to brunel.org, or you can always go to his channel on YouTube. Brunel Patel is a teacher of economics and he hails from Gujarat, and he thoroughly makes the concepts of economics very funny, and you can easily cover syllabus on those channels. ਤਾਂ ਉਹਦੇ ਵਿੱਚ ਕੀ ਇੱਕ ਵਾਰੀ ਉਹਨਾਂ ਦੀ PDF ਫਾਈਲਸ ਕੋਈ ਮਿਲ ਜਾਣਗੇ, ਤੁਹਾਨੂੰ ਨੋਟਸ ਮਿਲ ਜਾਣਗੇ ਜਾਂ ਹੈਂਡਆਊਟਸ ਮਿਲ ਜਾਣਗੇ ਔਨ ਟੈਲੀਗ੍ਰਾਮ, ਤਾਂ ਤੁਸੀਂ ਉਹਦੇ ਥਰੂ ਗੋ ਥਰੂ। ਦੈਟ ਇਜ਼ more detailed than any book available in the market, ਠੀਕ ਹੈ ਜੀ। ਤਾਂ ਉਹਦੇ ਵਿੱਚ ਜਿਹੜੇ ਮੇਨ ਕਨਸੈਪਟਸ ਨੇ ਸਿਰਫ ਉਹੀ ਕਰਨੇ ਆ, ਜ਼ਿਆਦਾ ਡਿਟੇਲ ਥੋੜਾ ਡਿਫਿਕਲਟ ਹੋ ਜਾਊਗਾ। You may start with the economic survey of India and budget videos. ਇਹ ਦੋ ਸਟਾਰਟ ਕਰੋਗੇ, ਉਸ ਤੋਂ ਬਾਅਦ ਬੇਸਿਕਸ ਕਰਨੀ ਪਰਸਿਊ ਕਰਿਓ, ਕਿਉਂਕਿ ਉਹ ਬੇਸਿਕਸ ਨਾਲ ਚਲਾਉਂਦੇ ਨੇ। ਇੱਕ ਵਾਰੀ ਤੁਸੀਂ ਮਰੂਨਲ ਕਵਰ ਕਰਤਾ, ਆਈ ਥਿੰਕ ਯੂ ਡੋਂਟ ਨੀਡ ਐਨੀਥਿੰਗ ਐਲਸ, though there are different sources may or may not approach ਮਰੂਨਲ ਪਟੇਲ। ਤਾਂ ਉਹਦੇ ਵਿੱਚ YouTube ਦੇ ਵਿੱਚ ਉਹਨਾਂ ਦੇ ਚੈਨਲ ਹੈਗੇ ਆ, ਯੂ ਗੂਗਲ ਮਰੂਨਲ ਪਟੇਲ MRUNAL, ਤਾਂ ਉਹਦੇ ਵਿੱਚ ਆ ਜਾਓ। ਤੇ ਮੇਨਸ ਦੇ ਵਿੱਚ ਥੋੜਾ ਈਜ਼ੀ ਹੈ। ਮੇਨਸ ਦੇ ਲਈ ਮਟੀਰੀਅਲ ਜਿਹੜਾ ਹੈ ਬਹੁਤ ਹੀ ਡਿਫਾਈਨਡ ਹੈ ਇਕਨੋਮਿਕਸ ਦਾ, ਉਹਦੇ ਵਾਸਤੇ ਤੁਹਾਨੂੰ ਈਜ਼ੀਲੀ ਮਟੀਰੀਅਲ ਬਹੁਤ ਜ਼ਿਆਦਾ ਮਿਲ ਜੂਗਾ। ਆਈ ਥਿੰਕ ਕਰੰਟ ਅਫੇਅਰ ਨਾਲ ਰਿਲੇਟਿਡ ਜਿਹੜਾ ਅਪਡੇਸ਼ਨ ਹੈ ਕਿ ਉਹ ਸਾਰੀ ਦ੍ਰਿਸ਼ਟੀ ਔਰ blog.forum IS ਤੇ ਪਈ ਹੈ। ਜਿਵੇਂ ਐਗਰੀਕਲਚਰ ਰਿਸਪੈਕਟ ਹੈ ਤਾਂ ਐਗਰੀਕਲਚਰ ਦੇ ਨਾਲ ਰਿਲੇਟਿਡ ਜਿੰਨੇ ਵੀ ਆਪਣਾ ਸਟੈਟਿਕ ਐਂਡ ਕਰੰਟ ਅਫੇਅਰ, ਉਹ ਸਾਰਾ blog.forum IS ਤੇ ਪਿਆ ਹੋਇਆ।
ਤੁਸੀਂ ਦੇਖੋਗੇ ਉਹਨਾਂ ਨੇ ਹੈਸ਼ਟੈਗਸ ਬਣਾਏ ਨੇ, ਉਹਨਾਂ ਨੇ ਹਾਈਪਰਲਿੰਕਸ ਬਣਾਏ ਨੇ। ਟਿਕ ਕਰਦੇ ਹੋ ਐਗਰੀਕਲਚਰ, ਤਾਂ ਐਗਰੀਕਲਚਰ ਨਾਲ ਰਿਲੇਟਡ ਜਿੰਨੇ ਵੀ ਸਰਵੇਜ਼ ਵਗੈਰਾ ਕੁਝ ਵੀ ਹੋਏ ਨੇ, ਜਿੰਨੇ ਕਿ ਮੇਜਰ ਇਸ਼ੂਜ਼ ਚੱਲ ਨੇ, ਚਾਹੇ WTO ਹੈ ਚਾਹੇ ਕੁਝ ਵੀ ਹੈ, ਉਹ ਤੁਹਾਨੂੰ ਆਲਰੇਡੀ ਉਸ 'ਤੇ ਮਿਲ ਰਿਹਾ। ਤਾਂ ਉਹ ਕਿਸੇ ਵੀ ਬੁੱਕ ਦੇ ਨਾਲੋਂ ਆਈ ਥਿੰਕ ਜ਼ਿਆਦਾ ਅਪਡੇਟਿਡ ਹੈ, more related with the current. If you go through that, you are already prepared for the mains examination. Prelims ਵਾਸਤੇ ਥੋੜਾ ਇਕਨੋਮਿਕਸ ਬੋਰਡ ਹੈ, ਉਹਦੇ ਵਾਸਤੇ ਮਰੂਨਲ ਪਟੇਲ ਤੁਸੀਂ ਕਰੋਗੇ ਬੇਸਿਕ ਕਨਸੈਪਟਸ ਵਾਸਤੇ ਤੇ ਇਕਨੋਮਿਕ ਸਰਵੇ ਤੇ ਬਜਟ ਵਾਸਤੇ। ਵਾਂਸ ਯੂ ਗੈਟ ਫੈਮਿਲਰਾਈਜ਼ਡ ਵਿਦ ਦ ਕਨਸੈਪਟਸ, ਉਸ ਤੋਂ ਬਾਅਦ ਕੀ ਕਰਨਾ, ਜਦੋਂ ਪ੍ਰੀਲਿਮ ਆਊਗਾ ਤਾਂ ਤੁਸੀਂ ਦੋ ਚੀਜ਼ਾਂ ਕਰਨੀਆਂ। ਇਕਨੋਮਿਕ ਸਰਵੇ ਡਾਊਨਲੋਡ ਕਰਨਾ, ਸਮਰੀ ਸਰ, ਉਹਨੂੰ ਜਦੋਂ ਤੁਸੀਂ ਕਰੋਗੇ ਉਹਦੇ ਵਿੱਚ ਚਾਰਟਸ ਵਗੈਰਾ ਹੋਣਗੇ, ਉਹਦੀ ਐਕਸਪਲੇਨੇਸ਼ਨ ਨੀਚੇ ਲਿਖੀ ਹੁੰਦੀ ਹੈ। ਇਫ ਯੂ ਕੈਨ ਅੰਡਰਸਟੈਂਡ ਦਿਸ ਚਾਰਟ ਤਾਂ ਤੁਹਾਡਾ ਟਾਈਮ ਬਹੁਤ ਸੇਵ ਹੁੰਦਾ। ਕੁਛ ਉਹਦੇ ਵਿੱਚ ਟਰਮੀਨੋਲੋਜੀਸ ਨੇ, ਬਜਟ ਦੇ ਵਿੱਚ ਕਲਾਸੀਫਿਕੇਸ਼ਨ ਕਿਵੇਂ ਹੈ, ਜਾਂ ਬੈਲੈਂਸ ਆਫ ਪੇਮੈਂਟ ਦੀ ਕਲਾਸੀਫਿਕੇਸ਼ਨ ਕਿਵੇਂ ਹੈ, ਕਿਵੇਂ ਟਰਮਸ ਹੈ, ਕੁਛ ਜਿਹੜੇ ਹੈਗੇ ਆ ਕੁਐਸਚਨਸ ਹੈਗੇ ਰਿਪੀਟੇਟਿਵ ਇਨ ਨੇਚਰ ਨੇ। ਤਾਂ ਉਹੀ ਜਿਹੇ ਕਨਸੈਪਟ ਜਦੋਂ ਤੁਸੀਂ ਫੈਮਿਲੀਅਰਾਈਜ਼ ਹੋ ਜਾਓਗੇ, ਉਸ ਤੋਂ ਬਾਅਦ ਤੁਸੀਂ you would feel you are comfortable in economics, and you can easily take a good amount of questions in the prelims. Mains ਦੇ ਵਿੱਚ ਤਾਂ ਪੈਟਰਨ ਥੋੜਾ defined ਹੀ ਹੈ। Even if you cover Marunal or anything, any other source or like forum IES, you must always go through secure compilation of insights on secure mains। ਉਹਦੇ ਵਿੱਚ ਕੀ ਹੈ, ਤੁਹਾਨੂੰ ਪਤਾ ਲੱਗ ਜਾਵੇ ਕਿਹੜੇ ਕਿਹੜੇ ਕੁਐਸਚਨਸ ਮੂਡ ਟੌਪਿਕਸ ਨੇ ਜਿਨ੍ਹਾਂ ਤੇ ਕੁਐਸਚਨ ਆ ਸਕਦਾ UPSC ਮੇਨਸ ਦੇ ਵਿੱਚ। ਤੁਸੀਂ ਸਿਕਿਉਰ ਦੀ ਕੰਪਾਈਲੇਸ਼ਨ ਮੰਥਲੀ ਚੱਕੋਗੇ, ਉਹਦੇ ਵਿੱਚ ਇਕਨੋਮਿਕਸ ਵਾਲਾ ਸੈਕਸ਼ਨ ਦੇ ਵਿੱਚ ਜਿਹੜੇ ਜਿਹੜੇ ਕੁਐਸਚਨਸ ਨੇ, ਇਫ ਯੂ ਆਲਰੇਡੀ ਹੈਵ ਡਾਟਾ ਯੂ ਕੈਨ ਫਰੇਮ ਦ ਆਨਸਰਸ, ਯੂ ਮਸਟ ਡੂ ਇਟ ਯੂਰਸੈਲਫ। ਅਦਰਵਾਈਜ਼ ਜੇ ਤੁਹਾਨੂੰ ਪਤਾ ਹੈ ਕਿ ਕੋਈ ਟੌਪਿਕ ਜਿਵੇਂ ਐਕਸਰਸਾਈਜ਼ ਬੈਂਕਿੰਗ ਸਿਸਟਮ, ਤਾਂ ਉਹਦੇ ਵਿੱਚ ਦੇਖੋ ਵੀ ਕੀ ਹੈ ਕੀ ਨਹੀਂ ਹੈ, ਉਹਦੇ ਰਿਲੇਟਡ ਤੁਸੀਂ ਸਰਚ ਕਰ ਸਕਦੇ ਹੋ ਦ੍ਰਿਸ਼ਟੀ ਜਾਂ ਕਿਸੇ ਹੋਰ ਦੀ ਵੈਬਸਾਈਟ ਦੇ ਵਿੱਚ। ਉਹਦੇ ਵਿੱਚ ਸਿੰਗਲ ਸੋਰਸ ਤੁਹਾਨੂੰ ਕੰਪਾਈਲ ਮਟੀਰੀਅਲ ਮਿਲ ਜੂਗਾ, ਤੁਸੀਂ ਫੈਮਿਲੀਅਰਾਈਜ਼ ਹੋ ਜਾਓ। ਦੇਅਰ ਆਫਟਰ ਯੂ ਹੈਵ ਸਫੀਸ਼ੀਐਂਟ ਮਟੀਰੀਅਲ ਟੂ ਰਾਈਟ ਆਨਸਰ ਔਨ ਦੈਟ ਕੁਐਸਚਨ। ਬਸ ਇਹ ਆਪਾਂ ਨੂੰ ਮੇਨ ਹੁੰਦਾ ਹੈ ਇਸ਼ੂਜ਼ ਦੇ ਵਿੱਚ। ਮੇਨਸ ਦੇ ਵਿੱਚ ਆਉਂਦੀਆਂ ਕੀ ਨੇ, ਪ੍ਰੋਬਲਮਸ ਹੁੰਦੀਆਂ। ਮੇਨਸ ਤੁਹਾਨੂੰ ਐਜ਼ ਅ ਬਿਊਰੋਕਰੇਟ ਸੋਚੋ ਵੀ ਬਿਊਰੋਕਰੇਟ ਦੇ ਤੌਰ ਤੇ ਤੁਸੀਂ ਐਗਜ਼ਾਮੀਨੇਸ਼ਨ ਦੇਣ ਲੱਗੇ ਹੋ, ਤੇ ਤੁਹਾਨੂੰ UPSC ਸਿਰਫ ਇਸ਼ੂਜ਼ ਪਾ ਰਹੀ ਹੈ ਉਸ ਸਾਲ ਦੇ, ਵੀ ਆਹ ਸਮੱਸਿਆਵਾਂ ਨੇ, ਇਹਨਾਂ ਦਾ ਤੁਸੀਂ ਨਿਚੋੜ ਕੇ ਕੱਢਿਆ ਕੀ ਕਾਰਨ ਨੇ, ਕੋਜ਼ਿਸ ਹੈ ਨਾ, ਕਰੰਟ ਸਿਚੁਏਸ਼ਨ ਕੀ ਹੈ, ਉਹਦੇ ਅੱਗੇ ਸਟੈਪਸ ਕੀ ਲਿੱਤੇ ਗਏ ਬਾਈ ਗਵਰਨਮੈਂਟ ਔਰ ਡਿਫਰੈਂਟ ਸਟੇਕ ਹੋਲਡਰਸ, ਤੇ ਉਹਦਾ ਅੱਗੇ ਤੁਹਾਡਾ ਵੇ ਫੋਰਵਰਡ ਕੀ ਹੈ, ਤੁਸੀਂ ਕੀ ਚਾਹੁੰਦੇ ਹੋ ਵੀ ਸੋਲੂਸ਼ਨ ਕੀ ਹੋਣਾ ਚਾਹੀਦਾ। ਠੀਕ ਹੈ, ਤਾਂ ਉਸਦੇ ਵਿੱਚ ਕੀ ਹੈ, ਤੁਸੀਂ ਕਮੇਟੀ ਸਪੋਰਟ ਕਰਨੀ ਹੈ, ਰਿਪੋਰਟ ਸਪੋਰਟ ਕਰਨੀ ਹੈ, ਕਰੰਟ ਸਿਚੁਏਸ਼ਨ ਦੇ ਜਿਹੜੇ ਫੈਕਟਸ ਨੇ ਉਹ ਕੋਟ ਕਰ ਸਕਦੇ ਹੋ, ਸਾਰਾ ਕੁਛ ਹੈ ਉਹ। ਬਾਕੀ ਮੇਨਸ ਆਨਸਰ ਰਾਈਟਿੰਗ ਜਦੋਂ ਤੁਸੀਂ ਕਰੋਗੇ, ਮੋਡਿਊਲ ਜੁਆਇਨ ਕਰੋਗੇ ਕੋਈ ਵੀ, ਜਾਂ ਪ੍ਰੈਕਟਿਸ ਟੈਸਟ ਲਿਖੋਗੇ ਮੇਨਸ ਟੈਸਟ, ਤਾਂ ਤੁਹਾਨੂੰ ਪਤਾ ਲੱਗ ਜੂ ਜਿਹੜੀ ਇਨਫੋਰਮੇਸ਼ਨ ਆਪਾਂ ਇੰਟਰਨੈਟ ਤੋਂ ਪੜ੍ਹਦੇ ਹਾਂ ਉਹਨੂੰ ਯੂਟੀਲਾਈਜ਼ ਕਿਵੇਂ ਕਰਨਾ। ਕਈ ਵਾਰ ਕੀ ਹੁੰਦਾ, ਆਪਾਂ ਪੜ੍ਹਿਆ ਜ਼ਿਆਦਾ ਹੁੰਦਾ, ਉਹਨੂੰ ਯੂਟੀਲਾਈਜ਼ ਜਾਂ ਮੈਮੋਰਾਈਜ਼ ਘੱਟ ਕਰਦੇ ਹਾਂ, ਤੇ ਪੇਪਰ ਦੇ ਵਿੱਚ ਰੀਪਰੋਡਿਊਸ ਨਹੀਂ ਕਰ ਪਾਉਂਦੇ। ਪੜ੍ਹਨਾ ਪਰਸਪੈਕਟਿਵ ਤੋਂ ਆ ਵੀ ਆਪਾਂ ਇਨਫੋਰਮੇਸ਼ਨ ਉਨੀ ਕੀ ਪੜ੍ਹੀਏ ਜਿਹੜੀ ਯੂਜ਼ਫੁਲ ਹੋਵੇ ਮੇਨਸ ਵਾਸਤੇ ਜਾਂ ਪ੍ਰੀਲਿਮਸ ਵਾਸਤੇ, ਤੇ ਆਪਾਂ ਉਹਨੂੰ ਈਜ਼ੀਲੀ ਰੀਕਾਲ ਕਰਕੇ ਉਹਨੂੰ ਰੀਪਰੋਡਿਊਸ ਕਰ ਸਕੀਏ ਡਿਊਰਿੰਗ ਇਨ ਦਾ ਪ੍ਰੈਸ਼ਰ ਸਿਚੁਏਸ਼ਨ ਆਫ ਐਗਜ਼ਾਮੀਨੇਸ਼ਨ। ਠੀਕ ਹੈ, ਮੇਨਸ ਵਾਸਤੇ ਡਿਫਰੈਂਟ ਹੈ ਇਕਨੋਮਿਕਸ, ਤੇ ਪ੍ਰੀ ਵਾਸਤੇ ਡਿਫਰੈਂਟ ਹੈ। ਪ੍ਰੀ ਵਾਸਤੇ ਮਰੂਨਲ ਤੋਂ ਸਟਾਰਟ ਕਰੋਗੇ, ਮੇਨਸ ਵਾਸਤੇ ਮਟੀਰੀਅਲ ਬਹੁਤ ਜ਼ਿਆਦਾ, ਬਟ ਉਹ ਲਿਮਿਟਿਡ ਹੈ। ਤੁਸੀਂ ਈਜ਼ੀਲੀ ਇੱਕ ਵਾਰੀ ਕਵਰ ਕਰ ਲਿਆ, ਤੁਹਾਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਪਊ, ਕਿਉਂਕਿ ਅਪਡੇਸ਼ਨ ਬਹੁਤ ਘੱਟ ਹੁੰਦੀ ਹੈ। ਤੇ ਜਿਹੜੇ ਇਸ ਤੋਂ ਇਲਾਵਾ ਸਿਲੇਬਸ ਆਊਟ ਆਫ ਸਿਲੇਬਸ ਇਕਨੋਮਿਕਸ ਦੇ ਇਸ਼ੂਜ਼ ਨੇ, ਦੈਟ ਵੁੱਡ ਬੀ ਕਵਰਡ ਇਨ ਦਾ ਸਿਕਿਉਰ ਕੰਪਾਈਲੇਸ਼ਨ। ਹਾਂਜੀ, ਕਿਸੇ ਹੋਰ ਦਾ ਕੋਈ ਕੁਐਸਚਨ? ਓਕੇ ਸਰ, ਥੈਂਕ ਯੂਨੀਵਰਸਿਟੀਜ਼ ਵੀ ਜਿੱਦਾਂ ਕੋਚਿੰਗ ਪ੍ਰੋਵਾਈਡ ਕਰਦੀਆਂ ਪਈਆਂ, ਪ੍ਰਾਈਵੇਟ ਇੰਸਟੀਚਿਊਟ ਤੋਂ ਯੂਨੀਵਰਸਿਟੀ ਜਿਵੇਂ GNDU ਪ੍ਰੋਵਾਈਡ ਕਰਦੀ ਪਈ। ਤੁਹਾਡਾ ਆਵਾਜ਼ ਡਿਸਟੋਰਟ ਹੋ ਰਹੀ ਹੈ, ਤੁਸੀਂ ਰਿਪੀਟ ਕਰੋਗੇ ਮੈਂ ਕੁਐਸਚਨ? ਪੁੱਛਦਾ ਪਿਆ ਸੀ ਵੀ ਮਤਲਬ ਕਈ ਯੂਨੀਵਰਸਿਟੀ ਜਿਵੇਂ GNDU ਵਗੈਰਾ ਵੀ ਮਤਲਬ ਕੋਚਿੰਗ ਪ੍ਰੋਵਾਈਡ ਕਰਦੀ UPSC ਦੀ, ਇਹ ਵਧੀਆ ਰਹੂਗੀ ਕਿ ਜਾਂ ਆਊਟਸਾਈਡ ਪ੍ਰਾਈਵੇਟ ਜਿਹੜੇ ਇੰਸਟੀਟਿਊਸ਼ਨ ਹੈਗੇ ਉਹ ਬੈਸਟ ਰਹਿਣਗੇ? ਦੇਖੋ, ਮੈਂ ਨਾ ਇੱਕ ਡਾਇਰੈਕਟਲੀ ਤਾਂ ਕਹਿ ਨਹੀਂ ਸਕਦਾ, ਬਟ ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ ਕੋਚਿੰਗ ਪ੍ਰੋਵਾਈਡ ਕਰਦੇ ਆ, ਦੇ ਡੋਂਟ ਹੈਵ ਸਫੀਸ਼ੀਐਂਟ ਇੰਫਰਾਸਟਰਕਚਰ ਮਟੀਰੀਅਲ ਔਰ ਗਾਈਡਸ। ਉਹਦੇ ਵਿੱਚ ਕੀ ਹੁੰਦਾ ਹੈ, ਇੱਕ ਰੈਗੂਲਰ ਜਿਹੜਾ ਪ੍ਰੋਫੈਸਰ ਹੁੰਦਾ ਕਿਸੇ ਸਟਰੀਮ ਦਾ, ਉਸੇ ਨੂੰ ਟੀਚ ਕਰਨ ਲਾਇਆ ਹੁੰਦਾ, ਤੇ ਉਹਦੀ ਕੋਈ ਮੋਟੀਵੇਸ਼ਨ ਨਹੀਂ ਹੈ ਤੁਹਾਨੂੰ ਸਿਲੈਕਸ਼ਨ ਦਵਾਉਣ ਦੀ। ਉਹ ਐਜ਼ ਅ ਡਿਊਟੀ ਉੱਥੇ ਆਉਂਦਾ, ਉੱਥੇ ਸਿਲੇਬਸ ਕੀ ਹੁੰਦਾ ਬੇਸਿਕ ਕਿਤਾਬਾਂ ਦੇ ਵਿੱਚ ਕਵਰ ਕਰ ਦਿੰਦਾ। ਉਹ ਕੋਈ ਕਰੰਟ ਅਫੇਅਰ ਨਹੀਂ ਪੜ੍ਹਦੇ, ਕੋਈ ਕਰੰਟ ਅਫੇਅਰ ਨਹੀਂ ਪੜ੍ਹਾਉਂਦੇ, ਕੋਈ ਮਟੀਰੀਅਲ ਨਹੀਂ ਦਿੰਦੇ, ਕੋਈ ਕੁਛ ਨਹੀਂ ਕਰਦੇ, ਬੱਚੇ ਨਾਲ ਕੋਈ ਇੰਟਰੈਕਸ਼ਨ ਨਹੀਂ। ਤੇ ਉੱਥੇ ਜੇ ਤੁਸੀਂ ਜਾਓਗੇ ਤਾਂ ਮੈਨੂੰ ਲੱਗਦਾ ਤੁਹਾਨੂੰ ਭਾਵੇਂ ਫ੍ਰੀ 'ਚ ਹੋਵੇ ਉੱਥੇ ਕੋਚਿੰਗ, ਬਟ ਉਹ ਤੁਹਾਨੂੰ ਹੈਲਪ ਨਹੀਂ ਕਰੂਗੀ। ਤੇ ਮੈਂ ਇੱਕ ਯੂਨੀਵਰਸਿਟੀ ਦਾ ਹਾਲ ਦੇਖਿਆ, ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਤੇ ਤੁਸੀਂ ਜੇ ਤੁਹਾਡੇ ਕੋਲ ਕੋਈ ਹੋਰ ਕੋਈ ਅਲਟਰਨੇਟਿਵ ਨਹੀਂ ਹੈ, ਫਿਰ ਤੁਹਾਨੂੰ ਜੁਆਇਨ ਕਰ ਲੈਣਾ ਚਾਹੀਦਾ। ਬਟ ਇਫ ਯੂ ਹੈਵ ਬੈਟਰ ਅਲਟਰਨੇਟਿਵ ਦੈਨ ਦੈਟ, ਤੁਹਾਨੂੰ ਬੈਟਰ ਕਰੀ ਜਾਣਾ ਚਾਹੀਦਾ।
ਉਹਨੂੰ ਬੈਟਰ ਦੇ ਮੈਂ ਕਲੀਅਰ ਗੱਲ ਕਰਾਂਗਾ ਤੇ ਉਹ ਤੁਹਾਡੇ ਲਈ ਬੈਨੀਫਿਸ਼ੀਅਲ ਹੋਊਗੀ, ਕਿਉਂਕਿ ਕਈ ਵਾਰ ਕੀ ਹੁੰਦਾ ਵੀ ਬੰਦਾ ਕਹਿੰਦਾ ਵੀ ਸਾਰੇ ਵਧੀਆ ਨੇ, ਉਹ ਸਾਰੇ ਵਧੀਆ ਨਹੀਂ। ਅਸੀਂ ਤਾਂ ਟੈਸਟ ਕੀਤੇ ਹੋਏ ਨੇ, ਤੇ ਤੁਸੀਂ ਨਾ ਜਾਇਓ ਉਹਨਾਂ ਵਾਸਤੇ ਤਾਂ ਤੁਹਾਡਾ 1 ਸਾਲ ਬਚ ਜੂ। ਤੁਸੀਂ ਕੀ ਕਰੋਗੇ, ਉੱਥੇ ਜੁਆਇਨ ਕਰ ਲਓਗੇ ਫ੍ਰੀ ਕੋਚਿੰਗ ਦੇ ਚੱਕਰ 'ਚ ਜਾਂ ਕਿਸੇ ਹੋਰ ਤਰੀਕੇ, ਉਹ ਤੁਹਾਨੂੰ ਬਾਉਂਡ ਕਰ ਲੈਣਗੇ ਵੀ ਸਾਰਾ ਕੋਰਸ ਅਟੈਂਡ ਕਰਨਾ। ਫਿਰ ਤੁਹਾਡਾ ਕੀ ਹੋਊਗਾ, ਤੁਹਾਡਾ 1 ਸਾਲ ਵੇਸਟ ਹੋਊਗਾ ਉੱਥੇ। ਅਲਟੀਮੇਟਲੀ ਮਿਲਣਾ ਤੁਹਾਨੂੰ ਕੁਛ ਨਹੀਂ, ਤੇ ਉਹ ਤੁਹਾਨੂੰ 1 ਸਾਲ ਦੀ ਵੈਲਿਊ ਤੁਹਾਨੂੰ 10 ਸਾਲ ਬਾਅਦ ਰਿਅਲਾਈਜ਼ ਹੋਊਗੀ ਤੁਸੀਂ ਜਵਾਨੀ ਦਾ 1 ਸਾਲ ਵੇਸਟ ਕਿਉਂ ਕੀਤਾ। ਠੀਕ ਹੈ ਜੀ। ਤਾਂ ਬੈਟਰ ਇਹ ਹੈ ਵੀ ਤੁਸੀਂ ਕੋਈ ਕੋਚਿੰਗ ਇੰਸਟੀਚਿਊਟ ਰਿਨਾਊਂਡ ਜਿਹਦੇ ਆਲਰੇਡੀ ਕੋਈ ਸਿਲੈਕਟਡ ਕੈਂਡੀਡੇਟ ਹੋਣ, ਠੀਕ ਹੈ ਜੀ, ਜਿਹੜਾ ਕਿ ਤੁਹਾਡੇ ਨਾਲ ਵਧੀਆ ਇੰਟਰੈਕਸ਼ਨ ਕਰਦਾ ਹੋਵੇ ਤੇ ਉਹਨੂੰ ਨੌਲੇਜ ਵੀ ਹੋਵੇ ਤੇ ਤੁਹਾਨੂੰ ਸਹੀ ਰਸਤੇ ਤੇ ਪਾ ਸਕੇ, ਉੱਥੇ ਜੁਆਇਨ ਕਰਨਾ ਦਾ ਫਾਇਦਾ ਹੁੰਦਾ। ਹਾਂਜੀ ਸਰ, ਜਿਵੇਂ ਕਿਉਂਕਿ ਚੰਡੀਗੜ੍ਹ ਇਹ ਦੇ ਆਪਣੀ ਲਾਈਫ ਦਾ ਸਵਾਲ ਹੈ। ਜਿਵੇਂ ਚੰਡੀਗੜ੍ਹ ਦੇ ਇੰਸਟੀਚਿਊਟ ਹੈਗੇ ਕਈ, ਉੱਥੇ ਮਤਲਬ ਕਿਹੜੇ ਬੈਸਟ ਇੰਸਟੀਚਿਊਟ ਹੈਗੇ ਆ ਜਿਨ੍ਹਾਂ ਦੇ ਬੱਚੇ ਸਿਲੈਕਟ ਹੋਏ ਹੋਣ? ਇਹ ਤਾਂ ਜੀ ਦੇਖੋ, ਤੁਸੀਂ ਜਦੋਂ ਜਾਓਗੇ 1 ਵਾਰੀ ਡੈਮੋ ਲਗਾ ਲਓ ਸਾਰੇ, ਤੇ ਜਿਹੜਾ ਤੁਹਾਨੂੰ ਠੀਕ ਲੱਗਿਆ ਉੱਥੇ ਕਰ ਲਓ, ਕਿਉਂਕਿ ਹਰੇਕ ਇੰਸਟੀਚਿਊਟ ਨੇ ਬਹੁਤ ਹੀ ਜ਼ਿਆਦਾ ਕੈਂਡੀਡੇਟਸ ਲਾਏ ਹੋਏ ਨੇ ਕੋਰਸ। ਤੇ ਐਕਚੁਅਲ 'ਚ ਸਿਨਾਰੀਓ ਇਹ ਹੈ ਵੀ ਹਰੇਕ ਕੈਂਡੀਡੇਟ ਸਾਰੀ ਜਗ੍ਹਾ ਲੱਗ ਕੇ ਆਉਂਦਾ, ਕਿਉਂਕਿ ਉਹ ਕੁਝ ਸਬਜੈਕਟ ਕਿਸੇ ਟੀਚਰ ਤੋਂ ਕਵਰ ਕਰਦਾ ਹੈ, ਕੁਝ ਸਬਜੈਕਟ ਕਿਸੇ ਟੀਚਰ ਤੋਂ ਕਵਰ ਕਰਦਾ ਹੈ। ਵੀ ਲਿਵ ਇਨ ਦਿਸ ਡੇ ਐਂਡ ਏਜ, ਵੀ ਉਹਨੂੰ ਅਲੱਗ ਸੋਰਸਿਸ ਤੋਂ ਆਪਣੀ ਕੈਪੇਬਿਲਿਟੀਜ਼ ਡਿਵੈਲਪਮੈਂਟ ਕਰਨੀ ਪੈਂਦੀ ਹੈ, ਤਾਂ ਜਾ ਕੇ ਕਿਤੇ ਸਿਲੈਕਸ਼ਨ ਹੋਈ ਹੁੰਦੀ ਹੈ ਬੱਚੇ ਦੀ। ਤਾਂ ਕਰਕੇ ਫੋਟੋਜ਼ ਵਗੈਰਾ ਹਰੇਕ ਕੋਲ ਨੇ, ਤੇ ਬਟ ਐ ਵੀ ਤੁਸੀਂ ਆਪਣਾ ਦੇਖੋ ਵੀ ਤੁਹਾਨੂੰ ਕੌਣ ਸਿਖਾ ਸਕਦਾ। ਠੀਕ ਹੈ ਜੀ। ਤੇ ਕੋਚਿੰਗ ਇੰਸਟੀਚਿਊਟ ਸਾਰੇ ਠੀਕ ਨੇ, ਟੀਚਰ ਸਾਰੇ ਹੀ ਨੇ, ਕਈਆਂ ਦੀ 1-2 ਸਬਜੈਕਟ ਵਿੱਚ ਮਾਸਟਰੀ ਹੈ, ਬਾਕੀ ਸਬਜੈਕਟਸ ਦਾ ਨਹੀਂ ਹੈਗਾ, ਤੇ ਕਈਆਂ ਦਾ ਹੈਗਾ ਵੀ ਡੀਸੈਂਟ ਅਮਾਊਂਟ ਦਾ ਸਾਰੇ ਕਰਾ ਦਿੰਦੇ ਆ, ਬਟ ਮਾਸਟਰੀ ਕਿਸੇ ਸਬਜੈਕਟ 'ਚ ਨਹੀਂ। ਤਾਂ ਕੋਚਿੰਗ ਇੰਸਟੀਚਿਊਟ ਹਰ ਟਾਈਪ ਦੇ ਨੇ, ਹਰ ਚੀਜ਼ ਦੇ ਨੇ, ਚੰਡੀਗੜ੍ਹ ਵੀ ਨੇ, ਪਟਿਆਲੇ ਵੀ ਨੇ, ਤੇ ਦਿੱਲੀ ਵੀ ਨੇ, ਤੇ ਪੈਨਾਸੀਆ ਕਿਤੇ ਨਹੀਂ ਹੈ। ਤੁਸੀਂ ਕਰਨਾ ਸਟਾਰਟ ਆਈ ਹੈ ਵੀ ਆਪਣਾ ਸਿਲੇਬਸ ਜ਼ਰੂਰ ਕਵਰ ਕਰਨਾ ਜਿੱਥੇ ਵੀ ਕਰਨਾ, ਤੇ ਟਾਈਮ ਬਾਉਂਡ ਤਰੀਕੇ ਦੇ ਨਾਲ। ਸਰ ਤੁਸੀਂ ਟਾਈਮ ਟੇਬਲ ਸਕਦੇ ਹੋ ਆਪਣੀ ਕੋਚਿੰਗ ਦੌਰਾਨ, ਮਤਲਬ ਆਪਣੀ ਜਰਨੀ ਦੌਰਾਨ ਤੁਹਾਡਾ ਕੀ ਟਾਈਮ ਟੇਬਲ ਹੁੰਦਾ ਸੀ? ਤੁਸੀਂ ਕਿੰਨੇ ਘੰਟੇ ਸਟੱਡੀ ਕਰਦੇ ਸੀ? ਕਿਸ ਤਰ੍ਹਾਂ ਜੀਐਸ ਆਪਸ਼ਨਲ ਸਾਰਾ ਕੁਝ ਕਿਵੇਂ ਤੁਸੀਂ ਕਰਦੇ ਸੀ? ਦੇਖੋ ਹਾਂਜੀ, ਇਹ ਦੇਖਣਾ ਆਪਾਂ ਨੂੰ ਮੋਮੈਂਟਮ ਕੈਰੀ ਆਨ ਕਰਨਾ ਪੈਂਦਾ ਜਦੋਂ ਆਪਾਂ ਸਟੱਡੀ ਕਰਦੇ ਹਾਂ। ਜਦੋਂ ਮੈਂ ਪਹਿਲੇ ਸੀਗਾ ਸਟੱਡੀ, ਆਈ ਯੂਜ਼ਡ ਟੂ ਸਪੈਂਡ 10 to 11 ਆਵਰਸ ਡੇਲੀ, ਕਿਉਂਕਿ ਮੈਂ ਕੋਈ ਜੌਬ ਜੁਆਇਨ ਨਹੀਂ ਕਰ ਰਿਹਾ ਸੀ, ਡਿਸਪਾਈਟ ਗੈਟਿੰਗ ਆਫਰਸ, ਠੀਕ ਹੈ, ਡਿਸਪਾਈਟ ਕਲੀਅਰਿੰਗ ਅਰਾਊਂਡ 4 to 5 ਐਗਜ਼ਾਮਸ, ਰਿਕਰੂਟਮੈਂਟ ਐਗਜ਼ਾਮਸ ਆਫ ਵੇਰੀਅਸ ਲੈਵਲਸ ਇਨ ਪੰਜਾਬ ਐਂਡ ਸੈਂਟਰਲ ਗਵਰਨਮੈਂਟ। ਤਾਂ ਮੈਨੂੰ ਐ ਸੀ ਜੇ ਜੁਆਇਨ ਕੀਤਾ, ਮੈਨੂੰ ਆਈ ਵੋਂਟ ਗੈਟ ਸਫੀਸ਼ੀਐਂਟ ਅਮਾਊਂਟ ਆਫ ਟਾਈਮ। ਤਾਂ ਮੈਂ ਜੋਬ ਜੁਆਇਨ ਨਾ ਕਰਕੇ ਆਪਣਾ ਸਾਰਾ ਟਾਈਮ ਜਿਹੜਾ ਹੈਗਾ ਸੀ ਸਟੱਡੀ ਨੂੰ ਡਿਵੋਟ ਕਰਦਾ ਸੀ। ਹੁਣ ਸਟੱਡੀ ਕਰਨਾ ਕੀ ਹੈ, ਪ੍ਰੀਲਿਮਸ ਤੋਂ ਪਹਿਲੇ ਅਲੱਗ ਪੈਟਰਨ ਹੁੰਦਾ ਹੈ, ਮੇਨ ਪ੍ਰੀਲਿਮਸ ਤੋਂ ਬਾਅਦ ਅਲੱਗ ਹੈ। ਪ੍ਰੀਲਿਮਸ ਤੋਂ ਪਹਿਲੇ ਕੀ ਹੁੰਦਾ, ਜੇ ਤੁਹਾਨੂੰ ਪ੍ਰੀਲਿਮਸ ਨੂੰ ਆਏ 6 ਮਹੀਨੇ ਪਏ ਨੇ, ਤੁਸੀਂ ਮੇਨਸ ਦੀ ਤਿਆਰੀ ਕਰੋ, ਤੁਸੀਂ ਮੇਨਸ ਦਾ ਸਿਲੇਬਸ ਕਰੋ, ਆਨਸਰ ਰਾਈਟਿੰਗ ਕਰੋ, ਸਾਰਾ ਕੁਝ ਕਰੋ। ਤੁਸੀਂ 10 ਤੋਂ 12 ਘੰਟੇ ਤੁਸੀਂ ਆਪਣੇ ਲਾਓ ਦਿਨ ਦੇ, ਤੇ ਉਹਨੂੰ ਲਾਉਣ ਦਾ ਤਰੀਕਾ ਕੀ ਹੈ? ਕਈਆਂ ਦੀ ਸਿਟਿੰਗ ਘੱਟ ਹੁੰਦੀ ਹੈ, ਸਿਟਿੰਗ ਵਧਾਉਣ ਦਾ ਤਰੀਕਾ ਸਿੰਪਲ ਇਹੀ ਹੈ ਵੀ ਤੁਸੀਂ ਯੂ ਸੈਂਡਵਿਚ ਯੂਅਰ ਸਬਜੈਕਟਸ ਇਨ ਸੱਚ ਅ ਵੇ that ਵੀ ਸਟਾਰਟਿੰਗ ਜਦੋਂ ਤੁਸੀਂ ਦਿਨ ਦੀ ਕਰਨੀ ਹੈ, ਤੁਸੀਂ ਆਪਣਾ ਜਿਹੜਾ ਤੁਹਾਡਾ ਕੋਈ ਫੇਵਰੇਟ ਸਬਜੈਕਟ ਹੁੰਦਾ ਸੀ, ਮੇਰਾ ਤਾਂ ਇਨਵਾਇਰਮੈਂਟ ਹੁੰਦਾ ਸੀ, ਤਾਂ ਮੈਂ ਉਸ ਤੋਂ ਕਰਦਾ ਸੀ ਇਨਵਾਇਰਮੈਂਟ ਸਾਇੰਸ ਐਂਡ ਟੈਕ, ਜਾਂ ਮੈਂ ਪੋਲਿਟੀ ਤੋਂ ਕਰਦਾ ਸੀ। ਤਾਂ ਉਸ ਤੋਂ ਬਾਅਦ ਕੀ ਕਰਦਾ ਸੀ, ਉਹਨੂੰ 1.5-2 ਘੰਟੇ ਪੜ੍ਹਨ ਤੋਂ ਬਾਅਦ ਕੁਝ ਟੌਪਿਕ ਜਿਹੜੇ ਹੈ ਫਿਨਿਸ਼ ਕਰਨ ਤੋਂ ਬਾਅਦ ਜਿਹੜੇ ਮੈਂ ਟਾਰਗੇਟ ਬਣਾਉਂਦਾ ਸੀ ਬਿਫੋਰ ਹੈਂਡ, ਤਾਂ ਉਸ ਤੋਂ ਬਾਅਦ ਮੈਂ ਉਹ ਸਬਜੈਕਟ ਚੂਜ਼ ਕਰਦਾ ਸੀ ਜਿਹੜਾ ਮੈਨੂੰ ਸਭ ਤੋਂ ਮਤਲਬ ਵੀ ਵਧੀਆ ਨਹੀਂ ਲੱਗਦਾ ਸੀ, ਜਿਹੜਾ ਕਿ ਬਹੁਤ ਬੋਰਿੰਗ ਲੱਗਦਾ ਸੀ, ਉਹ ਜਿਹੇ ਸਬਜੈਕਟ ਚੱਕ ਕੇ ਮੈਂ 1.5 ਘੰਟਾ ਉਹਨੂੰ ਪੜ੍ਹਦਾ ਸੀ। ਉਸ ਤੋਂ ਬਾਅਦ ਮੈਂ ਅੱਕ ਜਾਂਦਾ ਸੀ, ਫਿਰ ਉਹੀ ਜਿਹੜਾ ਰੋਚਕ ਸਬਜੈਕਟ ਹੁੰਦਾ ਉਹਨੂੰ ਚੱਕ ਲਈਦਾ ਆਪਾਂ। ਉਹਦੇ ਨਾਲ ਕੀ ਇੱਕ ਮੋਮੈਂਟਮ ਬਣਾ ਰਹਿੰਦਾ ਥਰੂ ਆਊਟ ਦਾ ਡੇ। ਜਦੋਂ ਸ਼ਾਮ ਤੱਕ ਤੁਸੀਂ ਕਵਰ ਕਰ ਲੈਂਦੇ ਹੋ ਆਪਣਾ ਜਿੰਨਾ ਵੀ ਮਟੀਰੀਅਲ ਹੈ, ਨਿਊਜ਼ਪੇਪਰ ਤਾਂ ਸਵੇਰੇ ਕਰਨੀ ਕਰਦੇ, ਉਹਦਾ ਕੀ ਹੁੰਦਾ ਕੁਝ ਟਾਈਮ ਦੇ ਵਿੱਚ 2-3 ਹਫ਼ਤਿਆਂ ਦੇ ਵਿੱਚ ਤੁਸੀਂ ਆਪਣਾ ਮੇਨਸ ਦਾ ਸਿਲੇਬਸ ਜਿਹੜਾ ਹੈਗਾ ਨਿਬੇੜ ਲੈਣਾ, ਜਿੰਨਾ ਵੀ ਤੁਹਾਡੇ ਕੋਲ ਮਟੀਰੀਅਲ ਹੈਗਾ। ਇਸ ਤੋਂ ਜ਼ਿਆਦਾ ਮਟੀਰੀਅਲ ਕਿਸੇ ਕੋਲ ਹੁੰਦਾ ਨਹੀਂ ਵੀ 2-3 ਹਫ਼ਤਿਆਂ ਵਿੱਚ ਨਾ ਹੋ ਪਾਵੇ। ਕਰੰਟ ਅਫੇਅਰ ਤਾਂ ਚਲੋ ਵਾਸਟ ਹੈ, ਉਹ ਜਿੰਨਾ ਵੀ ਮਰਜ਼ੀ ਕਰੀ ਜਾਓ ਤਾਂ। ਤੇ ਪ੍ਰੀਲਿਮ ਤੋਂ ਜਦੋਂ 2 ਮਹੀਨੇ ਰਹਿ ਗਏ ਤਾਂ ਫਿਰ ਤੁਸੀਂ ਆਪਣਾ ਸਾਰਾ ਫੋਕਸ ਜਿਹੜਾ ਪ੍ਰੀਲਿਮਸ ਤੇ ਕਰਨਾ, ਉਦੋਂ ਮੇਨਸ ਦਾ ਨਹੀਂ ਕਰਨਾ। ਜਿਹੜੀ ਮੇਰੀ ਸਟੱਡੀ ਹੈ ਉਹ 'ਚ ਕੀ ਕਰਦਾ ਸੀ, ਮੈਂ ਡੇਲੀ ਦੇ 13 ਘੰਟੇ ਦਾ ਐਟਲੀਸਟ ਮੈਂ ਲਾਉਂਦਾ ਸੀ। ਹਾਂ, ਹਾਲਾਂਕਿ ਬੰਦਾ ਕੀ ਹੁੰਦਾ, ਇੱਕ ਦਿਨ ਜ਼ਿਆਦਾ ਪੜ੍ਹ ਕੇ ਅਗਲੇ ਦਿਨ ਫਟੀਗ ਆ ਜਾਂਦੀ ਹੈ ਤੇ ਬੰਦੇ ਨੂੰ ਰੈਸਟ ਕਰਨੀ ਪੈਂਦੀ ਹੈ। ਹਫ਼ਤੇ ਦੇ ਇੱਕ ਦਿਨ ਪੂਰਾ ਬੰਦਾ ਇੰਜੋਏ ਕਰਦਾ, ਜਿਸ ਦਿਨ ਨਹੀਂ ਪੜ੍ਹਨਾ ਹੁੰਦਾ ਉਹਦੇ ਨਾਲ ਗਿਲਟੀ ਫੀਲਿੰਗ ਆ ਜਾਂਦੀ ਹੈ ਤੇ ਅਗਲੇ ਦਿਨ ਫਿਰ ਦੁਬਾਰਾ ਬੰਦਾ ਜੁੜ ਜਾਂਦਾ। ਤਾਂ ਤੁਸੀਂ ਉਸ 'ਚ ਕੀ ਹੁੰਦਾ ਵੀ ਤੁਸੀਂ ਅਲੱਗ-ਅਲੱਗ ਮਟੀਰੀਅਲ ਚੱਕੋ, ਜਿਵੇਂ ਸਾਇੰਸ ਐਂਡ ਟੈਕਨੋਲੋਜੀ ਹੈ ਨਾ, ਹਿਸਟਰੀ, ਕਲਚਰ ਐਂਡ
एनवायरनमेंट ਇਹਨਾਂ ਨੂੰ ਕੀ ਕਰੋ ਇਸ ਤਰ੍ਹਾਂ ਫੈਸ਼ਨ ਕਰੋ ਵੀ ਡੇਲੀ ਦੇ ਟਾਰਗੇਟ ਰੱਖੋ ਹਰੇਕ ਟੌਪਿਕ ਵੀ ਜਿਵੇਂ ਮੈਨੇ ਇੱਕ ਹਫਤੇ ਦਾ ਕਰੰਟ ਅਫੇਅਰ ਪੜ੍ਹਨਾ एनवायरनमेंट ਨਾਲ ਰਿਲੇਟਡ ਜਾਂ ਮੈਨੇ 5 ਚੈਪਟਰ ਕੰਪਲੀਟ ਕਰਨੇ ਹੈ ਵੈਸੇ ਇੱਕ ਮੈਂ ਇੱਕ ਸੀਟਿੰਗ ਦੇ ਵਿੱਚ ਹਰੇਕ ਸਬਜੈਕਟ ਡੇਲੀ ਪ੍ਰੀਲਿਮਸ ਵੇਲੇ ਜਦੋਂ ਕਰਨਾ ਨਾ ਤੁਸੀਂ ਇੱਕ ਦਿਨ 'ਚ ਇੱਕ ਸਬਜੈਕਟ ਨਿਬੇੜਨਾ ਉਸ ਟਾਈਮ ਕੀ ਕਰਨਾ ਵੀ ਤੁਸੀਂ ਸਪੋਜ਼ ਅੱਜ ਦਾ ਦਿਨ ਜਿਵੇਂ এনवायरनमेंट ਚੱਕ ਲਿਆ ਤੁਸੀਂ এনवायरनमेंट ਜਿੰਨਾ ਹੋ ਸਕਦਾ ਉਹਨੂੰ ਨਿਬੇੜ ਦਿਓ ਜਿਵੇਂ ਸੇ ਤੁਸੀਂ ਯੂ ਆਰ ਕਵਰਿੰਗ ਸ਼ੰਕਰ ਆਈਐਸ ਤੁਸੀਂ ਯੂ ਹੈਵ ਆਲਰੇਡੀ ਰੈਡ ਦੈਟ ਤੁਸੀਂ ਕੱਲੀ ਰਿਵੀਜ਼ਨ ਕਰਨੀ ਹੈ ਤਾਂ ਰਿਵੀਜ਼ਨ ਕਰਨੀ ਹੁੰਦੀ ਉਹਦਾ ਟਾਈਮ ਜ਼ਿਆਦਾ ਨਹੀਂ ਲੱਗਦਾ ਯੂ ਕੈਨ ਈਜ਼ੀਲੀ ਰਿਵਾਈਜ਼ ਦੈਟ ਇਨ 1 ਡੇ ਐਵੇਂ ਰਿਵੀਜ਼ਨ ਵੇਲੇ ਚੱਲਦਾ ਹੁੰਦਾ ਉਸ ਤੋਂ ਬਾਅਦ ਜਦੋਂ ਲਾਸਟ ਦੇ 15 ਦਿਨ ਰਹਿ ਗਏ ਉਦੋਂ ਸਿਰਫ ਸਟੈਟਿਕ ਨਹੀਂ ਪੜ੍ਹਨਾ ਉਦੋਂ ਸਿਰਫ ਕਰੰਟ ਅਫੇਅਰ ਹੀ ਪੜ੍ਹਨਾ ਉਦੋਂ ਫਿਰ ਜਦੋਂ ਤੁਸੀਂ ਮੈਨੂੰ ਦੱਸਿਆ ਜਿਵੇਂ ਕਿ 2 ਕੰਪਾਈਲੇਸ਼ਨਸ ਨੇ ਯੂ ਗੋ ਥਰੂ ਦੈਮ ਤਾਂ ਉਹ ਜਿਹੜੇ ਫੈਕਟਸ ਤੁਸੀਂ ਲਾਸਟ ਇੱਕ ਹਫਤੇ 'ਚ ਜਿਹੜੇ ਪੜ੍ਹਦੇ ਹੋ ਦੇ ਆਲਵੇਜ਼ ਸਟੇ ਇਨ ਯੂਰ ਮਾਈਂਡ ਠੀਕ ਹੈ ਜੀ ਉਹਨੂੰ ਮਤਲਬ ਵੀ ਜ਼ਿਆਦਾ ਐਫਰਟ ਨਹੀਂ ਕਰਨਾ ਪੈਂਦਾ ਈਜ਼ੀਲੀ ਆਪਣੇ ਮਾਈਂਡ 'ਚ ਸਟਿਕ ਕਰ ਜਾਂਦੇ ਤੇ ਪੇਪਰ ਦੌਰਾਨ ਆਪਾਂ ਨੂੰ ਈਜ਼ੀ ਰਹਿੰਦਾ ਪੇਪਰ ਰੀਕਾਲ ਕਰਨਾ ਤੇ ਬੈਟਰ ਇਹ ਹੈ ਵੀ ਤੁਸੀਂ ਆਪਣੇ ਐਟਲੀਸਟ 10 ਆਵਰਸ ਸਪੈਂਡ ਕਰੋ ਇਫ ਯੂ ਹੈਵ ਟਾਈਮ ਕਿਉਂਕਿ ਪਤਾ ਕੀ ਹੁੰਦਾ ਕਈ ਵਾਰ ਕੀ ਹੁੰਦਾ ਜੌਬ ਵਗੈਰਾ ਕੋਈ ਐਗਜ਼ਾਮ ਹੋ ਗਿਆ ਫੈਮਿਲੀ ਪ੍ਰੈਸ਼ਰ ਆ ਗਿਆ ਕਿਸੇ ਦਾ ਮੈਰਿਜ ਦਾ ਪ੍ਰੈਸ਼ਰ ਹੈ ਕਿਸੇ 'ਚ ਫੈਮਿਲੀ ਰਿਸਪੌਂਸਿਬਿਲਿਟੀ ਦਾ ਪ੍ਰੈਸ਼ਰ ਹੈ ਜਾਂ ਕਿਸੇ ਦੀ ਆਪਣੇ ਐਕਸਟਰਨਲ ਅਫੇਅਰ ਚੱਲ ਰਿਹਾ ਮੈਰਿਜ ਦਾ ਪ੍ਰੈਸ਼ਰ ਹੈ ਠੀਕ ਹੈ ਜੀ ਤਾਂ ਤੁਹਾਨੂੰ ਹੋ ਸਕਦਾ ਜੌਬ ਜੁਆਇਨ ਕਰਨੀ ਪੈ ਜੇ ਜੇ ਤੁਸੀਂ ਪਹਿਲੇ ਆਪਣਾ ਟਾਈਮ ਈਜ਼ੀਲੀ ਆਪਣਾ 10 ਘੰਟੇ ਡਿਵੋਟ ਕੀਤਾ ਦੈਟ ਵੁੱਡ ਹੈਲਪ ਯੂ ਆਫਟਰ ਯੂ ਗੈਟ ਸਿਲੈਕਟਡ ਇਨਟੂ ਪਰਟੀਕੂਲਰ ਜੌਬ ਦੇ ਦੌਰਾਨ ਤੁਹਾਨੂੰ ਟਾਈਮ ਮੈਨੇਜ ਕਰਨਾ ਇਜ਼ ਨੀਅਰਲੀ ਇੰਪੋਸੀਬਲ ਠੀਕ ਹੈ ਜੀ ਮੈਂ ਹੁਣ ਕਰੰਟਲੀ ਆਈ ਐਮ ਵਰਕਿੰਗ ਐਜ਼ ਲੇਬਰ ਕੰਸਲੀਏਸ਼ਨ ਆਫਿਸਰ ਇਨ ਲੁਧਿਆਣਾ ਐਂਡ ਅਸਿਸਟੈਂਟ ਲੇਬਰ ਕਮਿਸ਼ਨਰ ਪੰਜਾਬ at headquarters Mohali in the labor department. I know there is a lot of workload and we are in such a position we cannot ignore our responsibilities. ਇਸ ਸਿਚੁਏਸ਼ਨ ਦੇ ਵਿੱਚ ਕੀ ਹੁੰਦਾ ਹੈ ਸਾਨੂੰ ਥੋੜਾ ਜਿਹਾ ਸਮਾਰਟ ਵਰਕ ਕਰਨਾ ਪੈਂਦਾ ਹੈ ਜੋ ਕੁਝ ਅਸੀਂ ਪਹਿਲੇ ਪੜ੍ਹਿਆ ਜੋ ਨੋਟਸ ਪਹਿਲੇ ਬਣਾਏ ਉਹਦੀ ਰਿਵੀਜ਼ਨ ਕਰਨੀ ਈਜ਼ੀ ਹੋਏ ਜੇ ਅਸੀਂ ਪਹਿਲੇ ਨਹੀਂ ਪੜ੍ਹਿਆ ਹੁੰਦਾ ਜ਼ਿਆਦਾ ਇਨਵੈਸਟ ਨਹੀਂ ਕੀਤਾ ਹੁੰਦਾ ਆਪਣੀ ਸਟੱਡੀਜ਼ ਦੇ ਵਿੱਚ ਤਾਂ ਆਈ ਥਿੰਕ ਇਟ ਵੁੱਡ ਹੈਵ ਬੀਨ ਇੰਪੋਸੀਬਲ ਫॉर ਮੀ ਟੂ ਕਲੀਅਰ ਦਿਸ ਟਾਈਮ ਤਾਂ ਉਹੀ ਹੈ ਤੁਸੀਂ ਜਦੋਂ ਆਪਣਾ ਇਫ ਯੂ ਆਰ ਨਾਟ ਇਨ ਜੌਬ ਦੈਨ ਯੂ ਆਰ ਫੋਰਚੂਨੇਟ ਇਨਫ ਬਿਕੋਜ਼ ਤੁਹਾਨੂੰ ਕੋਲ ਟਾਈਮ ਹੈਗਾ ਆਪਣਾ ਪੇਪਰ ਕਲੀਅਰ ਕਰਨ ਦਾ ਤੁਹਾਡੇ ਵਾਸਤੇ ਸਫੀਸ਼ੀਐਂਟ ਅਮਾਊਂਟ ਆਫ ਟਾਈਮ ਹੈ ਤੁਸੀਂ ਰੀਡ ਕਰ ਸਕਦੇ ਹੋ 10-10 12 ਘੰਟੇ ਬਟ ਜਦੋਂ ਤੁਸੀਂ ਜੌਬ ਦੇ ਵਿੱਚੋਂ ਤੁਸੀਂ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਬਾਉਂਡ ਹੋ ਜਾਂਦੇ ਹੋ ਐਂਡ ਮਾਈ ਡੇਲੀ ਸ਼ਡਿਊਲ ਇਜ਼ ਮੈਂ ਲੁਧਿਆਣੇ ਜਾਂ ਇੱਧਰ ਮੋਹਾਲੀ ਜਿਹੜਾ ਹੈਗਾ ਮੇਰਾ ਡੇਲੀ ਦਾ ਅਪ ਡਾਊਨ ਤੇ 2-3 ਜਗ੍ਹਾ ਦਾ ਮੇਰੇ ਕੋਲ ਚਾਰਜ ਹੈ ਤੇ ਇਸ ਦੇ ਦੌਰਾਨ ਪੜ੍ਹਨਾ ਬੜਾ ਨੀਅਰਲੀ ਇੰਪੋਸੀਬਲ ਤੁਹਾਨੂੰ ਬਹੁਤ ਜ਼ਿਆਦਾ ਐਫਰਟ ਕਰਨੇ ਪੈਂਦੇ ਆ ਇਨ ਜੌਬ ਆਪਣਾ ਮੈਂਟਲ ਬੈਲੈਂਸ ਬਣਾਉਣ ਵਾਸਤੇ ਵੀ ਤੁਸੀਂ ਦਫ਼ਤਰ ਤੋਂ ਘਰੇ ਆ ਕੇ ਐਗਜ਼ੌਸਟਡ ਸਿਚੁਏਸ਼ਨ ਦੇ ਵਿੱਚ ਵੀ ਆਪਣਾ ਸਿਲੇਬਸ ਜਾਂ ਕਰੰਟ ਤੇ ਰਿਵਾਈਜ਼ ਕਰੋ ਠੀਕ ਹੈ ਜੀ ਤੇ ਵੀਕਐਂਡ ਨੂੰ ਐਫੀਸ਼ੀਐਂਟਲੀ ਯੂਟਿਲਾਈਜ਼ ਕਰੋ ਤੇ ਆਈ ਥਿੰਕ ਆਪਣੇ ਬੌਸ ਨੂੰ ਵੀ ਇੱਕ ਕਨਵਿੰਸ ਕਰਨਾ ਬੜਾ ਇੰਪੋਰਟੈਂਟ ਹੈ ਇਫ ਯੂ ਆਰ ਇਨ ਜੌਬ ਵੀ ਤੁਸੀਂ ਕੈਪੇਬਲ ਹੋ ਵੀ ਤੁਹਾਨੂੰ ਟਾਈਮ ਦਿੱਤਾ ਜਾਵੇ ਵੀ ਤੁਸੀਂ ਆਪਣਾ ਲਾਈਫ ਦੇ ਵਿੱਚ ਇੱਕ ਪੋਜ਼ਿਟਿਵ ਅਚੀਵਮੈਂਟ ਲਿਆ ਸਕੋ ਜਾਂ ਪੋਜ਼ਿਟਿਵ ਡਿਵੈਲਪਮੈਂਟ ਅਚੀਵ ਕਰ ਸਕੋ ਤਾਂ ਇਹੀ ਹੈ ਤੇ ਬਾਕੀ ਇਹ ਹੈ ਵੀ ਜੇ ਤੁਸੀਂ ਤੁਹਾਡੇ ਕੋਲ ਟਾਈਮ ਹੈ ਤੁਸੀਂ ਮੈਕਸਿਮਮ ਅਮਾਊਂਟ ਆਫ ਟਾਈਮ ਸਪੈਂਡ ਕਰੋ ਆਪਣੀ ਸਟੱਡੀਜ਼ ਦੇ ਵਿੱਚ ਰਾਈਟ ਕਿਉਂਕਿ ਇਹ ਤੁਹਾਨੂੰ ਹੈਲਪ ਕਰੂਗਾ ਜੇ ਹੁਣ ਤੁਸੀਂ ਇਗਨੋਰ ਕਰ ਰਹੇ ਹੋ ਫਿਰ ਤੁਹਾਨੂੰ ਲਾਈਫ ਇਗਨੋਰ ਕਰੂਗੀ ਹੋਰ ਕਿਸੇ ਦੀ ਕੁਐਰੀ ਕੋਈ ਸਰ ਕੰਟੈਕਟ ਹੈਲੋ ਹਾਂਜੀ ਹਾਂਜੀ ਸਰ ਪਰਸਨਲ ਕੰਟੈਕਟ ਨੰਬਰ ਮਿਲ ਸਕਦਾ ਹੈ ਤੁਹਾਡਾ ਤੁਸੀਂ ਚਲੋ ਮੈਂ ਇੱਥੇ ਸ਼ੇਅਰ ਕਰ ਦਾਂਗਾ ਬਾਅਦ ਤੇ ਚੈਟ ਦੇ ਵਿੱਚ ਜੇ ਕੋਈ ਕੁਐਰੀਜ਼ ਹੁੰਦੀ ਹੈ ਯੂ ਕੈਨ ਮੈਸੇਜ ਮੀ ਬਟ ਡੋਂਟ ਕਾਲ ਮੀ ਉਹਦੇ ਵਿੱਚ ਕੀ ਹੁੰਦਾ ਕਈ ਵਾਰ ਮੈਂ ਜੌਬ ਦੇ ਵਿੱਚ ਹੁੰਦਾ ਜਾਂ ਮੀਟਿੰਗ ਹੁੰਦੀ ਕੋਈ ਤਾਂ ਅਨਨੋਨ ਨੰਬਰ ਤੋਂ ਜਦੋਂ ਫੋਨ ਆਉਂਦਾ ਫਿਰ ਥੋੜਾ ਜਿਹਾ ਹੁੰਦਾ ਵੀ ਪੈਨਿਕ ਵੀ ਜੌਬ ਨਾਲ ਰਿਲੇਟਡ ਹੈ ਕਿ not related to job. I would say share a different number. I would get to know the candidates separately today on group ਦੇ ਵਿੱਚ. You can always message me on the WhatsApp group. I may or may not get time to immediately reply to you, but rest assured, I would reply to you in the evening when I get time. Okay, sir. ਤੇ ਈਮੇਲ ਲੈ ਸਕਦੇ ਹੋ ਮੇਰੀ ਜਾਂ ਫਿਰ ਮੈਨੂੰ ਇੰਸਟਾਗ੍ਰਾਮ ਤੇ ਵੀ ਕੰਟੈਕਟ ਕਰ ਸਕਦੇ ਹੋ ਮੇਰੀ ਇੰਸਟਾਗ੍ਰਾਮ ਤੇ ਤੁਸੀਂ ਸਰਚ ਕਰ ਲਿਓ ਕ੍ਰੇਜ਼ੀ ਪ੍ਰੋਟੋਨਸ ਉਹਦੇ ਵਿੱਚ ਤੁਸੀਂ ਚੈਟ ਕਰ ਸਕਦੇ ਹੋ I would write it down. Sir, chat box to send out. ਹਾਂਜੀ
ਸਰ ਤੁਸੀਂ ਕਰੰਟ ਅਫੇਅਰਸ ਕਿੱਦਾਂ ਕਵਰ ਕਰਦੇ ਸੀ, ਮਤਲਬ ਨਿਊਜ਼ਪੇਪਰ ਹਿੰਦੂ ਪੜ੍ਹਦੇ ਸੀ ਜਾਂ ਲਾਈਕ ਕਿਸੇ ਇੰਸਟੀਚਿਊਟ ਦੀ ਵੈਬਸਾਈਟ ਤੋਂ ਕਵਰ ਕਰਦੇ ਸੀ? ਦੇਖੋ ਜੀ ਮੈਡਮ, ਕੋਈ ਇੱਕ ਸੋਰਸ ਤਾਂ ਹੈ ਨਹੀਂਗਾ। ਵੀ ਆਲਵੇਜ਼ ਟਰਾਈ ਵਿਦ ਡਿਫਰੈਂਟ ਸੋਰਸਸ ਅਕੋਰਡਿੰਗ ਟੂ ਆਰ ਨੀਡਸ ਐਂਡ ਆਰ ਡਿਮਾਂਡ ਆਫ ਦ ਸਿਚੁਏਸ਼ਨ। ਹੁਣ ਇਹਦੇ ਵਿੱਚ ਕੀ ਹੈ, ਪਹਿਲੇ ਮੈਂ ਦਾ ਹਿੰਦੂ ਤੋਂ ਸਟੱਡੀ ਕੀਤੀ ਸੀ, ਬਟ ਆਈ ਥਿੰਕ ਨੀਅਰ ਅਬਾਊਟ 2016 I shifted to Indian Express, and it is also a very good newspaper and provides you crisp and readily available information in a very concise way. ਤਾਂ ਤੁਸੀਂ ਉਹਨੂੰ ਈਜ਼ੀਲੀ ਅੰਡਰਸਟੈਂਡ ਕਰ ਸਕਦੇ ਹੋ। ਐਂਡ ਪਾਰਟੀਕੂਲਰਲੀ ਇਹਦੇ ਵਿੱਚ ਇੱਕ ਐਕਸਪਲੇਨ ਵਾਲਾ ਸੈਕਸ਼ਨ ਹੈ ਇੰਡੀਅਨ ਐਕਸਪ੍ਰੈਸ ਦੇ ਵਿੱਚ, ਵੀ ਉਹਦੇ ਵਿੱਚ ਉਹ ਵਧੀਆ ਐਕਸਪਲੇਨ ਕਰਦੇ ਕੰਸੈਪਟ ਨੂੰ ਬੇਸਿਕਸ ਤਰੀਕੇ ਨਾਲ, ਰਿਸਰਚ ਬਹੁਤ ਵਧੀਆ ਕਰਦੇ ਨੇ। ਐਂਡ ਤੁਸੀਂ ਜ਼ਰੂਰੀ ਨਹੀਂ ਹੈ ਵੀ ਤੁਸੀਂ ਹਿੰਦੂ ਹੀ ਕਵਰ ਕਰੋ, ਤੇ ਤੁਸੀਂ ਜਿਹੜਾ ਆਪਣਾ ਕਰੰਟ ਅਫੇਅਰ ਹੈ ਉਹ ਇੰਡੀਅਨ ਐਕਸਪ੍ਰੈਸ ਵੀ ਕਵਰ ਕਰ ਸਕਦੇ ਹੋ, ਪਲੱਸ ਤੁਸੀਂ ਕੰਪਲੀਮੈਂਟ ਕਰ ਸਕਦੇ ਹੋ ਵਿਦ ਕੰਪਾਈਲੇਸ਼ਨ ਆਫ ਐਨੀ ਗੁੱਡ ਕੋਚਿੰਗ ਇੰਸਟੀਚਿਊਟ। ਬਟ ਰਾਈਟ ਨਾਓ ਆਈ ਕੇਮ ਅਕ੍ਰੋਸ ਦ੍ਰਿਸ਼ਟੀ IAS, ਇੱਕ ਵੈਰੀ ਗੁੱਡ ਵੈਬਸਾਈਟ ਹੈ। ਉਹਨਾਂ ਨੇ ਐਕਚੁਅਲੀ ਕੀ ਹੁੰਦਾ ਹੈ, ਕੋਈ ਵੀ ਕੋਚਿੰਗ ਇੰਸਟੀਚਿਊਟ ਹੈ, ਦੇ ਕੀਪ ਔਨ ਰੀਇਨਵੈਂਟਿੰਗ ਦੈਮਸੈਲਵਸ, ਜਾਂ ਕੋਈ ਉਹਨਾਂ ਦੀ ਵੈਬਸਾਈਟਸ ਹੁੰਦੀਆਂ ਅੱਜ ਕੱਲ੍ਹ, ਜਿਵੇਂ ਫੋਰਮ IAS ਹੈ, ਦੇ ਹੈਵ ਰੀਸੈਂਟਲੀ ਰਿਫਾਰਮਡ देयर ਵੈਬਸਾਈਟ। ਉਹਦੇ ਵਿੱਚ ਜਿਵੇਂ ਮਟੀਰੀਅਲ ਆਉਂਦਾ ਹੈ, ਦੇ ਹੈਵ ਕ੍ਰੀਏਟਡ ਸੈਪਰੇਟ ਕੈਟਾਗਰੀਜ਼ ਫॉर ਪ੍ਰੀਲਿਮਸ ਐਂਡ ਕਰੰਟ ਮੇਨਸ ਕਰੰਟ ਅਫੇਅਰ, ਐਂਡ ਯੂ ਕੈਨ ਗੋ ਥਰੂ ਵਨਸ ਗੋ ਥਰੂ them, ਜਿਹੜੀ ਤੁਹਾਨੂੰ ਬੈਟਰ ਸੂਟ ਕਰਦੀ ਹੈ ਡਿਮਾਂਡ ਆਫ ਯੂਰ ਸਿਚੁਏਸ਼ਨ, ਲਾਈਕ ਯੂ ਆਰ ਕਵਰਿੰਗ ਮੇਨਸ ਟੌਪਿਕਸ ਫਰੋਮ ਦ ਪੁਆਇੰਟ ਆਫ ਵਿਊ ਆਫ ਕਰੰਟ ਅਫੇਅਰ। ਠੀਕ ਹੈ ਜੀ, ਜਿਵੇਂ ਇਕਨੋਮਿਕਸ ਦਾ ਹੋ ਗਿਆ, ਜਿਵੇਂ ਕਿਸੇ ਨੇ ਪਹਿਲੇ ਪੁੱਛਿਆ ਸੀ, ਤੁਸੀਂ ਕੀ ਕਰੋ, ਇਕਨੋਮਿਕਸ ਦਾ ਮੇਨਸ ਦਾ ਜਦੋਂ ਕਵਰ ਕਰਨਾ ਹੈ ਤਾਂ ਪਹਿਲੇ ਕਰੰਟ ਅਫੇਅਰ ਦਾ ਦੇਖ ਲਓ, ਜਾਂ ਕਿਸੇ ਹੋਰ ਚੀਜ਼ ਦਾ ਕਰ ਲਓ। ਇੱਕ ਦ੍ਰਿਸ਼ਟੀ IAS ਦੇ ਵਿੱਚ ਇੱਕ ਬੈਨੀਫਿਟ ਇਹ ਹੈ, ਯੂ ਕੈਨ ਸਰਚ ਫॉर GS3 ਐਂਡ ਯੂ ਵੁੱਡ ਗੈਟ ਕਰੰਟ ਅਫੇਅਰ ਆਫ ਲਾਸਟ 5 years। ਉਹਦੇ ਵਿੱਚ ਕੀ ਹੈ, ਮੇਨਸ ਨਾਲ ਰਿਲੇਟਡ ਜਿੰਨੇ ਵੀ ਟੌਪਿਕਸ ਹੁੰਦੇ ਆ ਉਹਨਾਂ ਦਾ ਕਲੀਅਰ ਕੱਟ ਜਿਹੜੇ ਪ੍ਰੋਜ਼ ਐਂਡ ਕੋਨਸ ਉਹਨਾਂ ਦਾ ਵੀ ਐਨਾਲਿਸਿਸ ਨਾਲ ਦਿੱਤਾ ਹੁੰਦਾ, ਜਿਹੜਾ ਕਿ ਨਿਊਜ਼ਪੇਪਰ 'ਚ ਨਹੀਂ ਆਉਂਦਾ। ਇੱਕ ਨਿਊਜ਼ਪੇਪਰ 'ਚ ਕੋਈ ਇਵੈਂਟ ਬਾਰੇ ਕਵਰੇਜ ਹੁੰਦੀ ਹੈ, ਬਟ ਉਹਦੇ ਪਿੱਛੇ ਜੋ ਐਨਾਲਿਸਿਸ ਹੈ ਉਹ ਤੁਹਾਨੂੰ ਆਪ ਸਰਚ ਕਰਨਾ ਪਊਗਾ, ਅਲੱਗ-ਅਲੱਗ ਸੋਰਸਸ ਤੋਂ। ਉਹ ਸੋਰਸ ਕੋਈ ਵੀ ਹੋ ਸਕਦਾ, ਨਿਊਜ਼ ਵੈਬਸਾਈਟ ਵੀ ਹੋ ਸਕਦੀ ਹੈ, ਤੇ ਜਾਂ ਤੁਸੀਂ ਆਪ ਆਪਣੇ ਨੋਟਸ ਬਣਾਓ ਜਾਂ ਰੈਡੀਲੀ ਅਵੇਲੇਬਲ ਮਟੀਰੀਅਲ। ਸਰ ਤੁਸੀਂ ਆਪਣੇ ਨੋਟਸ ਆਪ ਹੀ ਬਣਾਏ ਸੀ ਜਾਂ ਮਤਲਬ ਆਪਣੇ ਨੋਟਸ ਆਪਣੇ ਬਣਾਉਣੇ ਬਹੁਤ ਜ਼ਰੂਰੀ ਨੇ। there may be different sources. smart study ਦਾ ਜ਼ਮਾਨਾ ਅੱਜ ਕੱਲ। ਐਗਜ਼ਾਮਪਲ ਦੇ ਆਪ PCS ਐਗਜ਼ਾਮ ਸੀ ਤੇ ਮੈਨੂੰ ਛੁੱਟੀ ਵੀ ਨਹੀਂ ਮਿਲੀ, ਮੇਰੇ ਕੋਲ ਸਿਰਫ 2 ਘੰਟੇ ਹੁੰਦੇ ਸੀ ਪੜ੍ਹਨ ਦੇ ਸਾਰਾ। ਹਾਲਾਂਕਿ ਮੈਂ PCS ਮੇਨਸ ਦਿੱਤਾ ਹੋਇਆ ਸੀ, ਤਾਂ ਕਰਕੇ ਮੇਰੀ ਤਿਆਰੀ ਹੋਈ ਪਈ ਸੀ ਸਾਰਾ ਕੁਝ। ਪਰ ਮੈਂ ਐਸੇ ਵੀ ਇੱਕ ਵਾਰੀ ਫਾਈਨਲੀ ਕਰੰਟ ਅਫੇਅਰ ਹੋ ਜਾਏ, ਕਿਉਂਕਿ 18 ਦਿਨ ਪਹਿਲੇ ਹੀ ਐਵੇਂ ਆਇਆ ਵੀ 18 ਦਿਨ ਦੇ ਅੰਦਰ ਮੇਨਸ ਕਵਰ ਕਰਨ ਦਾ ਸਿਰਫ ਇੱਕੋ ਤਰੀਕਾ ਸੀਗਾ। ਆਈ ਵੈਂਟ ਟੂ ਦ੍ਰਿਸ਼ਟੀ ਵੈਬਸਾਈਟ ਦਿਸ ਟਾਈਮ। ਤਾਂ ਉਹਦੇ ਵਿੱਚ ਜਿੰਨੇ ਵੀ ਕਰੰਟ ਅਫੇਅਰ ਆਪਾਂ ਆਉਂਦੇ ਆ, ਟੌਪਿਕਸ ਆਉਂਦੇ ਆ, ਸਪੋਜ਼ ਮੈਂ ਐਸੇ ਵਾਸਤੇ ਪ੍ਰਿਪੇਅਰ ਕਰ ਰਿਹਾ, ਤਾਂ ਮੈਨੂੰ ਐ ਵੀ ਹਰ ਵਾਰੀ ਜਿਹੜਾ ਹੈਗਾ ਐਸੇ ਵਾਟਰ ਤੇ ਪੁੱਛਿਆ ਜਾਂਦਾ, ਇਕਨੋਮਿਕਸ ਤੇ ਪੁੱਛਿਆ ਜਾਂਦਾ, ਜਿਵੇਂ ਆਪਣਾ ਇਨਇਕੁਐਲਿਟੀ ਤੇ, ਪੋਵਰਟੀ, ਹੈਡ ਕਾਊਂਟ ਤੇ, ਜਾਂ ਫਿਰ ਇਨਕਰੀਜ਼ਿੰਗ ਇਨਇਕੁਐਲਿਟੀ ਇਨ ਦ ਸੋਸਾਇਟੀ, ਨੈਗੇਟਿਵ ਇੰਪੈਕਟਸ ਆਫ ਗਲੋਬਲਾਈਜੇਸ਼ਨ, ਟੈਂਡੈਂਸੀਜ਼ ਆਫ ਡੀਗਲੋਬਲਾਈਜੇਸ਼ਨ। ਇਹੋ ਜਿਹੇ ਟੌਪਿਕਸ ਤੁਸੀਂ ਯੂ ਕੈਨ ਆਲਵੇਜ਼ ਸਰਚ ਔਨ ਦੈਟ ਵੈਬਸਾਈਟ ਜਾਂ ਕਿਸੇ ਹੋਰ ਵੈਬਸਾਈਟ ਤੇ। ਉਹਦੇ ਨਾਲ ਰਿਲੇਟਡ ਕੀ ਹੋਣਗੇ, ਤੁਹਾਨੂੰ ਕੁਝ ਰਿਪੋਰਟਸ, ਕੰਪਾਈਲੇਸ਼ਨਸ ਕੁਝ ਮਿਲ ਜਾਣਗੀਆਂ। ਜਿਵੇਂ ਮੈਂ ਸਰਚ ਮਾਰਿਆ ਪੋਵਰਟੀ, ਤਾਂ ਇੰਡੀਆ ਦੇ ਪੋਵਰਟੀ ਕਾਊਂਟ ਕੀ ਹੈ, ਠੀਕ ਹੈ ਜੀ, ਜਾਂ ਇੰਪੈਕਟ ਆਫ ਕੋਵਿਡ ਐਂਡ ਲੋਕਡਾਊਨ ਔਨ ਪੋਵਰਟੀ ਰੇਟਸ ਇਨ ਇੰਡੀਆ, ਤਾਂ ਉਹਦੇ ਨਾਲ ਰਿਲੇਟਡ CIME ਦੀ ਰਿਪੋਰਟ ਸੀਗੀ। ਥਰਡਲੀ ਦੇਰ ਵਾਜ਼ ਸਰਵੇ ਆਫ ਓਕਸਫੈਮ ਇੰਡੀਆ, ਤਾਂ ਉਹਨਾਂ ਦੇ ਕੁਝ ਜਿਹੜੇ ਫੈਕਟਸ ਸੀਗੇ, ਆਈ ਜੋਟਡ ਦੈਟ ਡਾਊਨ ਇਨ ਔਨ ਪੇਪਰ। ਤੁਸੀਂ ਪੇਪਰ ਦੇ ਉੱਤੇ ਲਿਖੋ, ਕਿਉਂਕਿ ਪਤਾ ਕੀ ਹੁੰਦਾ, ਜਦੋਂ ਆਪਾਂ ਆਨਲਾਈਨ ਵੈਬਸਾਈਟ ਤੇ ਕਿਤੇ ਸਟੱਡੀ ਕਰਦੇ ਹਾਂ, ਆਨਲਾਈਨ ਸਟੱਡੀ ਕਰਦੇ ਹਾਂ, ਤਾਂ ਬਹੁਤ ਘੱਟ ਚਾਂਸਸ ਹੁੰਦੇ ਆ ਵੀ ਆਪਾਂ ਉਸੇ ਨੂੰ ਰਿਵਾਈਜ਼ ਕਰਨ ਵਾਸਤੇ ਦੁਬਾਰਾ ਖੋਲਾਂਗੇ। ਤਾਂ ਬੈਟਰ ਇਹ ਹੈ, ਜਿਹੜਾ ਤੁਸੀਂ ਆਰਟੀਕਲ ਪੜ੍ਹਿਆ, ਜਿਹੜਾ ਪੇਜ ਪੜ੍ਹਿਆ ਕਿਤੋਂ, ਤਾਂ ਉਹਦਾ ਜਿਹੜਾ ਕਰਕਸ ਹੈ, ਜਿਹੜਾ ਤੁਹਾਨੂੰ ਪਹਿਲੇ ਨਹੀਂ ਪਤਾ ਸੀ ਤੇ ਤੁਹਾਨੂੰ ਚਾਹੀਦਾ ਵੀ ਜ਼ਰੂਰੀ ਹੈ ਇਹ, ਉਸ ਟੌਪਿਕ ਦਾ ਇੱਕ ਪੇਜ ਬਣਾ ਕੇ ਉੱਤੇ ਇੱਕ ਫੈਕਟ ਲਿਖ ਲਓ। ਤੇ ਉਹਦੇ ਨਾਲ ਕੀ ਹੋਊਗਾ, ਕੱਲ ਨੂੰ ਤੁਹਾਨੂੰ ਇਨਫੋਰਮੇਸ਼ਨ ਉਹ ਰਿਕਾਲ ਕਰਨੀ ਜਾਂ ਉਹਨੂੰ ਰਿਵਾਈਜ਼ ਕਰਨਾ ਸੌਖਾ ਰਹੂਗਾ। ਜਿਵੇਂ ਫੋਰ ਐਗਜ਼ਾਮਪਲ ਯੂ ਆਰ ਕਵਰਿੰਗ ਸਾਈਬਰ ਸਿਕਿਉਰਿਟੀ ਨਾਲ ਰਿਲੇਟਡ ਕਰੰਟ ਅਫੇਅਰ 'ਚ ਜਿੰਨੇ ਦੇ ਵਿੱਚ ਕਿਸੇ ਵਿੱਚ ਸਰਚ ਮਾਰੋ ਤੁਸੀਂ ਆ ਜਾਓ, ਬਟ ਉਹਦੇ ਵਿੱਚੋਂ ਜਿਹੜੀ ਯੂਜ਼ਫੁਲ ਐਗਜ਼ਾਮਪਲਸ ਤੁਸੀਂ ਮੇਨ ਪੇਪਰ ਦੇ ਵਿੱਚ ਕਵਰ ਕਰਨਾ ਚਾਹੁੰਦੇ ਹੋ, ਤਾਂ ਉਹਨੂੰ ਕੀ ਹੈ, ਆਪਣਾ ਜੋਟ ਡਾਊਨ ਕਰ ਲਓ ਇੱਕ ਪੇਪਰ ਦੇ ਵਿੱਚ।
ਤੇ ਜਦੋਂ ਤੁਸੀਂ ਆਪਣੇ ਐਵੇਂ ਨੋਟਸ ਬਣਾ ਲਏ ਜਿਹੜੇ ਕੰਸਾਈਜ਼ਲੀ ਤੁਸੀਂ ਪੇਪਰ ਤੋਂ ਇੱਕ ਦਿਨ ਪਹਿਲੇ ਰਿਵਾਈਜ਼ ਕਰ ਸਕਦੇ ਹੋ 2-3 ਘੰਟੇ ਦੇ ਵਿੱਚ, ਤਾਂ ਤੁਹਾਡੀ ਮੇਨਸ ਦੀ ਪ੍ਰੈਪਰੇਸ਼ਨ ਫੁੱਲ ਹੋ ਜਾਂਦੀ ਹੈ। So you are thorough with your current affair. You can always utilize that information anywhere in the examination process, whether it is in the interview, in essays or general studies paper 1, 2, 3, 4. There is no bar कि तुसी ethics ਦੀ information ਪਹਿਲੇ ਪੇਪਰ 'ਚ utilize ਕਰ ਸਕਦੇ ਜਾਂ economics ਦੀ information ਪਹਿਲੇ ਪੇਪਰ ਦੇ ਵਿੱਚ society ਦੇ section ਦੇ ਵਿੱਚ ਨਹੀਂ utilize ਕਰ ਸਕਦੇ, ਤੁਸੀਂ always ਕਰ ਸਕਦੇ ਹੋ। ਤਾਂ ਤੁਸੀਂ ਇਹੋ ਜਿਹੇ ਫੈਕਟਸ ਵੀ ਮੈਮੋਰਾਈਜ਼ ਕਰੋ। ਮੈਮੋਰਾਈਜ਼ ਕਰਨ ਤੋਂ ਬਜਾਏ ਉਹਨੂੰ ਇੱਕ ਪੇਜਿਸ ਤੇ ਆਪਣੇ ਬਲੈਂਕ ਪੇਜਿਸ ਜਾਂ ਕਿਸੇ ਵੀ ਤਰ੍ਹਾਂ ਡਾਇਰੀ ਲਗਾ ਕੇ ਕੰਸਾਈਜ਼ ਵੇ ਨਾਲ ਲਿਖੋ। ਜਿਵੇਂ ਤੁਸੀਂ ਲਿਖੋ ਆਕਸਫੈਮ ਪੋਵਰਟੀ ਰੇਟ ਇੰਨੇ %, ਇੰਨੇ ਲੋਕ ਪੋਵਰਟੀ ਦੇ ਵਿੱਚ ਆ ਗਏ, ਠੀਕ ਹੈ ਜੀ, ਐਬਸੋਲੂਟ ਨੰਬਰ ਤੇ ਉਹ ਬਾਕੀ ਚੀਜ਼ਾਂ, ਤਾਂ ਉਹ ਚੀਜ਼ ਯੂਟੀਲਾਈਜ਼ ਕਰ ਸਕਦੇ। ਤੇ ਇੰਟਰਵਿਊ ਦੇ ਵਿੱਚ ਵੀ ਕਈ ਵਾਰ ਫੈਕਟਸ ਯੂਜ਼ ਹੋ ਜਾਂਦੇ, ਜਿਵੇਂ ਪੰਜਾਬ ਦੇ ਵਿੱਚ ਜਿਹੜਾ ਡਿਪਲੀਟਿੰਗ ਗਰਾਊਂਡ ਵਾਟਰ ਸਿਚੁਏਸ਼ਨ ਹੈ, ਡਾਰਕ ਫਲੋਕਸ ਕਿੰਨੇ ਨੇ। ਲਾਸਟ ਟਾਈਮ ਆਈ ਵਾਸ ਆਸਕ ਕੁਐਸਚਨ 1 from that portion, ਤਾਂ I was fortunate enough ਵੀ ਮੈਨੂੰ ਪਤਾ ਸੀਗਾ ਤੇ ਮੈਂ ਦੱਸ ਸਕਿਆ। ਫੈਕਚੁਅਲ ਇਨਫੋਰਮੇਸ਼ਨ ਆਉਂਦੀ ਹੋਵੇ ਥੋੜਾ ਜਿਹਾ ਫੇਵਰੇਬਲ ਇੰਪੈਕਟ ਜਾਂਦਾ ਇੰਟਰਵਿਊ ਬੋਰਡ। ਤਾਂ ਦੋਨੇ ਚੀਜ਼ਾਂ ਕਰੋ, ਨੋਟਸ ਪੜ੍ਹੋ ਕਿਸੇ ਹੋਰ ਦੇ ਜਿਹਨੇ ਆਲਰੇਡੀ ਕੰਪਾਈਲ ਕੀਤੇ ਹੋਣ, ਬਟ ਉਹਦੀ ਸਮਰੀ ਤੁਸੀਂ ਆਪ ਤਿਆਰ ਕਰਨੀ। ਕਿਸੇ ਹੋਰ ਦਾ ਕੋਈ ਕੁਐਸਚਨ ਹੋ? ਜੀ ਸਰ, ਮੇਰਾ ਸਤਿੰਦਰ ਸਰ ਨੂੰ ਕੁਐਸਚਨ ਹੈ ਜੀ। ਜੀ ਪੁੱਛੋ ਸਰ। ਹਾਂਜੀ ਸਤਿੰਦਰ ਸਰ ਜੀ, ਹੈਲੋ। ਹਾਂਜੀ ਜੀ 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 ਹਾਂਜੀ ਸਰ ਮੈਂ ਪੁੱਛਣਾ ਚਾਹੁੰਦਾ ਸੀ ਕਿ ਜੋ ਤੁਹਾਡੇ 2019 ਬੈਚ ਦਾ ਜੋ ਰਿਕਾਰਡ ਕੀਤੇ ਹੋਏ ਲੈਕਚਰ ਨੇ, ਉਹ ਸਰ ਪੂਰੇ ਪੈਣਗੇ ਆਪਣੇ ਅੱਗੇ, ਕਾਫੀ ਹੈਲਪਫੁਲ ਰਹਿਣਗੇ 2022 ਜਾਂ 23 ਦੇ ਅਟੈਂਪਟ ਵਾਸਤੇ? ਜੋ ਸਟੱਡੀ ਮਟੀਰੀਅਲ ਨਾਲ ਹੋ ਜੇ ਜਾਂ ਥੋੜੇ ਲੈਕਚਰ ਹੋ ਜਾਣ ਔਰ ਅੱਗੇ ਉਹ ਹੈਲਪਫੁਲ ਰਹਿਣਗੇ? ਮੇਰੇ ਕੁਐਸਚਨ ਇਹ ਹੈ ਸਰ। ਜਿਵੇਂ ਪਹਿਲਾਂ ਸੂਰਜ ਜੀ ਨੇ ਵੀ ਦੱਸਿਆ, ਹਾਂਜੀ ਸਰ। ਵੈਸੇ ਤਾਂ ਕੁਐਸਚਨ ਆਊਟ ਆਫ ਕੰਟੈਕਸਟ ਹੈ ਇਹ, ਕਿ ਗੱਲ ਤਾਂ ਆਪਾਂ ਸੂਰਜ ਜੀ ਨਾਲ ਕਰ ਰਹੇ ਹਾਂ, ਮੇਰੇ ਨਾਲ ਤਾਂ ਫੋਨ ਤੇ ਵੀ ਗੱਲ ਕਰ ਸਕਦੇ ਹੋ ਤੁਸੀਂ। ਔਰ ਮੋਰ ਓਵਰ ਨਹੀਂ ਮੈਂ ਵਧੀਆ ਹੋ ਗਿਆ ਕੁਐਸਚਨ ਤੁਹਾਡਾ। ਨਹੀਂ ਮੈਂ ਇੱਕ ਸਰ ਇਹਨਾਂ ਆਨਸਰ ਦੇਣਾ ਚਾਹਾਂਗਾ ਇਹਨਾਂ ਦਾ। ਐਕਚੁਅਲੀ ਪਤਾ ਕੀ ਹੁੰਦਾ, ਪੰਜਾਬੀ ਲਿਟਰੇਚਰ ਦਾ ਸਬਜੈਕਟ ਜਿਹੜਾ ਹੈਗਾ ਬੜਾ ਸਟੈਟਿਕ। ਸਰ ਨੇ ਜੋ ਇੱਕ ਵਾਰੀ ਕਹਿਤਾ ਉਹ ਆਈ ਥਿੰਕ ਠੀਕ ਹੈ, ਸਫੀਸ਼ੀਐਂਟ ਹੈ। ਤੁਹਾਨੂੰ ਇੱਕ ਇਨਫੋਰਮੇਸ਼ਨ ਇੰਟਰਲਿੰਕਡ ਆਲਰੇਡੀ ਮਿਲ ਗਈ, ਇਹ 'ਚ ਕੋਈ ਕਰੰਟ ਅਫੇਅਰ ਅਪਡੇਸ਼ਨ ਨਹੀਂ ਹੈ, ਕੋਈ ਕੁਛ ਨਹੀਂ ਹੈ। ਬਸ ਇਹ ਵੀ ਤੁਸੀਂ ਉਸ ਤੋਂ ਬਾਅਦ ਜਦੋਂ ਆਨਸਰ ਰਾਈਟਿੰਗ ਕਰੋਗੇ ਤੁਹਾਨੂੰ ਫਿਰ ਸਰ ਦੀ ਇੰਟਰੈਕਸ਼ਨ ਦੀ ਲੋੜ 100% ਪਊਗੀ। ਓਕੇ ਸਰ। ਹਾਂਜੀ, ਉਹ ਜਿਹੜੇ ਲੈਕਚਰਸ ਨੇ ਉਹਦੇ ਵਿੱਚ ਅਪਡੇਸ਼ਨ ਤਾਂ ਜ਼ਿਆਦਾ ਨਹੀਂ ਹੁੰਦੀ, ਬਟ ਇਹ ਵੀ ਹੈ, ਪਰ ਉਹਦੇ ਵਿੱਚ ਸਰ ਦੀ ਜੇ ਕੋਈ ਸਰ ਐਡੀਸ਼ਨਲ ਕੋਈ ਇਨਫੋਰਮੇਸ਼ਨ ਇਨ ਵਿਊ ਆਫ ਲੇਟੈਸਟ ਐਗਜ਼ਾਮਸ ਦੇ ਵਿੱਚ ਕੋਈ ਕੁਐਸਚਨ ਆਉਂਦੇ ਹੈ, ਕੋਈ ਸਰ ਟੌਪਿਕ ਦੇ ਵਿੱਚ ਐਡੀਸ਼ਨ ਕਰਨਾ ਚਾਹੁੰਦੇ, ਤਾਂ ਉਹ ਮਾੜਾ ਮੋਟਾ ਡਿਫਰੈਂਟ ਹੋਊਗਾ। that is just add on and that doesn't replace earlier lectures, because Punjabi literature is already a static subject and it is well established. ਮੋਰਓਵਰ ਮੈਂ ਇਹਦੇ 'ਚ ਕਹਿਣਾ ਚਾਹਾਂਗਾ ਕਿ ਕੱਲ ਨੂੰ ਨਾ ਇੱਕ ਓਰੀਐਂਟੇਸ਼ਨ ਸੈਸ਼ਨ ਵੀ ਰੱਖਿਆ ਹੋਇਆ ਆਪਾਂ, 10:30 ਵਜੇ ਓਰੀਐਂਟੇਸ਼ਨ ਕਲਾਸ ਆ, ਉਹ ਵੀ ਲਾਈਵ ਇੱਦਾਂ ਹੀ ਚੱਲੇਗੀ ਆਪਣੀ ਐਪ ਤੋਂ। ਤੇ ਉਸ ਤੋਂ ਬਾਅਦ ਆਪਾਂ ਇੱਕ ਲਾਈਵ ਬੈਚ ਆ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ, ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ। ਉਹਦੇ ਵਿੱਚ ਵੀ ਕੀ ਹੋਏਗਾ ਕਿ ਡੇਲੀ ਕਲਾਸ ਹੋਇਆ ਕਰੇਗੀ 1.5 ਘੰਟੇ ਦੀ, ਮਾਰਨਿੰਗ ਬੈਚ ਵੀ ਈਵਨਿੰਗ ਬੈਚ ਵੀ ਆ, ਔਰ ਉਹ ਕਲਾਸਿਸ ਨੇ ਜਿਹੜੀਆਂ ਉਹ ਵੀ ਰਿਕਾਰਡ ਹੋਣਗੀਆਂ। ਔਰ ਉਹ ਕਲਾਸਿਸ ਨੇ ਜਿਹੜੇ ਬੱਚੇ ਲਾਈਵ ਬੈਚ ਜੁਆਇਨ ਕਰ ਰਹੇ ਹੋਣਗੇ ਉਹਨਾਂ ਵਾਸਤੇ ਫਿਰ ਉਹ ਅਵੇਲੇਬਲ ਹੋਣਗੀਆਂ 2022 ਮੇਨ ਤੱਕ। ਠੀਕ ਹੈ ਜੀ। ਤਾਂ ਇਹ ਚੀਜ਼ ਹੈਗੀ ਹੈ, ਜੇ ਤੁਸੀਂ ਲਾਈਵ ਲਾਉਣਾ ਚਾਹੁੰਦੇ ਹੋ ਉਹ ਕਰ ਸਕਦੇ ਹੋ। ਅਦਰਵਾਈਜ਼ ਜਿਵੇਂ ਸੂਰਜ ਜੀ ਨੇ ਦੱਸਿਆ, ਇਹੀ ਗੱਲ ਮੈਂ ਕਹਿਣ ਲੱਗਿਆ ਸੀ ਕਿ ਸਟੈਟਿਕ ਹੈ, ਅਸੀਂ ਇਸੇ ਕਰਕੇ ਹੀ ਉਹ ਦੇ ਰਹੇ ਹਾਂ ਕਿਉਂਕਿ ਉਹ ਵੈਲਿਡ ਹੈ, ਉਹ ਕੰਮ ਕਰ ਰਿਹਾ ਉਹ ਕੋਰਸ। ਠੀਕ ਹੈ। ਔਰ ਜਦੋਂ ਤੱਕ ਇਹ ਸਿਲੇਬਸ ਰਹੇਗਾ ਉਹ ਕੋਰਸ ਨੇ ਕੰਮ ਕਰਨਾ ਹੈ। ਮੋਰ ਓਵਰ ਜਿਹੜੀ ਕੋਈ ਕਰੰਟ ਅਫੇਅਰਸ ਉਹਦੇ 'ਚ ਐਡ ਕਰਨੇ ਹੁੰਦੇ ਆ ਥੋੜ੍ਹੇ ਬਹੁਤੇ, ਉਹ ਜਦੋਂ ਤੁਸੀਂ ਆਨਸਰ ਰਾਈਟਿੰਗ ਕਰਦੇ ਹੋ ਤਾਂ ਉਸ ਵੇਲੇ ਅਸੀਂ ਉਹਦੇ ਵਿੱਚ ਐਡ ਔਨ ਕਰਵਾਉਣੇ ਆ ਤੁਹਾਡੇ ਕੋਲ। ਸੋ ਇਹ ਹੈ ਜੀ। ਹਾਂਜੀ, ਕੋਈ ਹੋਰ ਕੋਈ ਕੁਐਸਚਨ ਕਿਸੇ ਐਸਪੀਰੈਂਟ ਦਾ? ਕੋਈ ਹੋਰ ਕੁਐਸਚਨ ਪਲੀਜ਼। ਕਾਫੀ ਟਾਈਮ ਮੇਰੇ ਖਿਆਲ 'ਚ ਹੋ ਗਿਆ ਆਪਾਂ ਨੂੰ, ਵਧੀਆ ਡਿਸਕਸ਼ਨ ਚੱਲੀ ਹੈ, ਵਧੀਆ 1 ਘੰਟਾ 40 ਮਿੰਟ ਹੋ ਗਏ। ਕਿਸੇ ਦੀ ਕੋਈ ਕੁਐਰੀਜ਼ ਹੋਣ? ਮੇਰੇ ਖਿਆਲ 'ਚ ਕੁਐਸਚਨ ਸਾਰੇ ਹੋ ਗਏ। ਔਰ ਪਾਰਟਿਸਪੈਂਟਸ ਇੱਕ ਨਾ ਜ਼ੂਮ ਸੈਸ਼ਨ ਤੇ ਨਾ ਇੱਕ ਹੋਰ ਟ੍ਰੈਂਡ ਵੇਖ ਰਹੇ
ਆ ਕਿ ਐਸਪੀਰੈਂਟਸ ਆਉਂਦੇ ਆਪਣੇ ਕੁਐਸਚਨ ਪੁੱਛਦੇ ਔਰ ਚਲੇ ਜਾਂਦੇ, ਜਿਵੇਂ ਇਹ ਬੜੀ ਲਿਬਰਟੀ ਹੁੰਦੀ ਹੈ ਕਿ ਜਦੋਂ ਆਫਲਾਈਨ ਕੋਈ ਫਿਜ਼ੀਕਲੀ ਸੈਸ਼ਨ ਹੁੰਦਾ ਉਦੋਂ ਉੱਠਣਾ ਔਖਾ ਹੁੰਦਾ ਨਾ ਉੱਥੋਂ ਹਾਲ ਦੇ ਵਿੱਚੋਂ। ਇੱਥੇ ਵਧੀਆ ਆਪਣਾ ਕੁਐਸਚਨ ਪੁੱਛਿਆ ਜੀ, ਚਲੋ ਜੀ ਸ਼ਟ ਡਾਊਨ। ਸੋ ਪਤਾ ਲੱਗ ਜਾਂਦਾ ਕਿ ਹੁਣ ਕੁਐਸਚਨਸ ਨੇ ਜਿਹੜੇ ਮੇਜਰ ਕੁਐਸਚਨ, ਇੰਪੋਰਟੈਂਟ ਕੁਐਸਚਨਸ ਉਹ ਪੁੱਛੇ ਜਾ ਚੁੱਕੇ ਹੈ। ਸੋ ਫਿਰ ਵੀ ਅਗਰ ਕੋਈ ਫਿਰ ਵੀ ਤੁਹਾਡੇ ਕੁਐਸਚਨਸ ਆਉਂਦੇ ਹੈ ਤਾਂ ਤੁਹਾਨੂੰ ਜਿਹੜਾ ਕੰਟੈਕਟ ਹੈ ਸੂਰਜ ਜੀ ਦਾ ਮਿਲ ਗਿਆ, ਔਰ ਗੁਰਸਿਮਰਨ ਜੀ ਦਾ ਵੀ ਉਦੋਂ ਮਿਲ ਗਿਆ ਸੀ ਪਿਛਲੇ ਦਿਨੀ। ਤੁਸੀਂ ਡਾਇਰੈਕਟਲੀ ਵੀ ਈਮੇਲ ਦੇ ਰਾਹੀਂ ਪੁੱਛ ਸਕਦੇ ਹੋ। ਇੰਸਟਾਗ੍ਰਾਮ ਤੇ ਮੈਨੂੰ ਸੋ ਕਰ ਸਕਦੇ ਹੋ ਫੋਲੋ। ਸੂਰਜ ਜੀ ਵਾਈਂਡ ਅਪ ਕਰੀਏ ਫਿਰ ਆਪਾਂ। ਰਾਈਟ ਸਰ, ਰਾਈਟ। ਹਾਂਜੀ ਹਾਂਜੀ ਸਰ ਆਈ ਵੁੱਡ ਲਾਈਕ ਟੂ ਥੈਂਕ ਵੀ ਤੁਸੀਂ ਵਧੀਆ ਓਪਰਚੁਨਿਟੀ। ਠੀਕ ਹੈ ਜੀ, ਥੈਂਕ ਯੂ ਸੋ ਮਚ ਸੂਰਜ, ਵਿਸ਼ ਯੂ ਆਲ ਦੀ ਵੈਰੀ ਬੈਸਟ। ਥੈਂਕ ਯੂ। ਹਾਂਜੀ ਹਾਂ, ਤੇ ਥੈਂਕ ਯੂ ਆਲ ਐਸਪੀਰੈਂਟਸ, ਥੈਂਕ ਯੂ ਸੋ ਮਚ, ਵਿਸ਼ ਯੂ ਆਲ ਦੀ ਵੈਰੀ ਬੈਸਟ। ਸੋ ਉਮੀਦ ਕਰਦੇ ਹਾਂ ਤੁਹਾਡੇ ਚੋਂ ਸਾਰਿਆਂ ਨੂੰ ਅਸੀਂ ਇੱਕ ਕਰਕੇ ਇਦਾਂ ਹੀ ਇੱਥੇ ਇਸੇ ਪਲੇਟਫਾਰਮ ਤੇ ਬੁਲਾਈਏ, ਸਾਡੇ ਲਈ ਸਭ ਤੋਂ ਵੱਡੀ ਗੱਲ ਹੈ। ਸੋ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਜੀ, ਸਤਿ ਸ਼੍ਰੀ ਅਕਾਲ, ਥੈਂਕ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸੂਰਜ ਜੀ। ਤੁਹਾਡੇ ਵਧੀਆ ਹੋਣ ਪੇਪਰ ਤੇ ਵਧੀਆ ਤਿਆਰੀ ਕਰੋ। ਯੂ ਮਸਟ ਆਲਵੇਜ਼ take right guidance. You can always approach Satinder sir. He is a very good teacher and a very good guidance. Personally, I always feel we sir ਕਈ ਵਾਰ extra effort ਵੀ ਕਰਦੇ ਨੇ to help those who are really needy. ਤੁਸੀਂ always sir ਨੂੰ approach ਕਰ ਸਕਦੇ ਹੋ, sir ਹਮੇਸ਼ਾ available ਨੇ। ਤੇ it is a very good opportunity ਵੀ ਆਪਣਾ ਜਿਹੜਾ option ਹੈ, it is a very good option for the UPSC from the UPSC perspective. ਜਦੋਂ ਤੁਸੀਂ ਇੱਕ ਟੀਚਰ ਦੀ ਗਾਈਡੈਂਸ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਸਹੀ ਤਰੀਕੇ ਨਾਲ ਕੋਈ ਗਾਈਡ ਕਰਦਾ ਹੁੰਦਾ ਤਾਂ ਨੰਬਰ ਜਲਦੀ ਤੇ ਸਹੀ ਗਾਈਡੈਂਸ ਜਿਹੜੀ ਹੈ ਤੁਹਾਨੂੰ ਸਕਸੈਸ ਤੇ ਫੇਲੀਅਰ ਦੇ ਵਿੱਚ ਜਿਹੜਾ ਹੈਗਾ ਰਸਤਾ ਦਾ ਸਹੀ ਤਰੀਕੇ ਦਾ ਦੱਸ ਸਕਦੀ ਹੈ। ਤੇ ਤੁਸੀਂ ਆਪਣਾ ਜਿਹੜਾ ਹੈਗਾ ਗਾਈਡ ਜ਼ਰੂਰ ਬਣਾਓ, ਗੁਰੂ ਜ਼ਰੂਰ ਬਣਾਓ, ਕਿ ਗੁਰੂ ਬਿਨਾਂ ਕੁਛ ਨਹੀਂ ਹੈ। ਸੈਲਫ ਸਟੱਡੀ ਨਾਲ ਜ਼ਰੂਰੀ ਹੈ, ਬਟ ਗੁਰੂ ਆਈ ਥਿੰਕ ਜ਼ਿਆਦਾ ਇੰਪੋਰਟੈਂਟ ਹੈ ਇਸ ਟਾਈਮ। ਰਾਈਟ ਸਰ? ਠੀਕ ਹੈ ਜੀ, ਹਾਂਜੀ ਹਾਂਜੀ, ਓਕੇ ਸਰ ਜੀ, ਥੈਂਕ ਯੂ।